Yes, please. Good morning, sir. Good Good morning. morning. Good morning, Ji. Good morning. Let us start. Again, good morning, everyone. Today, Morning, sir. good morning, Very Ji. good morning. Good morning. Good morning. Today, we will discuss Punjab Tenancy Act 1887. अपनी अपनी बुक्स निकाल लो जी. पंजाब टेनेंसी एक्ट पेपर नंबर 3, नैपसी दर एग्जामिनेशन पेपर नंबर 3, पंजाब टेनेंसी एक्ट 1887. From section 51. From section 51. 51 ਸੈਕਸ਼ਨ ਤੇ ਆ ਜਾਓ ਜੀ. ਇਹ ਜਿਹੜਾ ਸੈਕਸ਼ਨ ਜਿਹੜੀ ਇਹ ਬੁੱਕ ਹੈਗੀ ਹੈ ਪੰਜਾਬ ਟੈਨੈਂਸੀ ਐਕਟ, ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਇਹ ਲੈਂਡਲੌਰਡ ਤੇ ਟੈਨੈਂਟ ਦੇ ਵਿਚਕਾਰ ਜਿਹੜੇ ਹੈਗੇ ਨੇ ਕਿਸੇ ਵੀ ਤਰ੍ਹਾਂ ਦੇ ਜਿਹੜੇ ਐਗਰੀਮੈਂਟਸ ਹੁੰਦੇ ਨੇ ਉਹਨੂੰ ਇਨਫੋਰਸ ਕੀਤਾ ਜਾਂਦਾ ਹੈ. ਡਿਸਪਿਊਟ ਕ੍ਰੀਏਟ ਹੁੰਦੇ ਆ ਆਪਸ ਦੇ ਵਿੱਚ. ਮਾਲਕ ਕਹਿੰਦਾ ਕਿਰਾਇਆ ਮੇਰਾ ਵਧਾਓ ਤੇ ਕਿਰਾਏਦਾਰ ਕਹਿੰਦਾ ਮੇਰਾ ਕਿਰਾਇਆ ਘਟਾਓ. ਠੀਕ ਹੈ. ਜਦੋਂ ਕਦੇ ਜ਼ਮੀਨ ਫਰਟਾਈਲ ਹੋ ਜਾਂਦੀ ਹੈ ਤਾਂ ਮਾਲਕ ਕਹਿੰਦਾ ਮੇਰਾ ਰੈਂਟ ਵਧਣਾ ਚਾਹੀਦਾ ਹੈ. ਜਦੋਂ ਕਦੇ ਜ਼ਮੀਨ ਬੇਕਾਰ ਹੋ ਜਾਂਦੀ ਹੈ ਤਾਂ ਜਿਹੜਾ ਟੈਨੈਂਟ ਹੁੰਦਾ ਹੈ ਉਹ ਕਹਿੰਦਾ ਮੇਰਾ ਕਿਰਾਇਆ ਘਟਾਓ. ਠੀਕ ਹੈ. ਤੇ ਇਦਾਂ ਦੇ ਜਿਹੜੇ ਡਿਸਪਿਊਟਸ ਅਰਾਈਜ਼ ਹੁੰਦੇ ਆ ਉਹਨਾਂ ਡਿਸਪਿਊਟਸ ਨੂੰ ਕਵਰ ਕਰਨ ਦੀ ਖਾਤਰ, ਡਿਸਾਈਡ ਕਰਨ ਦੀ ਖਾਤਰ ਜਿਹੜੇ ਇਹ ਐਕਟ ਬਣਿਆ ਸੀ ਪਹਿਲਾਂ, ਪੰਜਾਬ ਟੈਨੈਂਸੀ ਐਕਟ 1868 ਵਿੱਚ ਬਣਿਆ ਸੀ ਪਹਿਲਾਂ, ਤੇ ਫਿਰ ਉਸ ਤੋਂ ਬਾਅਦ ਕੁਝ ਅਮੈਂਡਮੈਂਟਸ ਹੁੰਦੀਆਂ ਰਹੀਆਂ. ਅਮੈਂਡਮੈਂਟਸ ਹੋਣ ਤੋਂ ਬਾਅਦ ਦੈਨ ਜਿਹੜਾ ਇਹ ਐਕਟ ਹੈ ਦੁਬਾਰਾ ਫਿਰ 1887 ਚ ਬਣਿਆ. ਠੀਕ ਹੈ. ਤੇ ਆਪਾਂ ਦੇਖਦੇ ਹਾਂ ਪੰਜਾਬ ਦੇ ਵਿੱਚ ਬਹੁਤ ਵੱਡੇ ਵੱਡੇ ਲੈਂਡਲੌਰਡ ਹੈਗੇ ਆ ਜਿਨ੍ਹਾਂ ਦੇ ਅਧੀਨ ਬਹੁਤ ਸਾਰੇ ਜਿਹੜੇ ਲੋਕ ਹੈਗੇ ਆ ਉਹ ਕਾਸ਼ਤ ਕਰਦੇ ਆ ਰਹੇ ਸੀਗੇ. ਸਰਕਾਰ ਵੱਲੋਂ ਬਹੁਤ ਸਾਰੇ ਸਮੇਂ-ਸਮੇਂ ਤੇ ਸੁਧਾਰ ਕੀਤੇ ਜਾਂਦੇ ਰਹੇ ਜਿਨ੍ਹਾਂ ਨੂੰ ਸੁਧਾਰਾਂ ਦੀ ਖਾਤਰ ਇਹ ਐਕਟ ਬਣੇ. ਫਿਰ 1953 ਦੇ ਵਿੱਚ 1954 ਦੇ ਵਿੱਚ ਗਵਰਨਮੈਂਟ ਨੇ ਆ ਕੇ ਦੀ ਪੈਪਸੂ ਆਕੂਪੈਂਸੀ ਟੈਨੈਂਟਸ ਵੈਸਟਿੰਗ ਆਫ ਪ੍ਰੋਪਰਾਈਟੀ ਰਾਈਟਸ 54 ਬਣਾਇਆ. ਜਿਹਦੇ ਵਿੱਚ ਕੀ ਸੀਗਾ, ਆਕੂਪੈਂਸੀ ਟੈਨੈਂਟ ਆਪਾਂ ਪੜ੍ਹ ਕੇ ਹਟੇ ਹਾਂ ਪਹਿਲਾਂ ਪਿੱਛੇ ਸੈਕਸ਼ਨ 5 ਦੇ ਵਿੱਚ ਕਿਹਾ ਗਿਆ ਸੀਗਾ ਵੀ ਟੈਨੈਂਟ ਕੀ ਹੁੰਦਾ ਤੇ ਆਕੂਪੈਂਸੀ ਟੈਨੈਂਟ ਕੀ ਹੁੰਦਾ ਤੇ ਟੈਨੈਂਟ ਸਾਲ ਦਰ ਸਾਲ ਕਿਹੜਾ ਹੁੰਦਾ. ਆਕੂਪੈਂਸੀ ਟੈਨੈਂਟ ਬਾਰੇ ਥੋੜਾ ਜਿਹਾ ਕਈ ਵਾਰੀ ਕੁਝ ਬੰਦੇ ਨਵੇਂ ਕਲਾਸ 'ਚ ਐਂਟਰ ਕਰਦੇ ਆ, ਇਸ ਕਰਕੇ ਮੈਂ ਦੁਬਾਰਾ ਥੋੜਾ ਜਿਹਾ 2 ਮਿੰਟ ਲਈ ਦੱਸ ਦੇਵਾਂ. ਆਕੂਪੈਂਸੀ ਟੈਨੈਂਟ ਉਹ ਹੁੰਦੇ ਨੇ ਜਿਹੜੇ ਲਗਾਤਾਰ 20 ਸਾਲ ਤੋਂ ਕੋਈ ਜ਼ਮੀਨ ਕਾਸ਼ਤ ਕਰ ਰਹੇ ਕਿਸੇ ਮਾਲਕ ਦੀ ਤੇ ਉਹਦਾ ਕਿਰਾਇਆ ਵੀ ਕੋਈ ਨਹੀਂ ਦਿੰਦੇ ਹੈਗੇ. ਕਿਰਾਇਆ ਸਿਰਫ ਦਿੰਦੇ ਉਹਨਾਂ ਕਹਿ ਜਿੰਨਾ ਕਿ ਲੈਣ ਦਾ ਮਾਮਲਾ ਭਰਨਾ ਹੁੰਦਾ ਹੈਗਾ. ਠੀਕ ਹੈ. ਤੇ ਦਾਦੇ ਤੋਂ 3 ਪੀੜ੍ਹੀਆਂ ਤੋਂ ਲਗਾਤਾਰ ਕਾਸ਼ਤ ਕਰਦੇ ਆ ਰਹੇ ਹੋਣ, ਚਾਹੇ ਬਾਪ ਦਾਦੇ ਤੋਂ ਕਾਸ਼ਤ ਕਰਦੇ ਹੋਣ, ਚਾਹੇ ਚਾਚੇ ਦਾਦੇ ਤੋਂ, ਚਾਹੇ ਤਾਏ ਦਾਦੇ ਤੋਂ ਕਾਸ਼ਤ ਕਰਦੇ ਆ ਰਹੇ ਹੋਣ. ਇਹਨਾਂ ਦੀਆਂ ਕੁਝ ਕਲਾਜ਼ਸ ਸੀਗੀਆਂ 5 ਸੈਕਸ਼ਨ ਦੇ ਵਿੱਚ. ਜਾਂ ਕੋਈ ਐਸੇ ਟੈਨੈਂਟ ਸੀ ਜਿਹੜੇ 30 ਸਾਲ ਤੋਂ ਲਗਾਤਾਰ ਕਾਸ਼ਤ ਕਰ ਰਹੇ ਨੇ, ਇਹਨੂੰ ਅਸੀਂ ਆਕੂਪੈਂਸੀ ਟੈਨੈਂਟ ਕਹਿੰਦੇ. ਆਕੂਪੈਂਸੀ ਟੈਨੈਂਟ ਜਸਟ ਰਾਈਟ ਆਫ ਓਨਰਸ਼ਿਪ ਦੇ ਜਿਹੜੇ ਰਾਈਟ ਸੀਗੇ ਇਹਨਾਂ ਕੋਲੇ ਹੁੰਦੇ ਸੀਗੇ. ਤੇ 1953 ਦੇ ਵਿੱਚ ਤੇ 54 ਦੇ ਵਿੱਚ ਆ ਕੇ ਗਵਰਨਮੈਂਟ ਨੇ ਇਹਨਾਂ ਨੂੰ ਜਿਹੜੇ ਮਾਲਕੀ ਦੇ ਹੱਕ ਦਿੱਤੇ ਸੀ. ਇੱਕ ਐਕਟ ਬਣਾਇਆ ਸੀਗਾ. ਇਹ ਐਕਟ ਬਣਾਇਆ ਸੀਗਾ ਸਰਕਾਰ ਨੇ. ਇਸ ਐਕਟ ਦੇ ਤਹਿਤ ਇਹ ਐਕਟ ਦਾ ਨਾਮ ਹੈਗਾ ਸੀਗਾ ਪੈਪਸੂ ਆਕੂਪੈਂਸੀ ਟੈਨੈਂਟਸ ਵੈਸਟਿੰਗ ਆਫ ਪ੍ਰੋਪਰਾਈਟੀ ਰਾਈਟਸ 54. ਇਹ ਹੈਗਾ ਸੀ ਪੈਪਸੂ ਦਾ. ਇਸ ਤਰੀਕੇ ਪੰਜਾਬ ਦਾ ਐਕਟ ਵੀ ਬਣਾਇਆ ਸੀ 1953 ਦੇ ਵਿੱਚ. ਇਸ ਐਕਟ ਦੇ ਤਹਿਤ ਜਿਹੜੇ ਆਕੂਪੈਂਸੀ ਟੈਨੈਂਟ ਸੀ ਇਹਨਾਂ ਨੂੰ ਮਾਲਕੀ ਦੇ ਹੱਕ ਦਿੱਤੇ ਗਏ ਸੀਗੇ. ਠੀਕ ਹੈ. ਇਸ ਐਕਟ ਦੇ ਸੰਬੰਧ ਵਿੱਚ ਆਪਾਂ ਅੱਜ ਪੜਾਂਗੇ ਸੈਕਸ਼ਨ 51 ਤੋਂ ਬਾਰ ਆਫ ਰਿਲੀਫ ਬਾਈ ਸੂਟ ਅੰਡਰ ਸੈਕਸ਼ਨ 9. ਸਪੈਸੀਫਿਕ ਰਿਲੀਫ ਐਕਟ ਇੱਕ ਹੈਗਾ. ਸਪੈਸੀਫਿਕ ਰਿਲੀਫ ਐਕਟ ਇੱਕ ਹੈਗਾ ਜਿਸ ਦੇ ਤਹਿਤ ਜਦੋਂ ਅਸੀਂ ਕੋਈ ਦਾਅਵਾ ਦਾਇਰ ਕਰਦੇ ਹਾਂ ਸਿਵਲ ਕੋਰਟ ਦੇ ਵਿੱਚ ਤਾਂ ਸਾਡੇ ਨਾਲ ਕਈ ਵਾਰੀ ਕੋਈ ਜ਼ਿਆਦਤੀ ਹੁੰਦੀ ਹੈ ਜਾਂ ਆਪਾਂ ਕਹਿੰਦੇ ਵੀ ਸਾਡੇ ਨਾਲ ਜ਼ਿਆਦਤੀ ਹੋਈ ਹੈ ਪਰ ਕੰਮ ਹੋਇਆ ਹੁੰਦਾ ਅੰਡਰ ਰੂਲ, ਤਾਂ ਅਸੀਂ ਸਪੈਸੀਫਿਕ ਰਿਲੀਫ ਐਕਟ 1877 ਦੇ ਤਹਿਤ ਅਸੀਂ ਕੋਰਟ ਦੇ ਵਿੱਚ ਜਾਂਦੇ ਹਾਂ. ਸੈਕਸ਼ਨ 9 ਉਹਦੀ ਹੈਗੀ ਹੈ ਤਾਂ ਅਸੀਂ ਕਹਿੰਦੇ ਵੀ ਸਾਡੇ ਤੋਂ ਜਿਹੜਾ ਕਬਜ਼ਾ ਸਾਨੂੰ ਵਾਪਸ ਦਿੱਤਾ ਜਾਵੇ. ਇਹ ਜਿਹੜਾ ਐਕਟ ਹੈ ਸਪੈਸੀਫਿਕ ਰਿਲੀਫ ਐਕਟ, ਇਹਦੇ ਤਹਿਤ ਅਸੀਂ ਕੋਈ ਕਾਰਵਾਈ ਨਹੀਂ ਕਰ ਸਕਦੇ ਜੇਕਰ ਕਿਸੇ ਇਹ ਜਿਹੜਾ ਸਾਡਾ ਐਕਟ ਹੈਗਾ ਪੰਜਾਬ ਟੈਨੈਂਸੀ ਐਕਟ ਦੇ ਤਹਿਤ ਜੇ ਕਿਸੇ ਟੈਨੈਂਟ ਤੋਂ ਕਬਜ਼ਾ ਲੈ ਲਿਆ ਮਾਲਕ ਨੇ, ਪੰਜਾਬ ਟੈਨੈਂਸੀ ਐਕਟ ਦੀ ਕਿਸੇ ਸੈਕਸ਼ਨ ਦੇ ਅਧੀਨ ਜੇਕਰ ਮਾਲਕ ਨੇ ਟੈਨੈਂਟ ਤੋਂ ਕਬਜ਼ਾ ਲੈ ਲਿਆ ਵਾਰੰਟ ਜਾਰੀ ਕਰਵਾ ਕੇ, ਠੀਕ ਹੈ, ਤਾਂ ਜਿਹੜਾ ਟੈਨੈਂਟ ਹੈਗਾ ਉਹ ਸਪੈਸੀਫਿਕ ਰਿਲੀਫ ਐਕਟ ਦੀ ਸੈਕਸ਼ਨ 9 ਦਾ ਸਹਾਰਾ ਨਹੀਂ ਲੈ ਸਕਦਾ. ਇਹ ਸੈਕਸ਼ਨ 51 ਚ ਇੰਨੀ ਕਿਹਾ ਗਿਆ ਹੈਗਾ ਵੀ ਸਪੈਸੀਫਿਕ ਰਿਲੀਫ ਐਕਟ ਜਿਹੜਾ 1877 ਹੈਗਾ ਉਹ ਬਾਹਰ ਹੈ, ਇਸ ਐਕਟ ਦੇ ਉੱਪਰ ਲਾਗੂ ਨਹੀਂ ਹੋ ਸਕਦਾ. ਇਸ ਕਰਕੇ ਜਿਹੜੀ ਕਾਰਵਾਈ ਇਸ ਸੈਕਸ਼ਨ ਦੇ ਇਸ ਐਕਟ ਦੇ ਅਧੀਨ ਕੀਤੀ ਗਈ ਹੈਗੀ ਹੈ ਉਹ ਵੈਲਿਡ ਸਮਝੀ ਜਾਵੇਗੀ
स्पैसिफिकली इफैक्ट के तहत ਜਿਹੜਾ ਕੋਈ ਟੈਨੈਂਟ ਹੈ ਜਿਹਨੂੰ ਬੇਦਖਲ ਕੀਤਾ ਗਿਆ ਹੋਵੇ ਉਹ ਵਾਪਸ ਕਬਜ਼ੇ ਦੀ ਕਾਰਵਾਈ ਨਹੀਂ ਕਰ ਸਕਦਾ। ਨੈਕਸਟ ਹੈ ਜਿਹੜਾ ਹੈਡ ਹੈਗਾ ਪਾਵਰ ਟੂ ਵੇਰੀ ਡੇਟਸ ਪ੍ਰਸਕ੍ਰਾਈਬਡ ਬਾਈ ਦਿਸ ਚੈਪਟਰ। ਅਸੀਂ ਪਿੱਛੇ ਪੜਿਆ ਸੀ ਸੈਕਸ਼ਨ 36 ਪੜਿਆ ਸੀ, ਸੈਕਸ਼ਨ 45 ਪੜਿਆ ਸੀਗਾ, ਉਹਦੇ ਵਿੱਚ ਕੁਝ ਡੇਟਸ ਦਿੱਤੀਆਂ ਗਈਆਂ ਸੀਗੀਆਂ। ਸੈਕਸ਼ਨ 47 ਪੜਿਆ ਸੀਗਾ ਵੀ ਜਦੋਂ ਕਿਸੇ ਵਿਅਕਤੀ ਨੇ ਕਿਸੇ ਲੈਂਡਲॉर्ड ਟੈਨੈਂਟ ਨੇ ਕੋਈ ਕਬਜ਼ਾ ਛੱਡਣਾ ਹੋਵੇ ਤਾਂ ਉਹ 15 ਨਵੰਬਰ ਤੋਂ ਪਹਿਲਾਂ ਤਹਿਸੀਲਦਾਰ ਨੂੰ ਲਿਖ ਕੇ ਭੇਜੇਗਾ, ਤੇ ਜੇ ਕਬਜ਼ੇ ਦੀ ਜ਼ਮੀਨ ਖਾਲੀ ਕਰਨੀ ਹੈ ਤਾਂ 1 ਮਈ ਤੋਂ ਪਹਿਲਾਂ ਜ਼ਮੀਨ ਖਾਲੀ ਕੀਤੀ ਜਾਂਦੀ ਹੈ। ਜੇ ਕਬਜ਼ੇ ਦੀ ਕਾਰਵਾਈ ਕੀਤੀ ਜਾਣੀ ਹੈ ਤਾਂ 1 ਮਈ ਤੋਂ ਲੈ ਕੇ 15 ਜੂਨ ਦੇ ਵਿਚਕਾਰ ਕਬਜ਼ੇ ਦੀ ਕਾਰਵਾਈ ਕੀਤੀ ਜਾਣੀ ਹੈ। ਇਹ ਡੇਟਸ ਇਸ ਐਕਟ ਦੇ ਵਿੱਚ ਜਿਹੜੀਆਂ ਪ੍ਰੋਵਾਈਡਡ ਹੈਗੀਆਂ ਨੇ, ਪਰ ਇੱਥੇ ਸਰਕਾਰ 52 ਸੈਕਸ਼ਨ 'ਚ ਦੱਸਿਆ ਗਿਆ ਵੀ ਗਵਰਨਮੈਂਟ ਇਹਨਾਂ ਡੇਟਸ ਨੂੰ ਸਮੇਂ-ਸਮੇਂ ਤੇ ਲੋੜ ਦੇ ਮੁਤਾਬਕ ਚੇਂਜ ਵੀ ਕਰ ਸਕਦੀ ਹੈ। ਪਰ ਨਾਲ ਇਹ ਵੀ ਕਿਹਾ ਗਿਆ ਹੈਗਾ ਸਬ ਸੈਕਸ਼ਨ 2 ਦੇ ਵਿੱਚ ਵੀ ਜਿਹੜਾ ਨੋਟੀਫਿਕੇਸ਼ਨ ਕਰਨਾ ਪਏਗਾ ਗਵਰਨਮੈਂਟ ਨੂੰ, ਜਿਹੜਾ ਨੋਟੀਫਿਕੇਸ਼ਨ ਕੀਤਾ ਕਰਕੇ ਇਹ ਜਿਹੜੀਆਂ ਡੇਟਸ ਹੈਗੀਆਂ ਨੇ ਇਸ ਨੂੰ ਅਮੈਂਡ ਕੀਤਾ ਜਾ ਸਕਦਾ ਹੈ। ਪਰ ਇਹ ਨੋਟੀਫਿਕੇਸ਼ਨ ਜਿਹੜਾ ਹੈਗਾ ਇਹ 6 ਮਹੀਨਿਆਂ ਤੱਕ ਹੀ ਇਨਫੋਰਸ ਰਹਿੰਦਾ। 6 ਮਹੀਨਿਆਂ ਬਾਅਦ ਦੁਬਾਰਾ ਫਿਰ ਉਹੀ ਜਿਹੜੀਆਂ ਡੇਟਸ ਇਸ ਐਕਟ ਵਿੱਚ ਪ੍ਰੋਵਾਈਡ ਕੀਤੀਆਂ ਗਈਆਂ ਨੇ ਦੁਬਾਰਾ ਫਿਰ ਉਹੀ ਲਾਗੂ ਰਹਿ ਜਾਂਦੀਆਂ ਨੇ। ਨੈਕਸਟ ਹੈ ਚੈਪਟਰ 5। ਚੈਪਟਰ 5 ਕੀ ਅਲਾਈਨੇਸ਼ਨ ਆਫ ਐਂਡ ਸਕਸੈਸ਼ਨ ਟੂ ਦਾ ਰਾਈਟ ਆਫ ਆਕੂਪੈਂਸੀ। ਰਾਈਟ ਆਫ ਆਕੂਪੈਂਸੀ ਕੀ ਹੁੰਦੇ ਨੇ? ਜਸਟ ਇਹ ਇੱਕ ਤਰ੍ਹਾਂ ਦੀ ਓਨਰਸ਼ਿਪ ਦੇ ਅਧਿਕਾਰ ਹੁੰਦੇ ਆ ਉਸ ਵਿਅਕਤੀ ਨੂੰ, ਜਿਹੜਾ ਟੈਨੈਂਟ ਹੁੰਦਾ ਜਿਹਦੇ ਕੋਲ ਰਾਈਟ ਆਫ ਆਕੂਪੈਂਸੀ ਬਣ ਜਾਂਦੇ ਨੇ। ਜਿਵੇਂ ਕਿ ਜਿਹੜਾ ਦਾਦਿਆਂ ਤੋਂ ਪੜਦਾਦਿਆਂ ਤੋਂ ਜਿਹੜਾ ਕਾਸ਼ਤ ਕਰਦਾ ਆ ਰਿਹਾ ਹੈ, ਚਾਹੇ ਤਾਏ ਦਾਦੇ ਤੋਂ ਕਰਦਾ ਆ ਰਿਹਾ ਹੋਵੇ, ਜੇ ਚਾਚੀ ਦਾਦੇ ਤੋਂ ਕਰਦਾ ਹੈ, ਜੇ ਆਪਦੇ ਪੜਦਾਦੇ ਤੋਂ ਕਰਦਾ ਆ ਰਿਹਾ ਹੋਵੇ ਕਾਸ਼ਤ, ਠੀਕ ਹੈ, ਉਹਨੂੰ ਅਸੀਂ ਰਾਈਟ ਆਫ ਉਹਨੂੰ ਕਹਿੰਦੇ ਅਸੀਂ ਆਕੂਪੈਂਸੀ ਟੈਨੈਂਟ ਕਹਿੰਦੇ ਆ। ਜਸਟ ਮਾਲਕੀ ਦੇ ਅਧਿਕਾਰ ਹੁੰਦੇ ਇਹਦੇ ਕੋਲੇ। ਸੈਕਸ਼ਨ 53 'ਚ ਕੀ ਕਿਹਾ ਗਿਆ ਹੈ? ਇਹ 'ਚ ਅਲਾਈਨੇਸ਼ਨ ਦੀ ਗੱਲ ਕੀਤੀ ਗਈ ਹੈ ਵੀ ਕੀ ਆਕੂਪੈਂਸੀ ਟੈਨੈਂਟ ਆਪਣੇ ਰਾਈਟ ਨੂੰ ਅੱਗੇ ਟ੍ਰਾਂਸਫਰ ਕਰ ਸਕਦਾ ਹੈ, ਠੀਕ ਹੈ। ਇਹ ਆਪਾਂ ਪੜਾਂਗੇ ਸੈਕਸ਼ਨ 53 ਪ੍ਰਾਈਵੇਟ ਟ੍ਰਾਂਸਫਰ ਆਫ ਰਾਈਟ ਆਫ ਆਕੂਪੈਂਸੀ ਅੰਡਰ ਸੈਕਸ਼ਨ 5। ਜਿਵੇਂ ਕਿ ਕੋਈ ਮਾਲਕ ਹੈ ਜ਼ਮੀਨ ਦੇ, ਆਪਣੀ ਜ਼ਮੀਨ ਨੂੰ ਕਿਸੇ ਨੂੰ ਵੇਚ ਦਿੰਦਾ ਹੈ, ਟ੍ਰਾਂਸਫਰ ਸੇਲ ਕਰ ਦਿੰਦਾ ਹੈ, ਗਿਫਟ ਕਰ ਦਿੰਦਾ ਹੈ, ਮੌਰਗੇਜ ਕਰ ਦਿੰਦਾ ਹੈ, ਜਿਵੇਂ ਓਨਰ ਕਰਦਾ ਹੈ। ਇਸੇ ਤਰੀਕੇ ਜਿਹੜਾ ਆਕੂਪੈਂਸੀ ਟੈਨੈਂਟ ਹੈ ਉਹਦੇ ਕੋਲੇ ਜਦੋਂ ਅਸੀਂ ਪ੍ਰਜ਼ਿਊਮ ਕਰਦੇ ਹਾਂ ਵੀ ਇਹਦੇ ਕੋਲੇ ਰਾਈਟਸ ਮਾਲਕੀ ਦੇ ਰਾਈਟ ਹੈਗੇ ਆ, ਤਾਂ ਉਹ ਵੀ ਆਪਣੀ ਜਿਹੜੀ ਜ਼ਮੀਨ ਹੈਗੀ ਆ ਉਸ ਨੂੰ ਸੇਲ ਵੀ, ਆਪਣੀ ਉਸ ਟੈਨੈਂਸੀ ਨੂੰ ਸੇਲ ਵੀ ਕਰ ਸਕਦਾ ਹੈ, ਗਿਫਟ ਵੀ ਕਰ ਸਕਦਾ ਹੈ, ਮੌਰਗੇਜ ਵੀ ਕਰ ਸਕਦਾ ਹੈ, ਜਾਣੀ ਕਿ ਆਪਣੀ ਜਗ੍ਹਾ ਤੇ ਕਿਸੇ ਹੋਰ ਵਿਅਕਤੀ ਨੂੰ ट्रांसफर कर सकता है। ए टेनेंट हैविंग राइट ऑफ ऑक्यूपेंसी अंडर सेक्शन 5 may transfer the right of sale by sale, gift or mortgage subject to the conditions। पर ਉਹਦੇ ਤੇ ਕੁਝ ਸ਼ਰਤਾਂ ਲਗਾਈਆਂ ਗਈਆਂ ਨੇ, ਉਹਦੇ ਤੇ ਸ਼ਰਤਾਂ ਲਗਾਈਆਂ ਗਈਆਂ ਨੇ। ਸ਼ਰਤ ਕੀ ਹੈ? ਉਸ ਨੂੰ ਨੋਟਿਸ ਦੇਣਾ ਪਏਗਾ ਮਾਲਕ ਨੂੰ। ਮੰਨ ਲਓ ਆਪਣੀ ਜ਼ਮੀਨ ਨੂੰ 2 ਲੱਖ ਰੁਪਏ 'ਚ ਟ੍ਰਾਂਸਫਰ ਕਰਨੀ ਜਾਂਦਾ, ਕਿਸੇ ਵਿਅਕਤੀ ਨੂੰ ਸੇਲ ਕਰਨੀ ਜਾਂਦਾ, ਆਪਦੇ ਜਿਹੜੇ ਰਾਈਟਸ ਨੇ ਆਕੂਪੈਂਸੀ ਦੇ ਰਾਈਟਸ ਨੇ, ਆਕੂਪੈਂਸੀ ਰਾਈਟ ਸੇਲ ਕਰਨਾ ਚਾਹੁੰਦਾ ਹੈ, ਠੀਕ ਹੈ, ਤਾਂ ਉਹ ਨੋਟਿਸ ਦੇਗਾ ਪਹਿਲਾਂ ਮਾਲਕ ਨੂੰ। ਹੀ ਸ਼ੈਲ ਕਾਜ਼ ਨੋਟਿਸ ਆਫ ਹਿਸ ਇੰਟੈਂਸ਼ਨ ਟੂ ਸਰਵ ਔਨ ਹਿਸ ਲੈਂਡਲॉर्ड। ਉਹਦੀ ਵੀ ਕੀ ਮਨਸ਼ਾ ਹੈਗੀ ਹੈ ਕਿ ਉਹ ਗਿਫਟ ਕਰਨੀ ਚਾਹੁੰਦਾ ਹੈ ਜਾਂ ਸੇਲ ਕਰਨੀ ਚਾਹੁੰਦਾ ਹੈ ਜਾਂ ਮੌਰਗੇਜ ਕਰਨੀ ਚਾਹੁੰਦਾ ਹੈ। ਰੈਵਨਿਊ ਆਫਿਸਰ ਦੇ ਥਰੂ ਉਹ ਲੈਂਡਲॉर्ड ਨੂੰ, ਜਿਹੜਾ ਮਾਲਕ ਹੈਗਾ ਜ਼ਮੀਨ ਦਾ, ਉਸ ਨੂੰ ਨੋਟਿਸ ਦੇਵੇਗਾ। ਤਾਂ ਫਿਰ 1 ਮਹੀਨੇ ਦੇ ਲਈ ਜਿਹੜੀਆਂ ਪ੍ਰੋਸੀਡਿੰਗ ਨੇ ਬੰਦ ਕਰ ਦਿੱਤੀਆਂ ਜਾਂਦੀਆਂ ਨੇ ਟ੍ਰਾਂਸਫਰ ਦੀਆਂ। 1 ਮਹੀਨਾ ਦਿੱਤਾ ਜਾਂਦਾ ਲੈਂਡਲॉर्ड ਨੂੰ। ਜੇਕਰ ਲੈਂਡਲॉर्ड ਉਸ 1 ਮਹੀਨੇ ਦੇ ਅੰਦਰ ਅੰਦਰ ਇਹ ਕਹੇ ਵੀ ਹਾਂ ਇਹਦੀ ਜਿਹੜੀ ਵੈਲਿਊ ਕਿੰਨੀ ਬਣਦੀ ਹੈ, ਰੈਵਨਿਊ ਆਫਿਸਰ ਡਿਸਾਈਡ ਕਰੇਗਾ ਵਿਦਨ ਦਿਸ ਪੀਰੀਅਡ 1 ਮੰਥ। ਸਬਸੈਕਸ਼ਨ 3 ਦੇ ਵਿੱਚ ਕਿਹਾ ਗਿਆ ਹੈ ਲੈਂਡਲॉर्ड may claim to purchase the right at such value as a revenue officer may on the application made to him in this behalf fix। ਰੈਵਨਿਊ ਆਫਿਸਰ ਨੂੰ ਜਦੋਂ ਨੋਟਿਸ ਜਾਰੀ ਹੋ ਗਿਆ ਲੈਂਡਲॉर्ड ਨੂੰ ਰੈਵਨਿਊ ਆਫਿਸਰ ਵੱਲੋਂ, ਤਾਂ ਲੈਂਡਲॉर्ड ਕੀ ਕਰੇਗਾ? ਆਪਣੀ ਅਰਜ਼ੀ ਦੇਵੇਗਾ। ਜੇ ਉਹਦੀ ਇੱਛਾ ਹੈਗੀ ਹੈ ਲੈਣ ਦੀ, ਰੈਵਨਿਊ ਆਫਿਸਰ ਨੂੰ ਐਪਲੀਕੇਸ਼ਨ ਦੇਵੇਗਾ ਵੀ ਇਹ ਜਿਹੜੇ ਰਾਈਟਸ ਇਹ ਟ੍ਰਾਂਸਫਰ ਕਰਨਾ ਚਾਹੁੰਦਾ ਹੈ, ਮੈਂ ਦਾਅਵੇਦਾਰ ਹੈਗਾ, ਪਹਿਲਾ ਰਾਈਟ ਮੇਰਾ ਬਣਦਾ ਹੈ, ਮੈਂ, ਤੁਸੀਂ ਰੇਟ ਫਿਕਸ ਕਰੋ, ਤੁਸੀਂ ਵੈਲਿਊ ਫਿਕਸ ਕਰੋ, ਮੈਂ ਇਹ ਪਰਚੇਜ ਕਰਨੀ ਚਾਹੁੰਦਾ। ਜਾਂ ਇਹ ਮੌਰਗੇਜ ਮਨੀ ਇਹਨੂੰ ਚਾਹੀਦੀ ਹੈ, ਮੈਂ ਇਹਨੂੰ ਮੌਰਗੇਜ ਦੇ ਜਿਹੜੀ ਹੈਗੀ ਹੈ ਮਨੀ ਮੈਂ ਦੇਣਾ ਚਾਹੁੰਦਾ ਇਸ ਨੂੰ। When the application to the revenue officer, subsection 4 ਕੀ ਕਿਹਾ ਗਿਆ? When the application to the revenue officer is to fix the value, right of occupancy, he shall fix the value। revenue officer ਕੀ ਕਰੇਗਾ? ਫਿਰ ਇਹਦੀ ਜਿਹੜੀ ਵੈਲਿਊ ਫਿਕਸ ਕਰੇਗਾ। ਬੇਸ਼ੱਕ ਜੇ ਪ੍ਰੋਪਰਟੀ ਮੌਰਗੇਜ ਹੋਵੇ ਤਾਂ ਮੌਰਗੇਜ ਨੂੰ ਭੁੱਲ ਕੇ ਜਿਹੜੀ ਉਹ ਪ੍ਰੋਪਰਟੀ ਹੈ ਵੈਲਿਊ ਹੈ ਆਕੂਪੈਂਸੀ ਦੇ ਜਿਹੜੇ ਰਾਈਟਸ ਨੇ, ਆਕੂਪੈਂਸੀ ਰਾਈਟਸ ਦੀ ਵੈਲਿਊ ਫਿਕਸ ਕਰੇਗਾ ਰੈਵਨਿਊ ਆਫਿਸਰ, ਠੀਕ ਹੈ। The landlord shall be deemed to have purchased the right if pays the value। ਜੇਕਰ ਲੈਂਡਲॉर्ड ਰੈਵਨਿਊ ਆਫਿਸਰ ਵੱਲੋਂ
वैल्यू फिक्स होगी आक्यूपेंसी टेनेंसी दी ਵੀ ਇੰਨੇ ਪੈਸੇ ਦੀ ਵੈਲਿਊ ਬਣਦੀ ਹੈ ਤੇਰੀ ਇਹ ਤਾਂ ਜੇ ਲੈਂਡਲॉर्ड ਉਹ ਅਮਾਉਂਟ ਤਹਿਸੀਲਦਾਰ ਦੀ ਕੋਰਟ ਦੇ ਵਿੱਚ ਜਮ੍ਹਾਂ ਕਰਾ ਦੇਗਾ ਤਾਂ ਜਿਹੜੇ ਹੈਗੇ ਨੇ ਆਕੂਪੈਂਸੀ ਟੈਨੈਂਟਸ ਦੇ ਜਿਹੜੇ ਰਾਈਟਸ ਨੇ ਇਟ ਮੀਨਸ ਉਹਨੇ ਪਰਚੇਜ ਕਰ ਲਏ ਲੈਂਡਲॉर्ड ਨੇ ਤਾਂ ਉੱਥੇ ਫਿਰ ਜਿਹੜੇ ਆਕੂਪੈਂਸੀ ਟੈਨੈਂਟ ਹੈ ਉਹਦੇ ਜਿਹੜੇ ਰਾਈਟਸ ਨੇ ਉਹ ਖਤਮ ਹੋ ਜਾਣਗੇ। ਸਬਸੈਕਸ਼ਨ 6 'ਚ ਕੀ ਹੈ ਗਿਆ ਔਨ ਦਾ ਵੈਲਿਊ ਬੀਇੰਗ ਸੋ ਪੇਡ the right of occupancy shall be extinct and the revenue officer shall on the application of the landlord put the landlord in possession of the tenancy। जो landlord ने payment जमा करा दी ਤਾਂ ਜਿਹੜਾ tenant ਹੈ ਉਹ ਖਤਮ ਹੋ ਗਿਆ ਠੀਕ ਹੈ ਤਾਂ landlord ਨੂੰ ਜਿਹੜਾ ਹੈਗਾ ਕਬਜ਼ਾ ਦਿੱਤਾ ਜਾਵੇਗਾ ਯਾਨੀ ਕਿ occupancy ਜਿਹੜੇ ਰਾਈਟਸ ਨੇ ਉਹਨੇ ਪਰਚੇਜ ਕਰ ਲਏ। ਇਟ ਮੀਨਸ landlord ਆਪੇ ਮਾਲਕ ਬਣ ਗਿਆ ਆਪੇ ਉਹ tenant ਸੀ ਦੂਜਾ tenant ਸੀ tenants ਦੇ ਰਾਈਟਸ ਪਰਚੇਜ ਕਰ ਲਏ। if the right of occupancy was already mortgaged ਇੱਥੇ ਕਿਹਾ ਗਿਆ ਵੀ ਜੇ ਰਾਈਟ ਆਫ ਆਕੂਪੈਂਸੀ ਉਸਨੇ ਪਹਿਲਾਂ ਹੀ ਕੋਈ ਲੋਨ ਲਿਆ ਹੋਇਆ ਕਿ ਪਹਿਲਾਂ ਹੀ ਕਿਸੇ ਨੂੰ ਮੌਰਗੇਜ ਕੀਤੀ ਗਈ ਹੈ ਠੀਕ ਹੈ ਤਾਂ ਜੇ ਮੌਰਗੇਜ ਕੀਤੀ ਗਈ ਤਾਂ ਉਨੀ ਅਮਾਉਂਟ ਜਿਹੜੀ ਹੈਗੀ ਹੈ ਮੌਰਗੇਜ ਦੀ ਅਮਾਉਂਟ ਜਿਹੜੀ ਉਹ ਜੋ ਕੱਟੀ ਜਾਏਗੀ ਮੌਰਗੇਜ ਦੀ ਅਮਾਉਂਟ ਕੱਟ ਕੇ ਬਾਕੀ ਜਿਹੜੀ ਪੇਮੈਂਟ ਹੈ ਹੈਗੀ ਆ ਉਹ ਟੈਨੈਂਟ ਨੂੰ ਦਿੱਤੀ ਜਾਵੇਗੀ। ਆਲਰੇਡੀ ਮੌਰਗੇਜ ਦਾ ਟੈਨੈਂਸੀ ਸ਼ੈਲ ਪਾਸ ਟੂ ਦਾ ਲੈਂਡਲॉर्ड ਅਨਇਨਕੰਬਰਡ ਮਤਲਬ ਕਿ ਭਾਰ ਮੁਕਤ ਜਿਹੜੀ ਪ੍ਰਾਪਰਟੀ ਉਹਦੇ ਕੋਲੇ ਜਾਏਗੀ ਲੈਂਡਲॉर्ड ਕੋਲੇ ਤਾਂ ਜਿਹੜੀ ਜੇ ਮੌਰਗੇਜ ਮਨੀ ਕੋਈ ਲਈ ਵੀ ਹੈ ਟੈਨੈਂਟ ਨੇ ਕਿਸੇ ਹੋਰ ਵਿਅਕਤੀ ਤੋਂ ਲਈ ਵੀ ਹੈ ਤਾਂ ਉਹਦੀ ਜ਼ਿੰਮੇਵਾਰੀ ਪੇ ਕਰਨ ਦੀ ਉਹਦੀ ਬਣੇਗੀ ਤਾਂ ਜਿਹੜੀ ਪੇਮੈਂਟ ਲੈਂਡਲॉर्ड ਨੇ ਪੇ ਕਰਨੀ ਹੈ ਤਾਂ ਉਸ ਪੇਮੈਂਟ ਦੇ ਵਿੱਚੋਂ ਕੁਝ ਪੈਸਾ ਜਿਹੜਾ ਉਹਨੇ ਮੌਰਗੇਜ ਦੇ ਰੂਪ ਚ ਲਿਆ ਹੋਇਆ ਹੈਗਾ ਟੈਨੈਂਟ ਨੇ ਉਸ ਥਰਡ ਪਰਸਨ ਜਿਹੜਾ ਤੀਜਾ ਮੌਰਗੇਜੀ ਹੈਗਾ ਉਹਨੂੰ ਪੇ ਕਰ ਦਿੱਤਾ ਜਾਵੇਗਾ। ਸਰ ਹੈਲੋ ਹਾਂਜੀ ਸਰ 6 ਨੰਬਰ ਚ ਤੁਸੀਂ ਕਿਹਾ ਜੀ ਕਿ ਲੈਂਡਲॉर्ड ਕੋਲ ਮਤਲਬ ਇਹ ਆ ਜੂਗੀ ਇਹਦੇ ਵਿੱਚ ਫਿਰ ਮਤਲਬ ਖੁਦ ਕਾਸਟ ਹੋ ਜੂਗਾ ਜੀ ਉਹ ਬਿਲਕੁਲ ਖੁਦਕਾਸ਼ਤ ਹੋ ਗਿਆ ਲੈਂਡਲॉर्ड ਸੀ ਮਾਲਕ ਸੀਗਾ ਉਹਦੀ ਪ੍ਰਾਪਰਟੀ ਆਕੂਪੈਂਸੀ ਟੈਨੈਂਟ ਦੇ ਕੋਲੇ ਪਾਸ ਹੈਗੀ ਸੀ ਟੈਨੈਂਟ ਆਕੂਪੈਂਸੀ ਟੈਨੈਂਟ ਆਪਦੇ ਰਾਈਟਸ ਜਿਹੜੇ ਹੈਗੇ ਉਹ ਲੈਂਡਲॉर्ड ਨੂੰ ਸੇਲ ਕਰ ਗਿਆ ਤਾਂ ਆਕੂਪੈਂਸੀ ਖਤਮ ਹੋ ਗਈ ਟੈਨੈਂਸੀ ਖਤਮ ਹੋ ਗਈ ਲੈਂਡਲॉर्ड ਖੁਦ ਮਾਲਕ ਬਣ ਗਿਆ ਖੁਦ ਕਾਸ਼ਤਕਾਰ ਬਣ ਗਿਆ ਕਬਜ਼ਾ ਉਹਦਾ ਹੋ ਗਿਆ ਜੀ ਥੈਂਕ ਯੂ ਸਰ ਹਾਂ ਕਬਜ਼ਾ ਉਹਦਾ ਹੋ ਗਿਆ। 7th ਦੇ ਵਿੱਚ ਆਪਾਂ ਪੜ੍ਹ ਰਹੇ ਸੀਗੇ ਆਲਰੇਡੀ ਮੌਰਗੇਜ ਦਾ ਟੈਨੈਂਸੀ ਸ਼ੈਲ ਬੀ ਪਾਸ ਟੂ ਦਾ ਲੈਂਡਲॉर्ड ਅਨਇਨਕੰਬਰਡ ਬਾਈ ਦਾ ਮੌਰਗੇਜ but the mortgage debt shall be charged on the purchase money ਜਿਹੜੀ mortgage ਦੀ ਜਿਹੜੀ ਅਮਾਉਂਟ ਹੈਗੀ ਹੈ ਉਹ ਥਰਡ ਪਰਸਨ ਨੂੰ ਜਿਹੜੀ ਅਮਾਉਂਟ ਫਿਕਸ ਕਰ ਦਿੱਤੀ ਰੈਵਨਿਊ ਆਫੀਸਰ ਨੇ ਉਹ ਜਿਹੜੀ ਅਮਾਉਂਟ ਲੈਂਡਲॉर्ड ਨੇ ਦੇਣੀ ਹੈ ਉਹਦੇ ਵਿੱਚੋਂ ਟੈਨੈਂਟ ਨੂੰ ਜਿਹੜੀ ਅਮਾਉਂਟ ਦੇਣੀ ਹੈ ਟੈਨੈਂਟ ਦੇ ਵਿੱਚੋਂ ਕੁਝ ਅਮਾਉਂਟ ਕੱਟ ਕੇ ਥਰਡ ਪਰਸਨ ਨੂੰ ਦਿੱਤੀ ਜਾਵੇਗੀ ਇਸ ਕਰਕੇ ਜਿਹੜੀ ਉਹ ਭਾਰ ਮੁਕਤ ਹੋ ਜਾਏਗੀ ਫਿਰ ਪ੍ਰਾਪਰਟੀ ਠੀਕ ਹੈ ਜੀ। if there is no such charge as aforesaid the revenue officer shall subject to directions ਪੇ ਦਾ ਪਰਚੇਜ ਮਨੀ ਟੂ ਦਾ ਟੈਨੈਂਟ ਜੇ ਕੋਈ ਚਾਰਜ ਚੂਰਜ ਵਗੈਰਾ ਨਹੀਂ ਹੈਗਾ ਮੌਰਗੇਜ ਜਿਹੜਾ ਟੈਨੈਂਟ ਹੈ ਉਸਨੇ ਕੋਈ ਲੋਨ ਵਗੈਰਾ ਨਹੀਂ ਲਿਆ ਹੋਇਆ ਹੈਗਾ ਤਾਂ ਸਾਰੀ ਜਿਹੜੀ ਅਮਾਉਂਟ ਹੈਗੀ ਹੈ ਉਹ ਟੈਨੈਂਟ ਨੂੰ ਪੇ ਕਰ ਦਿੱਤੀ ਜਾਵੇਗੀ ਠੀਕ ਹੈ ਜੀ। if there is such a charge the revenue officer shall subject as aforesaid either apply in the discharge mortgage debt so much of the purpose money for the purpose and pay the balance ਜੇਕਰ ਚਾਰਜ ਹੈਗਾ ਸੀਗਾ ਤਾਂ ਜਿਹੜੀ ਬਾਕੀ ਦੀ ਜਿਹੜੀ ਮੌਰਗੇਜ ਦੀ ਅਮਾਉਂਟ ਕੱਟ ਕੇ ਬਾਕੀ ਅਮਾਉਂਟ ਜਿਹੜੀ ਹੈਗੀ ਹੈ ਉਹ ਪਰਚੇਜ ਮਨੀ ਦੇ ਵਿੱਚੋਂ ਬਾਕੀ ਅਮਾਉਂਟ ਕੱਟ ਕੇ ਜਿਹੜੀ ਮੌਰਗੇਜ ਦੀ ਅਮਾਉਂਟ ਸੀਗੀ ਉਹ ਕੱਟ ਕੇ ਬਾਕੀ ਜਿਹੜੀ ਅਮਾਉਂਟ ਹੈਗੀ ਆ ਉਹ ਟੈਨੈਂਟ ਨੂੰ ਦਿੱਤੀ ਜਾਵੇਗੀ ਜਾਂ ਜੇ ਕੋਈ ਦਾਵਾ ਕੋਰਟ ਚੱਲਦਾ ਹੈਗਾ ਤਾਂ ਉਹਨੇ ਦੇਰ ਤੱਕ ਉਹ ਜਿਹੜੀ ਹੈਗੀ ਹੈ ਅਮਾਉਂਟ ਹੈ ਪੈਂਡਿੰਗ ਰੱਖੀ ਜਾ ਸਕਦੀ ਹੈ ਅਪ ਟੂ ਦਾ ਡਿਸੀਜਨ ਆਫ ਦਾ ਸਿਵਲ ਕੋਰਟ ਐਜ਼ ਟੂ ਦਾ ਪਰਸਨ ਔਰ ਪਰਸਨਸ ਐਂਟਾਈਟਲਡ ਦੇਅਰ ਟੂ ਵੀ ਜਿਹੜੀ ਮਨੀ ਬਚ ਗਈ ਉਹਦੇ ਸੰਬੰਧ 'ਚ ਕੋਈ ਡਿਸਪਿਊਟ ਕ੍ਰੀਏਟ ਹੋ ਜਾਂਦਾ ਹੈ ਠੀਕ ਹੈ ਕਿਸੇ ਟੈਨੈਂਟ ਦੇ ਜਿਹੜੇ ਵਾਰਸ ਨੇ ਉਹਨਾਂ 'ਚ ਡਿਸਪਿਊਟ ਕ੍ਰੀਏਟ ਹੋ ਜਾਂਦਾ ਕੋਈ ਹੋਰ ਰੀਜ਼ਨ ਹੁੰਦਾ ਜਾਂ ਮੌਰਗੇਜੀ ਦਾ ਤੇ ਟੈਨੈਂਟ ਦਾ ਆਪਸੀ ਕੋਈ ਡਿਸਪਿਊਟ ਹੈਗਾ ਜਦੋਂ ਉਹਨਾਂ ਦਾ ਮਤਲਬ ਫੈਸਲਾ ਹੋ ਗਿਆ ਤਾਂ ਫਿਰ ਕੋਰਟ ਦੇ ਫੈਸਲੇ ਤੋਂ ਬਾਅਦ ਜਿਹੜੀ ਹੈਗੀ ਆ ਬਾਕੀ ਅਮਾਉਂਟ ਜਿਹੜੀ ਆ ਦੇ ਦਿੱਤੀ ਜਾਵੇਗੀ। ਸਬਸੈਕਸ਼ਨ 10 'ਚ ਕਿਹਾ ਗਿਆ ਵੇਅਰ देयर ਆਰ ਸੈਵਰਲ ਲੈਂਡਲॉर्ड्स ਆਫ ਅ ਟੈਨੈਂਸੀ ਐਨੀ ਵਨ ਆਫ them may be deemed to be a landlord for the purpose of this section ਜੇ ਲੈਂਡਲॉर्ड ਕਈ ਸ਼ੇਅਰ ਹੋਲਡਰ ਹੈਗੇ ਨੇ ਤਾਂ ਕਿਸੇ ਇੱਕ ਦੇ ਨਾਲ ਵੀ ਜਾਂ ਬੈਠ ਕੇ ਸਮਝੌਤਾ ਕੀਤਾ ਜਾਂਦਾ ਹੈ ਬਾਕੀ ਦੀ ਜ਼ਿੰਮੇਵਾਰੀ ਸਾਰੀ ਉਹਦੀ ਹੋਏਗੀ। सबसेक्शन 11 ਚ ਕੀ ਕਿਹਾ ਗਿਆ ਹੈ नो सूट और अदर प्रोसीडिंग शैल बी इंस्टीट्यूटेड अगेंस्ट द गवर्नमेंट ਜੇ ਸਰਕਾਰ ਨੇ ਕਿਸੇ ਰੈਵਨਿਊ ਅਧਿਕਾਰੀ ਨੇ ਤਹਿਸੀਲਦਾਰ ਨੇ ਕੋਈ ਇਹ ਜਿਹੜੀ ਕਾਰਵਾਈ ਸਾਰੀ ਕੀਤੀ ਹੈ ਸੈਕਸ਼ਨ ਨੰਬਰ 1 ਤੋਂ ਲੈ ਕੇ 10 ਤੱਕ ਦੀ ਠੀਕ ਹੈ ਜੇ ਕੋਈ ਟੈਨੈਂਟ ਜਾਂ ਕੋਈ ਲੈਂਡਲॉर्ड ਕਹੇ ਵੀ ਨਹੀਂ ਮੇਰੇ ਨਾਲ ਤਾਂ ਜੀ ਆਇਆ ਹੋਇਆ ਗਲਤ ਹੋਇਆ ਇਹ ਹੋਇਆ ਉਹ ਹੋਇਆ ਤਾਂ ਰੈਵਨਿਊ ਆਫੀਸਰ ਦੇ ਖਿਲਾਫ ਜਾਂ ਰੈਵਨਿਊ ਦੇ ਕਿਸੇ EMPLOYE ਦੇ ਖਿਲਾਫ ਕੋਈ ਵੀ ਕਿਸੇ ਤਰ੍ਹਾਂ ਦੀ ਜਿਹੜੀ ਕਾਰਵਾਈ ਹੈਗੀ ਹੈ ਨਹੀਂ ਕੀਤੀ ਜਾ ਸਕਦੀ ਇਹਦੇ ਵਿੱਚ ਪ੍ਰੋਟੈਕਸ਼ਨ ਦਿੱਤੀ ਗਈ ਹੈ ਰੈਵਨਿਊ ਅਧਿਕਾਰੀਆਂ ਨੂੰ ਸਬਸੈਕਸ਼ਨ 11 ਦੇ ਵਿੱਚ। ਪਰ ਜੇਕਰ ਕੋਈ
ਟੇਨੈਂਟ ਜੇ ਜਾਂ ਕੋਈ ਲੈਂਡਲॉर्ड ਜਾਂ ਕੋਈ ਟੇਨੈਂਟ ਕਹਿੰਦਾ ਵੀ ਜਿਹੜੀ ਅਮਾਉਂਟ ਹੈ ਗਲਤ ਵਿਅਕਤੀ ਕੋਲ ਚਲੀ ਗਈ। ਮੰਨ ਲਓ ਲੈਂਡਲॉर्ड ਜਿਹੜਾ ਹੈਗੇ ਸੀ ਉਹ 3-4 ਲੈਂਡਲॉर्ड ਸੀ, ਇੱਕ ਜਿਹੜਾ ਲੈਂਡਲॉर्ड ਹੈ ਉਹੀ ਪੈਸੇ ਲੈ ਗਿਆ ਜਾਂ ਇੱਕ ਨੂੰ ਪੇਮੈਂਟ ਦੇਣ ਤੋਂ ਰਹਿ ਗਈ। ਲੈਂਡਲॉर्ड ਸੌਰੀ ਟੇਨੈਂਟ ਦੇ ਕੋਈ ਵਾਰਸ ਹੈਗੇ ਸੀਗੇ, ਇੱਕ ਨੂੰ ਪੇਮੈਂਟ ਦੇਣ ਤੋਂ ਰਹਿ ਗਈ, ਕੋਈ ਐਸਾ ਕਾਰਨ ਬਣਿਆ ਜਾਂ ਟੇਨੈਂਟ ਕਹਿੰਦੇ ਨੇ ਵੀ ਗਲਤ ਬੰਦਾ ਪੈਸੇ ਲੈ ਗਿਆ, ਤਾਂ ਉਹ ਆਪਸ ਦੇ ਵਿੱਚ ਤਾਂ ਦਾਵਾ ਕਰ ਸਕਦੇ ਨੇ, ਠੀਕ ਹੈ, ਪਰ ਰੈਵਨਿਊ ਆਫਿਸਰ ਦੇ ਅਗੇਂਸਟ ਕੋਈ ਦਾਵਾ ਨਹੀਂ ਦਾਇਰ ਕੀਤਾ ਜਾ ਸਕਦਾ। ਇਹ ਸਬਸੈਕਸ਼ਨ 53 ਦਾ ਸਬਸੈਕਸ਼ਨ 11 ਹੈਗਾ। ਨੈਕਸਟ ਪੜਾਂਗੇ ਅਸੀਂ ਸੈਕਸ਼ਨ 54 ਪ੍ਰੋਸੀਜਰ ਔਨ ਫੋਰਕਲੋਜ਼ਰ ਆਫ ਮੌਰਗੇਜ ਆਫ ਰਾਈਟ ਆਫ ਆਕੂਪੈਂਸੀ ਅੰਡਰ ਸੈਕਸ਼ਨ 5। ਫੋਰਕਲੋਜ਼ਰ ਕੀ ਹੁੰਦੀ ਹੈ? ਫੋਰਕਲੋਜ਼ਰ ਹੁੰਦੀ ਹੈ ਜਿਵੇਂ ਕੋਈ ਮੌਰਗੇਜ ਹੈਗੀ ਆ ਉਸ ਨੂੰ ਖਤਮ ਕਰਨਾ। ਕੋਈ ਵਿਅਕਤੀ ਹੈ ਉਹੀ ਮੌਰਗੇਜੀ ਹੈ, ਉਹੀ ਆਕੂਪੈਂਸੀ ਟੇਨੈਂਟ ਹੈ, ਠੀਕ ਹੈ। ਜਿਹੜਾ ਟੇਨੈਂਟ ਹੈ ਉਹਦੇ ਕੋਲ ਰਾਈਟ ਆਫ ਆਕੂਪੈਂਸੀ ਵੀ ਹੈਗੇ ਆ, ਉਹਦੇ ਕੋਲੇ ਮੌਰਗੇਜ ਵੀ ਹੈਗੀ ਹੈ, ਉਹੀ ਪ੍ਰਾਪਰਟੀ ਮਾਲਕ ਦੀ। ਹੁਣ ਮੌਰਗੇਜ ਰਾਈਟਸ ਕੀ ਕਹਿ ਰਹੇ ਨੇ? ਮੌਰਗੇਜ ਦੇ ਤਹਿਤ ਮਤਲਬ ਕਿ ਕੋਈ ਪੈਸੇ ਦਾ ਲੈਣ ਦੇਣ ਹੈਗਾ। Procedure on foreclosure of mortgage of right of occupancy under section 5 where a mortgagee of a right of occupancy under section 5 proposes to foreclose his mortgage। ਜਿਹੜਾ ਆਕੂਪੈਂਸੀ ਟੇਨੈਂਟ ਹੈ ਉਹ ਖਤਮ ਕਰਨਾ ਚਾਹੁੰਦਾ ਹੈ ਮੌਰਗੇਜੀ ਦੇ ਰਾਈਟਸ, ਮੇਰੀ ਪ੍ਰਾਪਰਟੀ ਜਿਹੜੀ ਹੈਗੀ ਹੈ ਮੌਰਗੇਜੀ ਖਤਮ ਹੋ ਜਾਵੇ, ਠੀਕ ਹੈ। ਅਦਰਵਾਈਜ਼ ਇਨਫੋਰਸ ਇਜ਼ ਲੀਅਨ ਔਨ ਦਾ ਲੈਂਡ ਸਬਜੈਕਟ ਟੂ ਦਾ ਰਾਈਟ ਦਾ ਪ੍ਰੋਵੀਜ਼ਨਸ ਆਫ ਦਾ ਲਾਸਟ ਫੋਰਗੇਜ। ਤਾਂ ਜਿਹੜੀਆਂ ਪ੍ਰੋਵੀਜ਼ਨਸ ਅਸੀਂ ਪਿੱਛੇ ਪੜ੍ਹ ਕੇ ਹਟਿਆ ਤਾਂ ਉਹਦੀ ਵੈਲਿਊ ਫਿਕਸ ਕੀਤੀ ਜਾਵੇਗੀ। ਵੈਲਿਊ ਫਿਕਸ ਕਰਕੇ ਜਿਹੜੀ ਮੌਰਗੇਜ ਦੀ ਅਮਾਉਂਟ ਹੈਗੀ ਹੈ ਉਹ ਲੈਂਡਲॉर्ड ਪੇ ਕਰੇਗਾ। ਲੈਂਡਲॉर्ड ਨੇ ਪੇਮੈਂਟ ਲੈਣੀ ਸੀਗੀ, ਲੈਂਡਲॉर्ड ਨੇ ਪੇਮੈਂਟ ਲੈ ਕੇ ਹੀ ਮੌਰਗੇਜ ਕੀਤੀ ਹੋਈ ਸੀ ਪ੍ਰਾਪਰਟੀ ਟੇਨੈਂਟ ਨੂੰ, ਠੀਕ ਹੈ ਜੀ। ਜੇਕਰ ਮਾਲਕ ਹੀ ਹੁਣ ਆਪਣੀ ਉਹ ਪ੍ਰਾਪਰਟੀ ਵਾਪਸ ਲੈਣਾ ਚਾਹੁੰਦਾ ਹੋਵੇ ਤਾਂ ਫੋਰਕਲੋਜ਼ਰ ਦੀ ਜਿਹੜੀ ਮੌਰਗੇਜ ਦੀ ਜਿਹੜੀ ਅਮਾਉਂਟ ਹੈਗੀ ਹੈ ਉਹ ਪੇ ਕਰਕੇ ਤੇ ਜਿਹੜੀ ਪ੍ਰਾਪਰਟੀ ਹੈਗੀ ਹੈ ਉਸ ਨੂੰ ਖਤਮ ਕਰਕੇ ਉਹਦੀ ਜਿਹੜੀ ਮੌਰਗੇਜ ਹੈ ਖਤਮ, ਉਹਨੂੰ ਬੰਦ ਕੀਤਾ ਜਾ ਸਕਦਾ ਹੈ। ਮੌਰਗੇਜ ਦੀ ਜਿਹੜੀ ਹੈਗੀ ਕਲੌਜ਼ ਹੈਗੀ ਆ ਉਸ ਨੂੰ ਬੰਦ ਕਰਕੇ ਜਿਹੜਾ ਆਕੂਪੈਂਸੀ ਟੇਨੈਂਟ ਹੈ ਉਹ ਆਪਣੇ ਜਿਹੜੇ ਰਾਈਟਸ ਨੇ ਉਹ ਟ੍ਰਾਂਸਫਰ ਕਰ ਸਕਦਾ, ਇੱਧਰ ਉੱਧਰ ਕਰ ਸਕਦਾ ਹੈ ਤੇ ਲੈਂਡਲॉर्ड ਵੀ ਪਰਚੇਜ ਕਰ ਸਕਦਾ ਪ੍ਰਾਪਰਟੀ ਨੂੰ। ਇਹ ਸੈਕਸ਼ਨ 54 ਕਿਹਾ ਹੈ ਵੀ ਜਿਹੜੀ ਮੌਰਗੇਜ ਨੂੰ ਫੋਰਕਲੋਜ਼ ਕਿਵੇਂ ਕੀਤਾ ਜਾ ਸਕਦਾ ਹੈ, ਯਾਨੀ ਕਿ ਜਿਹੜੀ ਅਮਾਉਂਟ ਹੈ ਉਹਦੀ ਐਡਜਸਟਮੈਂਟ ਕੀਤੀ ਜਾਵੇਗੀ। ਜਿਹੜਾ ਮਾਲਕ ਹੈਗਾ ਜਿਵੇਂ ਪ੍ਰਾਪਰਟੀ ਟ੍ਰਾਂਸਫਰ ਕਰਾਣੀ ਹੈ ਮਾਲਕ ਨੇ, ਜਦੋਂ ਜਿਹੜਾ ਟੇਨੈਂਟ ਸੀ ਪ੍ਰਾਪਰਟੀ ਸੇਲ ਕਰਨਾ ਚਾਹੁੰਦਾ ਸੀਗਾ ਤਾਂ ਟੇਨੈਂਟ ਮਾਲਕ ਕਹਿੰਦਾ ਲਓ ਮੈਂ ਪੈਸੇ ਦਿੰਦਾ, ਪ੍ਰਾਪਰਟੀ ਮੇਰੀ ਹੋਏਗੀ ਸਭ ਤੋਂ ਪਹਿਲਾਂ। ਇਸ ਕਰਕੇ ਜਿਹੜਾ ਲੈਂਡਲॉर्ड ਹੈਗਾ ਉਹਦਾ ਫਸਟ ਰਾਈਟ ਬਣ ਜਾਂਦਾ ਹੈ ਪ੍ਰਾਪਰਟੀ ਆਕਸ਼ਨ ਦੀ ਸੇਲ ਕਰਨ ਤੋਂ ਪਹਿਲਾਂ। ਜਿਹੜਾ ਲੈਂਡਲॉर्ड ਹੈ ਜੇ ਉਹ ਅਮਾਉਂਟ ਲੈਂਡਲॉर्ड ਪੇ ਕਰ ਦੇਵੇ ਤਾਂ ਜਿਹੜਾ ਲੈਂਡਲॉर्ड ਹੈ ਪ੍ਰਾਪਰਟੀ ਪਰਚੇਜ ਕਰ ਸਕਦਾ ਹੈਗਾ। ਇਸ ਕਰਕੇ ਜਿਹੜਾ ਮੌਰਗੇਜ ਅਮਾਉਂਟ ਹੈਗੀ ਹੈ ਜੇ ਉਹ ਪੇ ਕਰ ਦੇਗਾ, ਰਾਈਟ ਆਫ ਆਕੂਪੈਂਸੀ ਪੇ ਕਰ ਦੇਗਾ ਤਾਂ ਜਿਹੜਾ ਹੈਗਾ ਉਹਦੀ ਓਨਰਸ਼ਿਪ ਬਣ ਜਾਏਗੀ ਲੈਂਡਲॉर्ड ਦੀ। Then is section 55 sale of right of occupancy under section 5 in execution of decree। ਕੋਈ ਡਿਗਰੀ ਪਾਸ ਹੋਈ ਵੀ ਹੈ, ਅਦਰਵਾਈਜ਼ ਜਿਵੇਂ ਅਸੀਂ ਕਹਿੰਦੇ ਆ, ਅਸੀਂ ਪਿੱਛੇ ਪੜ੍ਹ ਕੇ ਗਏ ਆ ਵੀ ਕਿਸੇ ਡਿਗਰੀ ਤੋਂ ਬਗੈਰ, ਕਿਸੇ ਕੋਰਟ ਦੇ ਆਰਡਰ ਤੋਂ ਬਗੈਰ ਕਿਸੇ ਆਕੂਪੈਂਸੀ ਟੇਨੈਂਟ ਤੋਂ ਕਬਜ਼ਾ ਨਹੀਂ ਲਿਆ ਜਾ ਸਕਦਾ, ਠੀਕ ਹੈ। ਕੋਈ ਡਿਗਰੀ ਪਾਸ ਹੋ ਗਈ ਆਕੂਪੈਂਸੀ ਰਾਈਟ ਦੇ ਆਕੂਪੈਂਸੀ ਟੇਨੈਂਟ ਦੇ ਖਿਲਾਫ, ਇਹ ਰਾਈਟ ਆਫ ਆਕੂਪੈਂਸੀ ਅੰਡਰ ਸੈਕਸ਼ਨ 5 may be sold in execution। ਆਕੂਪੈਂਸੀ ਟੇਨੈਂਟ ਦੇ ਖਿਲਾਫ ਕੋਈ ਏਰੀਅਰ ਦੀ ਡਿਗਰੀ ਪਾਸ ਹੋਈ ਵੀ ਸੀਗੀ, ਉਹਨੇ ਏਰੀਅਰ ਦੀ ਅਮਾਉਂਟ ਜਮ੍ਹਾਂ ਨਹੀਂ ਕਰਵਾਈ ਹੈਗੀ, ਇਸ ਕਰਕੇ ਫਿਰ ਉਹਦੀ ਡਿਗਰੀ ਜਿਹੜੀ ਹੈਗੀ ਹੈ ਉਹ ਪ੍ਰੋਪਰਟੀ ਸੇਲ ਕੀਤੀ ਜਾ ਸਕਦੀ ਹੈ ਇਨ ਐਗਜੀਕਿਊਸ਼ਨ ਆਫ ਏ ਡਿਗਰੀ। ਔਰ ਆਰਡਰ ਕੋਈ ਕੋਰਟ ਦਾ ਆਰਡਰ ਹੈਗਾ, ਕੋਈ ਡਿਗਰੀ ਪਾਸ ਹੋਈ ਵੀ ਹੈ, ਉਹਦੇ ਤਹਿਤ ਜਿਹੜੀ ਹੈਗੀ ਆ ਆਕੂਪੈਂਸੀ ਟੇਨੈਂਟ ਦੀ ਜਿਹੜੀ ਪ੍ਰਾਪਰਟੀ ਹੈ ਉਹ ਸੇਲ ਕੀਤੀ ਜਾ ਸਕਦੀ ਹੈ। ਬਟ ਨੋਟਸ ਆਫ ਐਨ ਇੰਟੈਂਡਡ ਸੇਲ ਐਨੀ ਸੱਚ ਰਾਈਟ ਸ਼ੈਲ ਬੀ ਗਿਵਨ ਬਾਈ ਦਾ ਕੋਰਟ ਟੂ ਦਾ ਲੈਂਡਲॉर्ड। ਜਦੋਂ ਕੋਰਟ ਦੇਖੋ ਪਹਿਲਾਂ ਆਪਾਂ ਪੜ੍ਹ ਕੇ ਮੈਂ ਹੁਣੀ 2 ਮਿੰਟ ਪਹਿਲਾਂ ਗੱਲ ਦੱਸੀ ਤੁਹਾਨੂੰ, ਜਦੋਂ ਵੀ ਕੋਈ ਕੋਰਟ ਕਿਸੇ ਆਕੂਪੈਂਸੀ ਟੇਨੈਂਟ ਦੀ ਪ੍ਰਾਪਰਟੀ ਨੂੰ ਸੇਲ ਕਰਨਾ ਚਾਹੁੰਦੀ ਹੈ ਤਾਂ ਜਿਹੜਾ ਫਸਟ ਰਾਈਟ ਬਣ ਜਾਂਦਾ ਉਹ ਹੈਗਾ ਲੈਂਡਲॉर्ड ਦਾ। ਇਸ ਕਰਕੇ ਜਿਹੜੀ ਕੋਰਟ ਹੈਗੀ ਹੈ ਜੇ ਕੋਈ ਪ੍ਰਾਪਰਟੀ ਸੇਲ ਕਰਨੀ ਹੈ ਕਿਸੇ ਡਿਗਰੀ ਦੇ ਤਹਿਤ ਤਾਂ ਲੈਂਡਲॉर्ड ਨੂੰ ਪਹਿਲਾਂ ਨੋਟਿਸ ਦਿੱਤਾ ਜਾਵੇਗਾ। ਬਟ ਨੋਟਿਸ ਆਫ ਐਨ ਸਬ ਸੈਕਸ਼ਨ 2 ਚ ਕਿਹਾ ਹੈਗਾ 55 ਦੇ, ਬਟ ਨੋਟਿਸ ਆਫ ਐਨ ਇੰਟੈਂਡਡ ਸੇਲ ਵੀ ਸੇਲ ਕਰਨ ਦਾ ਇਰਾਦਾ ਹੈ ਕੋਰਟ ਦਾ, ਐਨੀ ਸੱਚ ਰਾਈਟ ਸ਼ੈਲ ਬੀ ਗਿਵਨ ਬਾਈ ਦਾ ਕੋਰਟ ਟੂ ਦਾ ਲੈਂਡਲॉर्ड ਐਂਡ ਇਫ at any time before the close of the day on which the sale ਜਿਸ ਦਿਨ ਸੇਲ ਕੀਤੀ ਜਾਣੀ ਹੈ ਕੋਰਟ ਵੱਲੋਂ, ਠੀਕ ਹੈ, ਸੇਲ ਟੇਕਸ ਪਲੇਸ ਦਾ ਲੈਂਡਲॉर्ड pays the court। ਜੇ ਲੈਂਡਲॉर्ड ਜਾ ਕੇ ਕੋਰਟ ਦੇ ਵਿੱਚ ਅਮਾਉਂਟ ਜਮ੍ਹਾਂ ਕਰਵਾ ਦੇਵੇ, ਜਾਂ ਤਾਂ ਕੋਰਟ 'ਚ ਅਮਾਉਂਟ ਜਮ੍ਹਾਂ ਕਰਵਾ ਦੇਵੇ ਪਹਿਲਾਂ ਹੀ ਸੇਲ ਹੋਣ ਤੋਂ ਪਹਿਲਾਂ, ਜਾਂ ਜੇਕਰ ਮੌਕੇ ਤੇ ਸੇਲ ਹੋ ਗਈ ਜਾਂ ਸੇਲ ਹੋ ਰਹੀ ਹੈ, ਸੇਲ
ਦੀ ਬਿਡ ਵੀ ਹੋ ਗਈ, ਬਿਡ ਆ ਗਈ, ਹਾਈਐਸਟ ਬਿਡ ਆ ਗਈ। ਹਾਈਐਸਟ ਜਿਹੜੀ ਬਿਡ ਸੀਗੀ ਕਿਸੇ ABC ਥਰਡ ਪਰਸਨ ਨੇ, ਕਿਸੇ ਨੇ ਬੋਲੀ ਦੇ ਕੇ ਉਹ ਜ਼ਮੀਨ ਪਰਚੇਜ਼ ਕਰ ਲਈ ਆਕਸ਼ਨ ਦੇ ਵਿੱਚ, ਤਾਂ ਫਿਰ ਵੀ ਜਿਹੜਾ ਫਸਟ ਰਾਈਟ ਹੈਗਾ, ਬੇਸ਼ੱਕ ਸੇਲ ਹੋ ਗਈ, ਬੇਸ਼ੱਕ ਆਕਸ਼ਨ ਹੋ ਵੀ ਗਈ, ਤਦ ਵੀ ਜਿਹੜਾ ਲੈਂਡਲॉर्ड ਹੈਗਾ ਉਹਦਾ ਫਸਟ ਰਾਈਟ ਹੈ ਉਹ 25% ਅਮਾਊਂਟ ਜਿਹੜੀ ਹਾਈਐਸਟ ਬਿਡ ਸੀਗੀ ਉਹਦੀ 25% ਅਮਾਊਂਟ ਦੇ ਕੇ ਉਹ ਆਪਣੇ ਆਪ ਨੂੰ ਜਿਹੜਾ ਮਾਲਕ ਹੈਗਾ ਉਹ ਡਿਕਲੇਅਰ ਕਰਵਾ ਸਕਦਾ ਹੈ, ਪਰਚੇਜ਼ ਕਰ ਸਕਦਾ ਉਸ ਰਾਈਟਸ ਨੂੰ। Next is section 56, transfer of right of occupancy under any other sections than section 5. A right of occupancy under any other section than section 5 shall not be attached or sold in execution of a decree or order of any court without the previous consent of the writing of the landlord. ਕਹਿੰਦੇ ਵੀ ਜੇ ਕੋਈ ਰਾਈਟਸ ਆਫ ਆਕੂਪੈਂਸੀ ਜਿਹੜੇ ਕੋਈ ਰਾਈਟ ਹੈਗੇ ਆ, ਨਾ ਉਹ ਅਟੈਚ ਕੀਤੇ ਜਾ ਸਕਦੇ ਨੇ, ਨਾ ਸੇਲ ਕੀਤੇ ਜਾ ਸਕਦੇ ਨੇ, ਜਦੋਂ ਤੱਕ ਜਿਹੜਾ ਲੈਂਡਲॉर्ड ਹੈਗਾ ਉਹਦੀ ਕੰਸੈਂਟ ਨਾ ਲਈ ਜਾਵੇ। ਜੇ ਲੈਂਡਲॉर्ड ਕਹਿੰਦਾ ਮੈਂ ਲੈਣ ਨੂੰ ਤਿਆਰ ਹਾਂ, ਠੀਕ ਹੈ, ਜੇ ਉਹ ਕਹਿੰਦੇ ਵੀ ਮੈਂ ਲੈਣ ਨੂੰ ਤਿਆਰ ਨਹੀਂ ਹੈਗਾ, ਤਦ ਹੀ ਜਿਹੜੀ ਅਟੈਚਮੈਂਟ ਜਾਂ ਸੇਲ ਕੀਤੀ ਜਾ ਸਕਦੀ ਹੈ, ਅਦਰਵਾਈਜ਼ ਨਹੀਂ ਕੀਤੀ ਜਾ ਸਕਦੀ। ਨੈਕਸਟ ਹੈ ਸੈਕਸ਼ਨ 57, ਰਾਈਟ ਐਂਡ ਲਾਇਬਿਲਿਟੀਜ਼ ਆਫ ਏ ਟ੍ਰਾਂਸਫਰੀ ਆਫ ਰਾਈਟ ਆਫ ਆਕੂਪੈਂਸੀ। ਜਿਹੜਾ ਟ੍ਰਾਂਸਫਰੀ ਹੋਏਗਾ, ਜਿਹਨੂੰ ਟ੍ਰਾਂਸਫਰ ਕਰ ਦਿੱਤੇ ਰਾਈਟਸ, ਆਕੂਪੈਂਸੀ ਟੈਨੈਂਟ ਨੇ ਆਪਣੀ ਪ੍ਰਾਪਰਟੀ ਟ੍ਰਾਂਸਫਰ ਕਰਤੀ, ਮੰਨ ਲਓ ਮਾਲਕ ਨੇ ਨਹੀਂ ਪਰਚੇਜ ਕੀਤੀ, ਮਾਲਕ ਕਹਿੰਦਾ ਵੀ ਤੂੰ ਜਿਹਨੂੰ ਦੇਣੀ ਹੈ ਦੇ, ਮੈਂ ਨਹੀਂ ਪਰਚੇਜ ਕਰਨੀ, ਠੀਕ ਹੈ, ਕਿਸੇ ਹੋਰ ਥਰਡ ਪਰਸਨ ਨੇ ਜਿਹੜੇ ਹੈਗੇ ਨੇ ਉਹ ਪ੍ਰਾਪਰਟੀ ਪਰਚੇਜ ਕਰ ਲਈ, ਰਾਈਟ ਆਫ ਆਕੂਪੈਂਸੀ ਪਰਚੇਜ ਕਰ ਲਏ। ਪ੍ਰਾਪਰਟੀ ਪਰਚੇਜ ਨਹੀਂ ਕਹਾਂਗੇ ਆਪਾਂ, ਪ੍ਰਾਪਰਟੀ ਸੇਲ ਪਰਚੇਜ ਤਾਂ ਜੇ ਮਾਲਕ ਕਰੇਗਾ ਤਦ ਹੋਏਗੀ। ਆਕੂਪੈਂਸੀ ਰਾਈਟ ਸੇਲ ਕਰ ਦਿੱਤੇ ਜਾਂ ਟ੍ਰਾਂਸਫਰ ਕਰਤੇ ਕਿਸੇ ਵੀ ਤਰੀਕੇ ਦੇ ਨਾਲ, ਤਾਂ ਜਿਹੜਾ ਟੈਨੈਂਟ ਬਣ ਗਿਆ, ਉਹ ਟੈਨੈਂਟ ਦੇ ਜਿਹੜਾ ਨਵਾਂ ਟੈਨੈਂਟ ਆ ਗਿਆ, ਠੀਕ ਹੈ, ਉਹਦੇ ਤੇ ਲੈਂਡਲॉर्ड ਦੇ ਜਿਹੜੇ ਸੇਮ ਰਾਈਟਸ ਬਣ ਜਾਣਗੇ, ਰਾਈਟਸ ਐਂਡ ਲਾਇਬਿਲਿਟੀਜ਼। ਰਾਈਟਸ ਐਂਡ ਲਾਇਬਿਲਿਟੀਜ਼, ਇੱਕ ਟੈਨੈਂਟ ਨਿਕਲ ਗਿਆ, ਦੂਜਾ ਟੈਨੈਂਟ ਆ ਗਿਆ, ਠੀਕ ਹੈ ਜੀ, ਤਾਂ ਮਾਲਕ ਜਿਹੜਾ ਲੈਂਡਲॉर्ड ਹੈਗਾ ਤੇ ਜਿਹੜਾ ਨਵਾਂ ਟੈਨੈਂਟ ਹੈਗਾ ਉਹਦੇ ਰਾਈਟਸ ਐਂਡ ਲਾਇਬਿਲਿਟੀਜ਼ ਸੇਮ ਹੋਣਗੀਆਂ ਜਿਹੜੀਆਂ ਪਹਿਲੇ ਦੀਆਂ ਸੀ। ਨੈਕਸਟ ਹੈ ਸੈਕਸ਼ਨ 58, ਸਬਲੈਟਿੰਗ। ਜਿਹੜਾ ਆਕੂਪੈਂਸੀ ਟੈਨੈਂਟ ਹੈ ਉਹ ਆਪਣੀ ਟੈਨੈਂਸੀ ਨੂੰ ਸਬਲੈਟ ਕਰ ਸਕਦਾ ਹੈ, ਪਰ ਇਹਦੇ ਵਿੱਚ ਟਰਮ ਦਿੱਤੀ ਗਈ ਹੈ 7 ਈਅਰ, ਟਰਮ ਨਾਟ ਐਕਸੀਡਿੰਗ 7 ਈਅਰ, 7 ਸਾਲ ਤੋਂ ਵੱਧ ਸਮੇਂ ਦੇ ਲਈ ਉਹ ਸਬਲੈਟ ਨਹੀਂ ਕਰ ਸਕਦਾ ਕਿਸੇ ਨੂੰ, ਜਿਹੜੇ ਅੱਗੇ ਦੀ ਅੱਗੇ ਵਾਹਨ ਦੇ ਲਈ ਕਿਸੇ ਨੂੰ ਦੇਣਾ ਆਕੂਪੈਂਸੀ ਟੈਨੈਂਟ ਵੱਲੋਂ। ਆਕੂਪੈਂਸੀ ਟੈਨੈਂਟ ਕੋਲ 40 ਕਿੱਲੇ ਸੀਗੇ, ਜੋ ਕਹੇ ਮੈਂ 10 ਕਿੱਲੇ ਅੱਗੇ ਕਿਸੇ ਨੂੰ ਹੋਰ ਨੂੰ ਦੇ ਦੇਣਾ, ਟੈਨੈਂਸੀ ਦੇ ਦੇਣਾ ਅੱਗੇ, ਠੀਕ ਹੈ, ਦੇ ਤਾਂ ਸਕਦਾ ਹੈ, ਪਰ ਉਹ 10-7 ਸਾਲ ਤੋਂ ਵੱਧ ਸਮੇਂ ਲਈ ਨਹੀਂ ਦੇ ਸਕਦਾ। ਫਿਰ ਕੀ ਇਹ ਪਰਸਨ ਟੂ ਹੋਮ ਲੈਂਡ, ਜਿਹੜੇ ਵਿਅਕਤੀ ਨੂੰ ਜਿਹੜੀ ਲੈਂਡ ਹੈਗੀ ਸਬਲੈਟ ਕੀਤੀ ਗਈ ਹੈ, ਆਲ ਦਾ ਲਾਇਬਿਲਿਟੀਜ਼ ਆਫ ਦਾ ਟੈਨੈਂਟ ਅੰਡਰ ਦਿਸ ਐਕਟ, ਉਹਦੀਆਂ ਵੀ ਜਿਹੜੀਆਂ ਲਾਇਬਿਲਿਟੀਜ਼ ਬਣ ਗਈਆਂ। ਜਿਹੜਾ ਨਵਾਂ ਟੈਨੈਂਟ ਆਇਆ ਹੈਗਾ ਜਿਹਨੂੰ ਸਬਲੈਟ ਹੋ ਕੇ ਜਿਹੜੀ ਪ੍ਰਾਪਰਟੀ ਗਈ ਹੈਗੀ ਹੈ, ਟੈਨੈਂਸੀ ਗਈ ਹੈਗੀ ਆ, ਉਹਦੀਆਂ ਵੀ ਲਾਇਬਿਲਿਟੀਜ਼ ਐਜ਼ ਪਰ ਦਾ ਲੈਂਡਲॉर्ड ਸੇਮ ਹੀ ਹੋਣਗੀਆਂ, ਜਿਵੇਂ ਜਿਹੜਾ ਓਰੀਜਨਲ ਟੈਨੈਂਟ ਹੈਗਾ ਉਹਦੀਆਂ ਲਾਇਬਿਲਿਟੀਜ਼ ਬਣਦੀਆਂ ਨੇ, ਉਹੀ ਲਾਇਬਿਲਿਟੀਜ਼ ਉਹਦੀਆਂ ਹੋ ਜਾਣਗੀਆਂ। ਫਿਰ ਹੈ ਸੈਕਸ਼ਨ 58A, ਟ੍ਰਾਂਸਫਰ ਆਫ ਰਾਈਟ ਆਫ ਆਕੂਪੈਂਸੀ ਅੰਡਰ ਐਨੀ ਸੈਕਸ਼ਨ ਆਫ ਦ ਐਕਟ ਬਾਈ ਐਕਸਚੇਂਜ। ਜਿਵੇਂ ਆਪਾਂ ਦੇਖਦੇ ਹਾਂ ਜਦੋਂ ਚੱਕਬੰਦੀ ਹੁੰਦੀ ਹੈ, ਚੱਕਬੰਦੀ ਦੇ ਦੌਰਾਨ ਕੀ ਹੁੰਦਾ, ਇੱਕ ਸੁਸਾਇਟੀ ਬਣਾਈ ਜਾਂਦੀ ਹੈ, ਕੋਆਪਰੇਟਿਵ ਸੁਸਾਇਟੀ ਜਿਹਨੂੰ ਕਹਿ ਦਿੰਦੇ ਆ, ਤਾਂ ਸਾਰੀ ਦੀ ਸਾਰੀ ਜਿਹੜੀ ਜ਼ਮੀਨ ਹੈਗੀ ਹੈ ਉਹ ਇਕੱਠੀ ਕਰ ਦਿੱਤੀ ਜਾਂਦੀ ਇੱਕ ਇੰਤਕਾਲ ਕਰਕੇ, ਠੀਕ ਹੈ। ਇਕੱਠੀ ਕਰਨ ਤੋਂ ਬਾਅਦ ਉਸ ਤੋਂ ਬਾਅਦ ਜਦੋਂ ਵੰਡ ਹੁੰਦੀ ਹੈ, ਤਕਸੀਮ ਕੰਸੋਲੀਡੇਸ਼ਨ ਚੱਕਬੰਦੀ ਹੋ ਗਈ, ਚੱਕਬੰਦੀ ਹੋਣ ਤੋਂ ਬਾਅਦ ਜਿਹੜੇ ਟੱਕ ਨੇ ਸਾਰੇ ਬਦਲ ਜਾਂਦੇ ਆ, ਠੀਕ ਹੈ। ਹੁਣ ਇੱਥੇ ਰਾਈਟ ਆਫ ਆਕੂਪੈਂਸੀ ਤੇ ਕੀ ਇਫੈਕਟ ਹੋਏਗਾ? ਮੰਨ ਲਓ ਰਾਈਟ ਆਫ ਆਕੂਪੈਂਸੀ ਕੋਲੇ ਕੋਈ ਕਿੱਲੇ ਹੋਰ ਸੀਗੇ, ਜਦੋਂ ਉਹ ਚੱਕਬੰਦੀ ਹੋਈ, ਉਸ ਲੈਂਡ ਦੀ ਚੱਕਬੰਦੀ ਹੋਣ ਤੋਂ ਬਾਅਦ ਉਹਦਾ ਏਰੀਆ ਸਾਰਾ ਬਦਲ ਗਿਆ, ਠੀਕ ਹੈ। ਇਹ ਸੈਕਸ਼ਨ 58 ਨਵਾਂ ਇਨਸਰਟ ਹੋਇਆ ਹੈ, ਇਹਦੇ ਵਿੱਚ ਇਹੀ ਕਿਹਾ ਗਿਆ ਹੈਗਾ ਵੀ ਐਨੀ ਟੈਨੈਂਟ ਵਿਦ ਦ ਰਾਈਟ ਆਫ ਆਕੂਪੈਂਸੀ ਮੇ ਵਿਦ ਦ ਕੰਸੈਂਟ ਆਫ ਦ ਲੈਂਡਲॉर्ड ਦੀ ਕੰਸੈਂਟ ਦੇ ਨਾਲ ਟ੍ਰਾਂਸਫਰ ਹਿਸ ਲੈਂਡ ਟੂ ਆਲ ਦ ਮੈਂਬਰਸ। ਜਿਹੜੀ ਕੋਆਪਰੇਟਿਵ ਸੁਸਾਇਟੀ ਦੇ ਜਿਹੜੇ ਮੈਂਬਰ ਹੋਣਗੇ, ਚੱਕਬੰਦੀ ਦੇ ਜਿਹੜੀ ਚੱਕਬੰਦੀ ਕਰਨ ਦੀ ਜਿਹੜੀ ਟੀਮ ਬਣਦੀ ਹੈ ਉਹਨੂੰ ਟ੍ਰਾਂਸਫਰ ਕਰ ਸਕਦਾ ਹੈ। ਸ਼ਰਤ ਇਹ ਹੈ ਵੀ ਉਸ ਜਿਹੜੀ ਪਿੰਡ ਹੈਗਾ ਉਸ ਪਿੰਡ ਦੇ ਵਿੱਚ ਉਹ ਲੈਂਡਲॉर्ड ਵੀ ਮੈਂਬਰ ਹੋਵੇ ਉਹਦਾ ਸੁਸਾਇਟੀ ਦੇ ਵਿੱਚ, ਤੇ ਜਿਹੜਾ ਟੈਨੈਂਟ ਹੈ ਉਹ ਵੀ ਮੈਂਬਰ ਹੋਵੇ। ਮਤਲਬ ਕਹਿਣ ਦਾ ਭਾਵ ਹੈ ਵੀ ਚੱਕਬੰਦੀ ਹੋਣ ਤੋਂ ਬਾਅਦ ਜੇ ਕੋਈ ਟੱਕ ਬਦਲ ਗਿਆ ਟੈਨੈਂਟ ਦਾ ਤਾਂ ਉਹਦੇ ਆਕੂਪੈਂਸੀ ਰਾਈਟਸ ਖਤਮ ਨਹੀਂ ਹੁੰਦੇ। ਇਹ ਸੈਕਸ਼ਨ ਦਾ ਮਤਲਬ ਇਹ ਹੈਗਾ। Notwithstanding anything contained is subject to same
ਰਾਈਟ ਆਫ ਆਕੂਪੈਂਸੀ ਐਟ ਦਾ ਲੈਂਡ ਗਿਵਨ ਫਾਰ ਇਨ ਇਟਸ, ਬੇਸ਼ੱਕ ਉਹਦੀ ਲੈਂਡ ਬਦਲ ਗਈ ਬੇਸ਼ੱਕ ਨਹੀਂ ਬਦਲ ਗਈ, ਜੇ ਲੈਂਡ ਬਦਲ ਗਈ ਤਾਂ ਵੀ ਜਿਹੜੇ ਰਾਈਟ ਆਫ ਆਕੂਪੈਂਸੀ ਹੈ ਉਹ ਸੇਮ ਰਹਿਣਗੇ, ਬੇਸ਼ੱਕ ਲੈਂਡ ਚੇਂਜ ਹੋ ਗਈ ਆਫਟਰ ਕੰਸੋਲੀਡੇਸ਼ਨ। ਨੈਕਸਟ ਹੈ ਸੈਕਸ਼ਨ 59 ਸਕਸੈਸ਼ਨ ਆ ਗਿਆ ਜੀ। ਸਕਸੈਸ਼ਨ ਆਕੂਪੈਂਸੀ ਜਿਹੜੇ ਰਾਈਟਸ ਹੈਗੇ, ਆਕੂਪੈਂਸੀ ਟੇਨੈਂਟਸ ਹੈਗੇ, ਇਹਨਾਂ ਦੀਆਂ ਵੀ ਵਿਰਾਸਤਾਂ ਹੁੰਦੀਆਂ ਨੇ, ਆਪਾਂ ਇਹ ਕਹਿ ਲਈਏ ਆਕੂਪੈਂਸੀ ਟੇਨੈਂਟ ਮਰ ਗਿਆ, ਉਹਦੀ ਡੈਥ ਹੋ ਗਈ, ਉਹਦੀ ਵਿਰਾਸਤ ਕਿਵੇਂ ਹੋਣੀ ਹੈ, ਇਹ ਜਿਹੜਾ ਸੈਕਸ਼ਨ 59 ਹੈ ਬਹੁਤ ਇੰਪੋਰਟੈਂਟ ਹੈਗਾ, ਠੀਕ ਹੈ। ਉਹਦੀ ਵਿਰਾਸਤ ਕਿਵੇਂ ਹੋਣੀ ਹੈ, ਸਬਸੈਕਸ਼ਨ 1 ਦੇ ਵਿੱਚ ਕੀ ਕਿਹਾ ਗਿਆ, ਸਬਸੈਕਸ਼ਨ 1 ਵੈਨ ਏ ਟੇਨੈਂਟ ਹੈਵਿੰਗ ਏ ਰਾਈਟ ਆਫ ਆਕੂਪੈਂਸੀ ਇਨ ਐਨੀ ਲੈਂਡ ਡਾਈਜ਼ ਦਾ ਰਾਈਟ ਸ਼ੈਲ ਡਿਵੋਲਵ, ਉਹਦੀ ਡੈਥ ਹੋ ਜਾਂਦੀ ਹੈ ਤਾਂ ਜਿਹੜੇ ਉਹਦੇ ਰਾਈਟ ਹੈਗੇ ਆ ਉਹ ਡਿਵੋਲਵ ਕਰਦੇ ਆ, ਕਿਵੇਂ ਕਰਦੇ ਆ, ਥੱਲੇ ਵੱਲ ਨੂੰ ਦੇਖਾਂਗੇ। ਪਹਿਲਾਂ ਏ ਕਲੌਜ਼ ਏ ਦੇ ਵਿੱਚ, ਕਲੌਜ਼ ਏ 'ਚ ਕੀ ਕਿਹਾ ਗਿਆ, ਮੇਲ ਲੀਨੀਅਲ ਡਿਸੈਂਡੈਂਟਸ, ਜਿਹੜਾ ਉਹਦਾ ਮੇਲ ਕੋਈ ਮੈਂਬਰ ਹੋਏਗਾ ਫੈਮਿਲੀ ਦਾ, ਉਹਦਾ ਪੁੱਤ ਹੋਏਗਾ, ਉਹਦਾ ਪੋਤਾ ਹੋਏਗਾ, ਉਹਦਾ ਪੜੋਤਾ ਹੋਏਗਾ, ਉਹਨੂੰ ਜਿਹੜੇ ਰਾਈਟ ਹੈਗੇ, ਪਹਿਲੀ ਕਲੌਜ਼ ਇਹ ਹੈਗੀ ਹੈ ਵੀ ਉਹਦੇ ਪੁੱਤ ਪੋਤੇ ਪੜੋਤੇ ਵਗੈਰਾ ਨੂੰ ਜਿਹੜੇ ਰਾਈਟਸ ਉਹਦੀ ਜਿਹੜੀ ਵਿਰਾਸਤ ਹੈਗੀ ਹੈ ਜਾਏਗੀ ਏ ਦੇ ਵਿੱਚ। ਬੀ ਕੈਟਾਗਰੀ 'ਚ ਕੀ ਹੈ, ਜੇ ਕੋਈ ਨਾ ਹੋਵੇ, ਨਾ ਪੁੱਤ ਹੋਵੇ, ਨਾ ਪੋਤਾ ਹੋਵੇ, ਨਾ ਪੜੋਤਾ ਹੋਵੇ, ਠੀਕ ਹੈ, ਤਾਂ ਉਹਦੀ ਜਿਹੜੀ ਵਿਡੋ ਹੈਗੀ ਹੈ ਕਲੌਜ਼ ਬੀ ਦੇ ਵਿੱਚ ਕੀ ਕਿਹਾ ਗਿਆ, ਸਿੰਪਲ ਸਮਝੀ ਜਾਓ ਬਸ ਤੁਸੀਂ, ਕਿਉਂਕਿ ਲਿਖਣ ਦਾ ਜਿਹੜਾ ਢੰਗ ਹੈਗਾ ਦਾ ਹੋਰ ਤਰੀਕੇ ਦਾ ਹੈਗਾ, ਆਪਾਂ ਨਹੀਂ ਆ ਜ਼ਿਆਦਾ ਬੱਲੇ ਪੈਂਦਾ। ਬੀ ਕੈਟਾਗਰੀ 'ਚ ਹੈਗਾ ਉਹਦੀ ਜਿਹੜੀ ਵਿਡੋ ਹੈਗੀ ਹੈ, ਵਿਡੋ ਨੂੰ ਰਾਈਟ ਟ੍ਰਾਂਸਫਰ ਹੋ ਜਾਣਗੇ, ਵਿਡੋ ਦੇ ਨਾਂ ਤੇ ਵਿਰਾਸਤ ਹੋ ਜਾਏਗੀ, ਵਿਡੋ ਦੇ ਨਾਂ ਤੇ ਜਿਹੜੀ ਵਿਰਾਸਤ ਹੋਏਗੀ ਉਹ ਹੋਏਗੀ ਕੰਡੀਸ਼ਨਲ। ਕੰਡੀਸ਼ਨਲ ਵਿਰਾਸਤ ਮਤਲਬ ਜਦੋਂ ਤੱਕ ਉਹ ਜਿੰਦੀ ਹੈ ਉਦੋਂ ਤੱਕ ਉਹ ਮਾਲਕ ਆਕੂਪੈਂਸੀ ਟੇਨੈਂਟ ਰਹੇਗੀ, ਜਦੋਂ ਤੱਕ ਜਿੰਦੀ ਹੈ, ਜਾਂ ਫਿਰ ਜੇ ਉਹਨੇ ਮੈਰਿਜ ਕਰਵਾ ਲਈ ਤਾਂ ਵੀ ਰਾਈਟ ਆਫ ਆਕੂਪੈਂਸੀ ਦੇ ਖਤਮ ਹੋ ਜਾਣਗੇ, ਠੀਕ ਹੈ। ਜਾਂ ਫਿਰ ਉਹਨੇ ਜ਼ਮੀਨ ਛੱਡਦੀ, ਵਾਹੀ ਹੀ ਨਹੀਂ ਹੈਗੀ, ਮੰਨ ਲਓ ਉਹਦੇ ਕੋਲ ਕੋਈ ਸੋਰਸ ਨਹੀਂ ਸੀਗਾ, ਉਹਨੇ ਜ਼ਮੀਨ ਨੂੰ ਕਾਸ਼ਤ ਨਹੀਂ ਕੀਤਾ ਹੈਗਾ, ਤਦ ਵੀ ਉਹਦੇ ਰਾਈਟ ਆਫ ਆਕੂਪੈਂਸੀ ਖਤਮ ਹੋ ਜਾਣਗੇ। ਜਾਂ ਕਿਸੇ ਕਾਰਨ ਉਹ ਤੋਂ ਕਬਜ਼ਾ ਲੈ ਲਿਆ, ਕਿਸੇ ਕਲੌਜ਼ ਦੇ ਅਧੀਨ, ਐਕਟ ਦੇ ਅਧੀਨ ਕੋਈ ਕਬਜ਼ਾ ਲੈ ਗਿਆ, ਤਦ ਵੀ ਉਹਦੇ ਜਿਹੜੇ ਰਾਈਟ ਆਫ ਆਕੂਪੈਂਸੀ ਨੇ ਖਤਮ ਹੋ ਜਾਣਗੇ। ਥਰਡ ਕਲੌਜ਼ ਕੀ ਹੈ, ਜੇ ਵਿਡੋ ਵੀ ਨਹੀਂ ਹੈਗੀ ਉਹਦੀ, ਨਾ ਕੋਈ ਮੁੰਡਾ ਹੈ, ਨਾ ਪੋਤਾ ਹੈ, ਨਾ ਕੋਈ ਪੜੋਤਾ ਹੈ ਮੇਲ ਲਾਈਨ ਦੇ ਵਿੱਚ, ਨਾ ਵਿਡੋ ਹੈਗੀ ਹੈ, ਦੈਨ ਜਿਹੜੀ ਮਦਰ ਵਿਡੋ ਹੈਗੀ ਉਹਦੀ, ਮਦਰ ਵਿਡੋ ਨੂੰ ਵੀ ਇਹ ਰਾਈਟ ਹੈ ਇੰਤਕਾਲ ਜਿਹੜਾ ਵਾਸਤਾ ਹੈ ਹੋ ਸਕਦਾ ਹੈਗਾ ਆਕੂਪੈਂਸੀ ਟੈਂਡੈਂਸੀ ਦਾ, ਵਿਡੋ ਮਦਰ ਨੂੰ ਹੋ ਸਕਦਾ ਹੈ। ਉਹਦੇ ਵੀ ਰਾਈਟਸ ਜਿਵੇਂ ਵਿਡੋ ਦੇ ਹੈਗੇ ਆ, ਉਹਦੀ ਆਪਦੀ ਵਿਡੋ ਦੇ ਰਾਈਟਸ ਨੇ, ਜੇ ਉਹ ਵੀ ਮਤਲਬ ਕਿ ਉਹਦੇ ਰਾਈਟ ਵੀ ਟਰਮੀਨੇਟ ਹੋ ਸਕਦੇ ਨੇ ਇਸੇ ਤਰੀਕੇ ਨਾਲ, ਜੇ ਜਦੋਂ ਉਹਦੀ ਡੈਥ ਹੋ ਜਾਂਦੀ ਹੈ ਵਿਡੋ ਮਦਰ ਦੀ ਤਦ ਵੀ ਰਾਈਟਸ ਖਤਮ ਹੋ ਜਾਣਗੇ, ਜਾਂ ਫਿਰ ਉਹਨੇ ਰੀਮੈਰਿਜ ਕਰਵਾ ਲਈ ਤਦ ਵੀ ਖਤਮ ਹੋ ਜਾਣਗੇ, ਜਾਂ ਉਹਦੇ ਤੋਂ ਕੋਈ ਕਿਸੇ ਤਰੀਕੇ ਨਾਲ ਉਹਨੇ ਜ਼ਮੀਨ ਨਹੀਂ ਵਾਹੀ ਹੈਗੀ, ਕਾਸ਼ਤ ਨਹੀਂ ਕੀਤੀ, ਛੱਡ ਦਿੱਤੀ ਏਦਾਂ ਹੀ, ਤਦ ਵੀ ਰਾਈਟਸ ਖਤਮ ਹੋ ਜਾਣਗੇ। ਜਾਂ ਫਿਰ ਉਸਨੇ ਜਿਹੜਾ ਹੈਗਾ ਉਹਨੂੰ ਐਜੈਕਟਮੈਂਟ ਉਹਦੀ ਹੋ ਗਈ ਕਿਸੇ ਤਰੀਕੇ ਨਾਲ, ਤਦ ਵੀ ਜਿਹੜੀ ਵਿਡੋ ਮਦਰ ਹੈਗੀ ਆ ਉਹਦੇ ਰਾਈਟਸ ਖਤਮ ਹੋ ਜਾਂਦੇ ਨੇ। ਜੇ ਵਿਡੋ ਮਦਰ ਵੀ ਨਾ ਹੋਵੇ, ਨਾ ਕੋਈ ਉਹਦਾ ਪੁੱਤ ਪੜੋਤਾ ਹੋਵੇ, ਪੁੱਤ ਪੋਤਾ ਪੜੋਤਾ ਹੋਵੇ, ਤੇ ਨਾ ਹੀ ਉਹਦਾ ਕੋਈ ਵਿਡੋ ਵਾਈਫ ਹੋਵੇ, ਤੇ ਨਾ ਹੀ ਵਿਡੋ ਮਦਰ ਹੋਵੇ, ਤਾਂ ਰਾਈਟਸ ਕਿਹਨੂੰ ਜਾਣਗੇ, ਤਾਂ ਇਹ ਕਲੌਜ਼ ਡੀ ਦੇ ਵਿੱਚ ਕਿਹਾ ਗਿਆ ਹੈਗਾ। ਵਿਡੋ ਕਲੌਜ਼ ਡੀ ਦੇ ਵਿੱਚ ਕਿਹਾ ਗਿਆ ਫੇਲਿੰਗ ਸੱਚ ਡਿਸੈਂਡੈਂਟਸ, ਨਾ ਉਹਦੇ ਡਿਸੈਂਡੈਂਟ ਕੋਈ ਹੈਗਾ, ਡਿਸੈਂਡੈਂਟਸ ਅਸੀਂ ਨੀਚੇ ਲੈਵਲ ਜਦੋਂ ਜਾਂਦੇ ਆ, ਪੁੱਤ ਪੋਤਾ ਪੜੋਤਾ ਥੱਲੇ ਵੱਲ ਜਾਂਦੇ ਆ, ਉਹਨੂੰ ਅਸੀਂ ਡਿਸੈਂਡੈਂਟਸ ਕਹਿ ਦਿੰਦੇ ਆ, ਠੀਕ ਹੈ। ਵਿਡੋ ਵੀ ਨਾ ਹੋਵੇ, ਵਿਡੋ ਮਦਰ ਵੀ ਨਾ ਹੋਵੇ, ਔਰ ਇਫ ਡਿਸੀਜ਼ਡ ਟੈਨੈਂਟ ਲੈਫਟ ਵਿਡੋ, ਤੇ ਤਾਂ ਕੀ ਹੋਏਗਾ, ਜਿਹੜੇ ਰਾਈਟਸ ਨੇ ਉਹਦੇ ਵਿਰਾਸਤ ਕਿਹਨੂੰ ਹੋਏਗੀ, ਫਿਰ ਕੋਲੈਟਰਲ ਨੂੰ ਹੋਏਗੀ, ਕੋਲੈਟਰਲ ਰਿਲੇਟਿਵਸ ਮੀਨ ਕਿ ਸ਼ਰੀਕਾਂ ਨੂੰ ਆਪਾਂ ਕਹਿ ਦਈਏ। ਤੁਸੀਂ ਕੋਲੈਟਰਲ ਬਾਰੇ ਡੈਫੀਨੇਸ਼ਨ ਕਦੇ ਨਹੀਂ ਤੁਹਾਡੇ ਧਿਆਨ 'ਚ ਹੋਣਾ, ਕੋਲੈਟਰਲ ਦੀ ਡੈਫੀਨੇਸ਼ਨ ਉਹ ਜਿਹੜੀ ਮੇਰੀ ਵਾਲੀ ਗ੍ਰੀਨ ਬੁੱਕ ਹੈਗੀ ਆ, ਉਹਦੇ ਵਿੱਚ ਤੁਸੀਂ ਐਂਸੈਸਟਰਲ ਕੀ ਹੁੰਦੇ ਨੇ, ਕੋਲੈਟਰਲਸ ਕੀ ਹੁੰਦੇ ਨੇ, ਡਿਸੈਂਡੈਂਟਸ ਕੀ ਹੁੰਦੇ ਨੇ, ਅਸੈਂਡੈਂਟਸ ਕੀ ਹੁੰਦੇ ਨੇ, ਠੀਕ ਹੈ, ਉਹਨੂੰ ਕਦੇ ਸਟੱਡੀ ਕਰ ਲਿਓ, ਜਿਹਦੀ ਬੁੱਕ ਦਾ ਅਸੀਂ ਲਿੰਕ ਦਿੰਦੇ ਹੁੰਦੇ ਆ, ਠੀਕ ਹੈ। ਉਹ ਬੁੱਕ ਦੇ ਵਿੱਚ ਸਾਰਾ ਦੱਸਿਆ ਹੋਇਆ ਹੈ ਕੋਲੈਟਰਲਸ ਕੀ ਹੁੰਦੇ ਨੇ, ਕਾਮਨ ਐਂਸੈਸਟਰ ਕੀ ਹੁੰਦਾ ਹੈ। ਕਾਮਨ ਐਂਸੈਸਟਰ ਮਤਲਬ ਜਦੋਂ ਉਹਨਾਂ ਦਾ ਬਾਪ ਦਾਦਾ ਪੜਦਾਦਾ ਇੱਕ ਹੋਵੇ ਤਾਂ ਉਸ ਤੋਂ ਅੱਗੇ ਮਤਲਬ ਕਿ ਉਹ ਬਣ ਗਿਆ ਹੁਣ, ਲੈਣਾ ਬਣ ਗਿਆ ਹੁਣ, ਚਾਚੇ ਤਾਏ ਥਰੂ, ਜਾਂ ਤਾਏ ਥਰੂ, ਜਾਂ ਚਾਚੇ ਥਰੂ, ਜਿਹੜੇ ਚਾਚਿਆਂ ਦੇ ਮੁੰਡੇ, ਤਾਇਆਂ ਦੇ ਮੁੰਡੇ, ਠੀਕ ਹੈ, ਉਹਨਾਂ ਨੂੰ ਵੀ ਜਿਹੜੇ ਇਹ ਰਾਈਟ ਹੈਗੇ ਆ ਆਕੂਪੈਂਸੀ ਟੈਨੈਂਸੀ ਦੇ ਡਿਵੋਲਵ ਹੋ ਸਕਦੇ ਨੇ, ਜਦੋਂ ਉਪਰਲੀਆਂ ਏ ਬੀ ਤੇ ਸੀ ਕਲੌਜ਼ ਦੇ ਵਿੱਚ ਕੋਈ ਵਾਰਸ ਨਾ ਹੋਵੇ, ਤਾਂ ਚੌਥੀ ਜਿਹੜੀ ਕਲੌਜ਼ ਹੈਗੀ ਡੀ ਹੈਗੀ ਹੈ ਤਾਂ ਕੋਲੈਟਰਲ ਦੇ ਨਾਂ ਤੇ ਆ ਜਾਂਦੀ ਹੈ। ਕਾਮਨ ਐਂਸੈਸਟਰ ਇੱਕ ਹੋਵੇ ਉਹਨਾਂ ਦਾ, ਬਾਬਾ ਪੜਦਾਦਾ ਇੱਕ ਹੋਵੇ, ਠੀਕ ਹੈ। ਦੈਨ ਹੈਗਾ ਐਕਸਪਲੇਨੇਸ਼ਨ ਫॉर द पर्पस
Clause D, land obtained in exchange by the deceased tenant or any of the predecessor interest. ਉਹਦੇ ਵਿੱਚ ਕਿਹਾ ਗਿਆ ਵੀ ਜੇ ਕੋਈ ਲੈਂਡ ਐਕਸਚੇਂਜ ਹੋ ਕੇ ਆ ਗਈ ਤਦ ਵੀ ਉਹ ਮਤਲਬ ਕਿ ਆਕੂਪੈਂਸੀ ਟੈਨੈਂਟ ਦੀ ਮੰਨੀ ਜਾਏਗੀ। ਜੇ ਕੋਈ ਤਬਾਦਲਾ ਤਬੂਦਲਾ ਕਰ ਲਿਆ ਕਿਸੇ ਜ਼ਮੀਨ ਦੇ ਨਾਲ, ਇਹ ਨਹੀਂ ਹੈਗਾ ਵੀ ਰਾਈਟਸ ਖਤਮ ਹੋ ਜਾਂਦੇ ਆ। ਕਲਾਸ 2 ਦੇ ਵਿੱਚ ਕੀ ਕਿਹਾ ਗਿਆ? ਐਕਸਪਲੇਨੇਸ਼ਨ 2 ਦੇ ਵਿੱਚ ਕਿਹਾ ਗਿਆ ਦਾ ਰਾਈਟ ਸ਼ੈਲ ਸਬਜੈਕਟ ਟੂ ਦਾ ਪ੍ਰੋਵੀਜ਼ਨਸ as if it were left by the deceased in the village। ਜਿਵੇਂ ਪਿੰਡ ਦੇ ਵਿੱਚ ਵਿਰਾਸਤ ਦਾ ਇੰਤਕਾਲ ਹੁੰਦਾ ਹੈਗਾ, ਜਦੋਂ ਕੋਈ ਵਿਰਾਸਤ ਦੇ ਆਪਦੇ ਭਾਈ ਸਕੇ ਭਰਾ ਮਤਲਬ ਕਿ ਨਹੀਂ ਹੁੰਦੇ, ਸਕੇ ਭੈਣ ਭਰਾ ਨਹੀਂ ਹੁੰਦੇ ਹੈਗੇ, ਤਾਂ ਚਾਚੇ ਤਾਏ ਦੇ ਮੁੰਡਿਆਂ ਨੂੰ ਵਿਰਾਸਤ ਚਲੀ ਜਾਂਦੀ ਹੈ। ਉਸ ਤਰੀਕੇ ਕਿਹਾ ਗਿਆ, ਇਸ ਨੂੰ ਐਕਸਪਲੇਨ ਕੀਤਾ ਗਿਆ ਵੀ ਉਸ ਤਰੀਕੇ ਮਤਲਬ ਕਿ ਟੈਸਟੇਟ ਇੰਟੈਸਟੇਟ ਸਕਸੈਸ਼ਨ ਜਦੋਂ ਅਸੀਂ ਕਰਦੇ ਹਾਂ, ਇੱਕ ਸਕਸੈਸ਼ਨ ਹੁੰਦਾ ਟੈਸਟੇਟ ਸਕਸੈਸ਼ਨ ਜਿਹਦੇ ਵਿੱਚ ਕੋਈ ਵਿਲ ਕਰਕੇ ਜਾਂਦਾ, ਕੋਈ ਬੰਦਾ ਮਰ ਜਾਂਦਾ ਹੈਗਾ। ਇੱਕ ਹੁੰਦਾ ਇੰਟੈਸਟੇਟ ਸਕਸੈਸ਼ਨ। ਇੰਟੈਸਟੇਟ ਸਕਸੈਸ਼ਨ ਕਦੋਂ ਹੁੰਦਾ? ਜਦੋਂ ਕੋਈ ਬੰਦਾ ਵਿਰਾਸਤ ਦਾ ਆਪਦੀ ਵਿਲ ਵਗੈਰਾ ਕਰਕੇ ਨਹੀਂ ਜਾਂਦਾ, ਤਾਂ ਫਿਰ ਅਸੀਂ ਦੇਖਣਾ ਹੁੰਦਾ ਵੀ ਇਹਦੇ ਕਲਾਸ 1 ਦੇ ਲੀਗਲ ਹੀਅਰ ਨੂੰ ਜਾਏਗੀ ਜਾਂ ਕਲਾਸ 2 ਦੇ ਲੀਗਲ ਹੀਅਰ ਨੂੰ ਜਾਏਗੀ ਪ੍ਰੋਪਰਟੀ। ਇਸ ਤਰੀਕੇ ਜਿਹੜੇ ਹੈਗੇ ਆ ਇਹਦੀ ਵਿਰਾਸਤ ਕਰ ਦਿੱਤੀ ਜਾਂਦੀ ਹੈ। ਵੈਨ ਏ ਵਿਡੋ ਆਫ ਏ ਐਕਸਪਲੇਨੇਸ਼ਨ 3 'ਚ ਕੀ ਕਿਹਾ ਗਿਆ? ਐਕਸਪਲੇਨੇਸ਼ਨ 3 'ਚ ਇਹ ਕਿਹਾ ਗਿਆ ਹੈਗਾ ਵੀ ਜੇ ਕੋਈ ਵਿਡੋ ਨੂੰ ਪ੍ਰੋਪਰਟੀ ਚਲੀ ਗਈ ਮੰਨ ਲਓ, ਠੀਕ ਹੈ, ਵੈਨ ਏ ਵਿਡੋ ਆਫ ਦਾ ਡਿਸੀਜ਼ਡ ਟੈਨੈਂਟ, ਉਹਨੂੰ ਰਾਈਟ ਸਕਸੀਡ ਹੋ ਗਿਆ, ਆਕੂਪੈਂਸੀ ਟੈਨੈਂਸੀ ਰਾਈਟ ਸਕਸੀਡ ਹੋ ਗਏ, ਪਰ ਉਹ ਪ੍ਰੋਪਰਟੀ ਨੂੰ ਟ੍ਰਾਂਸਫਰ ਕਰਨਾ ਚਾਹੁੰਦੀ ਹੈ, ਉਹ ਪ੍ਰੋਪਰਟੀ ਟ੍ਰਾਂਸਫਰ ਕਰ ਸਕਦੀ ਹੈ, ਠੀਕ ਹੈ, ਸਬ ਲੀਜ਼ ਕਰ ਸਕਦੀ ਹੈ, ਸੇਲ ਗਿਫਟ ਮੌਰਗੇਜ ਵੀ ਕਰ ਸਕਦੀ ਹੈ, ਪਰ ਉਹ 1 ਸਾਲ ਦੇ ਲਈ ਕਰ ਸਕਦੀ ਹੈਗੀ ਹੈ। ਫॉर ਏ ਟਰਮ ਐਕਸੀਡਿੰਗ 1 ਈਅਰ, 1 ਸਾਲ ਤੋਂ ਵੱਧ ਸਮੇਂ ਲਈ ਉਹ ਪ੍ਰੋਪਰਟੀ ਕਿਸੇ ਨੂੰ ਅੱਗੇ ਫਰਦਰ ਨਹੀਂ ਦੇ ਸਕਦੀ। सबसेक्शन 4 की क्या गया? If the deceased tenant has left no such person as are mentioned in subsection 1 on whom is the right of occupancy may devolve under the subsection, the right shall be extinguished। देखो उपले 4 क्लॉज़ां पढ़ियां सी ਆਪਾਂ ਨੇ सबसेक्शन 1 ਦੀਆਂ। सबसेक्शन 1 ਦੇ ਵਿੱਚ ਇੱਕ ਸੀਗਾ ਉਹਦੇ ਪੁੱਤ ਪੋਤੇ ਪੜੋਤੇ, 2 ਦੇ ਵਿੱਚ ਸੀਗਾ ਵਿਡੋ, ਤੇ 3rd ਦੇ ਵਿੱਚ ਸੀਗਾ ਵਿਡੋ ਮਦਰ, 4th ਦੇ ਵਿੱਚ ਸੀਗਾ ਸ਼ਰੀਕ ਚਾਚੇ ਤਾਏ ਦੇ ਮੁੰਡੇ। ਉਹ ਕਹਿੰਦਾ ਵੀ ਜੇ ਇਹ ਚਾਰੇ ਵਾਰਸਾਂ ਚੋਂ ਕੋਈ ਵੀ ਵਾਰਸ ਨਾ ਹੋਵੇ ਤਾਂ ਜਿਹੜੇ ਰਾਈਟ ਆਫ ਆਕੂਪੈਂਸੀ ਨੇ, ਇਹ ਐਕਸਪਲੇਨੇਸ਼ਨ ਨੰਬਰ 4 ਦੇ ਵਿੱਚ ਕਿਹਾ ਗਿਆ ਹੈਗਾ, ਤਾਂ ਜਿਹੜੇ ਰਾਈਟ ਆਫ ਆਕੂਪੈਂਸੀ ਨੇ ਐਕਸਟਿੰਗੁਇਸ਼ ਹੋ ਜਾਂਦੇ ਨੇ। ਐਕਸਟਿੰਗੁਇਸ਼ ਮਤਲਬ ਜਿਵੇਂ ਆਪਾਂ ਐਕਸਟਿੰਗੁਇਸ਼ ਯੂਜ਼ ਨਹੀਂ ਕਰਦੇ, ਅੱਗ ਬੁਝਾਊ ਜੰਤਰ, ਠੀਕ ਹੈ, ਅੱਗ ਬੁਝਾਊ ਜੰਤਰ ਮਤਲਬ ਕਿ ਇਹਦੇ ਜਿਹੜੇ ਰਾਈਟਸ ਆਫ ਆਕੂਪੈਂਸੀ ਨੇ ਉਹ ਵੀ ਬੁਝ ਜਾਂਦੇ ਨੇ, ਖਤਮ ਹੋ ਜਾਂਦੇ ਨੇ। ਫਿਰ ਮਾਲਕ, ਫਿਰ ਕਿਹਦੇ ਕੋਲੇ ਆ ਗਏ ਰਾਈਟ ਆਫ ਆਕੂਪੈਂਸੀ? ਮਤਲਬ ਮਾਲਕ ਜਿਹੜਾ ਲੈਂਡਲੋਰਡ ਸੀਗਾ ਉਹ ਮਾਲਕ ਰਹਿ ਗਿਆ, ਰਾਈਟ ਆਫ ਆਕੂਪੈਂਸੀ ਖਤਮ ਹੋ ਗਏ, ਠੀਕ ਹੈ। ਲੈਂਡਲੋਰਡ ਖੁਦ ਓਨਰ ਬਣ ਗਿਆ, ਖੁਦ ਹੀ ਉਹਦੀ ਕੋਲ ਪ੍ਰੋਪਰਟੀ ਓਨਰਸ਼ਿਪ ਉਹਦੇ ਕੋਲ ਆ ਗਈ, ਕਬਜ਼ਾ ਵੀ ਉਹਦੇ ਕੋਲੇ ਆ ਜਾਏਗਾ। ਨੈਕਸਟ ਹੈ ਸੈਕਸ਼ਨ 60 ਇਰੈਗੂਲਰ ਟ੍ਰਾਂਸਫਰ। ਜੇ ਕੋਈ ਵਿਅਕਤੀ ਟ੍ਰਾਂਸਫਰ ਕਰਦਾ ਹੈ ਪਰ ਉਹ ਜਿਹਦੀਆਂ ਟਰਮਸ ਹੈਗੀਆਂ ਨੇ, ਕੰਡੀਸ਼ਨਸ ਹੈਗੀਆਂ ਨੇ ਸੈਕਸ਼ਨਸ ਦੀਆਂ, ਉਹ ਮਤਲਬ ਕਿ ਫੋਲੋ ਨਹੀਂ ਕਰਦਾ, ਯਾਨੀ ਕਿ ਮਾਲਕ ਨੂੰ ਕੋਈ ਨੋਟਿਸ ਨਹੀਂ ਭੇਜਿਆ ਜਾਂਦਾ, ਤਹਿਸੀਲਦਾਰ ਨੂੰ ਕੋਈ ਇਤਲਾਹ ਨਹੀਂ ਦਿੱਤੀ ਜਾਂਦੀ, ਠੀਕ ਹੈ। ਜੇ ਕੋਈ ਫਿਰ ਵੀ ਟ੍ਰਾਂਸਫਰ ਕਰ ਦਿੰਦਾ ਹੈਗਾ, ਰੈਗੂਲਰ ਟ੍ਰਾਂਸਫਰ ਕਰਦਾ ਕੋਈ ਵਿਅਕਤੀ, ਤਾਂ ਉਹ ਵੋਇਡੇਬਲ ਮੰਨੀ ਜਾਵੇਗੀ। ਤਾਂ ਜਿਹੜਾ ਲੈਂਡਲੋਰਡ ਹੈਗਾ ਕਿਸੇ ਵੀ ਲਈ ਜਾ ਕੇ ਆਪਣੀ ਅਰਜ਼ੀ ਦੇ ਕੇ ਉਸ ਜਿਹੜੀ ਟ੍ਰਾਂਸਫਰ ਹੈਗੀ ਉਸ ਨੂੰ ਕੈਂਸਲ ਕਰਵਾ ਸਕਦਾ ਹੈ ਸੈਕਸ਼ਨ 60 ਦੇ ਤਹਿਤ। ਨੈਕਸਟ ਹੈ ਚੈਪਟਰ 6 ਇੰਪਰੂਵਮੈਂਟਸ ਐਂਡ ਕੰਪਨਸੇਸ਼ਨਸ। देखो ये बहुत बड़ा बहुत इंपॉर्टेंट चैप्टर हैगा, इंप्रूवमेंट्स एंड कंपनसेशन। इंप्रूवमेंट दो तरीके होंदी है। इंप्रूवमेंट जी जमीन है आप देखते हैं, आप प्रैक्टिकली तौर पर आप पिंडा के देखते हैं कोई जमीन है ਉਹਦੇ ਕਰਾਹ ਲਗਾਉਣ ਦੀ ਲੋੜ ਪੈਂਦੀ ਹੈ, ਉੱਚੇ ਨੀਵੇਂ ਟਿੱਬੇ ਹੈਗੇ ਆ, ਠੀਕ ਹੈ, ਉਹਨੂੰ ਪੱਧਰ ਕਰਨਾ ਹੈਗਾ, ਜਾਂ ਕਲਰ ਧਰਤੀ ਹੈਗੀ ਹੈ ਉਹਨੂੰ ਉਪਜਾਊ ਬਣਾਉਣਾ ਹੈਗਾ, ਜਾਂ ਕੋਈ ਹੋਰ ਕੋਈ ਇਦਾਂ ਦੇ ਕੋਈ ਰੀਜ਼ਨ ਹੈਗੇ ਨੇ ਜਿਹੜੀ ਜ਼ਮੀਨ ਨੂੰ ਝਾੜੀਆਂ ਝੂੜੀਆਂ ਉੱਗੀਆਂ ਵੀਆਂ ਨੇ, ਕਈ ਸਾਲ ਤੋਂ ਵਾਹੀ ਨਹੀਂ ਗਈ ਹੈਗੀ, ਠੀਕ ਹੈ। ਮਤਲਬ ਕਿ ਜ਼ਮੀਨ ਦੇ ਵਿੱਚ ਇੰਪਰੂਵਮੈਂਟ ਕਰਨੀ, ਜ਼ਮੀਨ 'ਚ ਇੰਪਰੂਵਮੈਂਟ ਕਰਨੀ। ਇੰਪਰੂਵਮੈਂਟ ਕੌਣ ਕਰ ਸਕਦਾ ਹੈ? ਇੰਪਰੂਵਮੈਂਟ ਮਾਲਕ ਵੀ ਕਰ ਸਕਦਾ ਹੈ, ਇੰਪਰੂਵਮੈਂਟ ਟੈਨੈਂਟ ਵੀ ਕਰ ਸਕਦਾ ਹੈ, ਠੀਕ ਹੈ। ਜੇਕਰ ਇੰਪਰੂਵਮੈਂਟ ਮਾਲਕ ਵੱਲੋਂ ਕਰੀ ਜਾਏਗੀ ਤਾਂ ਮਾਲਕ ਕਹੇਗਾ ਮੇਰਾ ਕਿਰਾਇਆ ਵਧਾਓ। ਜੇਕਰ ਇੰਪਰੂਵਮੈਂਟ ਟੈਨੈਂਟ ਵੱਲੋਂ ਕਰੀ ਜਾਏਗੀ ਤਾਂ ਟੈਨੈਂਟ ਕਹੇਗਾ ਜਾਂ ਤਾਂ ਮੈਨੂੰ ਇਹਦੇ ਪੈਸੇ ਦਿਓ, ਕੰਪਨਸੇਸ਼ਨ ਦਿਓ, ਜਾਂ ਫਿਰ ਕਹੇਗਾ ਮੇਰਾ ਰੈਂਟ ਘਟਾਓ, ਠੀਕ ਹੈ। ਇਹ ਜਿਹੜਾ ਚੈਪਟਰ ਹੈਗਾ 6 ਹੈਗਾ, ਇਹਦੇ ਵਿੱਚ ਅਸੀਂ ਸਾਰਾ ਡਿਟੇਲ ਪੜਾਂਗੇ ਵੀ ਇੰਪਰੂਵਮੈਂਟਸ
लैंडलॉर्ड करांदा है तो ਉਹਦੀ ਕੀ ਰਿਸਪੌਂਸਿਬਿਲਟੀ ਬਣਦੀ ਹੈ, ਜੇ ਇੰਪਰੂਵਮੈਂਟ ਟੈਨੈਂਟ करांदा है तो ਉਹਦੀ ਕੀ ਰਿਸਪੌਂਸਿਬਿਲਟੀ ਬਣਦੀ ਹੈ, ਕੀ ਲਾਇਬਿਲਿਟੀਜ਼ ਬਣਦੀਆਂ ਹੈ, ਕੀ ਐਂਟਲਮੈਂਟਸ ਬਣਦੀਆਂ ਨੇ। ਪਹਿਲਾ ਹੈਡ ਸਾਡਾ ਹੈਗਾ ਇੰਪਰੂਵਮੈਂਟ ਬਾय द लैंडलॉर्ड्स। Section 61 improvements by the landlords on the tenancies of occupancy tenants। देखो जस्ट ਜਿਹੜਾ occupancy tenant ਹੈ ਉਹਦੇ ਕੋਲੇ ਜਸਟ ਓਨਰਸ਼ਿਪ ਦੇ ਰਾਈਟ ਹੁੰਦੇ ਆ, ਪਰ ਫਿਰ ਵੀ ਜੇ ਕੋਈ ਇੰਪਰੂਵਮੈਂਟ ਲੈਂਡਲॉर्ड ਹੈ ਉਹਦੇ ਤੇ ਇੰਪਰੂਵਮੈਂਟ ਕਰਨੀ ਚਾਹੁੰਦਾ ਹੈ without the previous permission of the collector, without the previous permission of the collector, a landlord shall not make an improvement on the tenancy of a tenant having a right of occupancy। यानी कि ਜਿਹੜਾ ਮਾਲਕ ਹੈਗਾ, ਮਾਲਕ ਜੇ ਟੈਨੈਂਸੀ ਦੇ ਉੱਪਰ ਕੋਈ ਇੰਪਰੂਵਮੈਂਟ ਕਰਨੀ ਚਾਹੁੰਦਾ ਹੈ ਆਕੂਪੈਂਸੀ ਟੈਨੈਂਟ ਦੀ ਟੈਨੈਂਸੀ ਦੇ ਉੱਪਰ, ਤਾਂ ਉਹ ਕਲੈਕਟਰ ਦੀ ਮਨਜ਼ੂਰੀ ਤੋਂ ਬਗੈਰ ਜਿਹੜੀ ਹੈਗੀ ਹੈ ਇੰਪਰੂਵਮੈਂਟ ਨਹੀਂ ਕਰਵਾ ਸਕਦਾ। सबसेक्शन 2 ਚ ਕੀ ਕਿਹਾ ਗਿਆ? ਇਫ ਏ ਲੈਂਡਲॉर्ड डिजायर्स टू मेक सच एन इंप्रूवमेंट ही मे अप्लाई टू द कलेक्टर। ਜੇ ਉਹ ਫਿਰ ਵੀ ਕਰਵਾਉਣੀ ਚਾਹੁੰਦਾ ਹੈ ਤਾਂ ਕਲੈਕਟਰ ਨੂੰ ਅਪਲਾਈ ਕਰੇਗਾ to make it, and the collector shall before making an order on the application hear the objections of the tenant। collector ਜਿਹੜਾ ਹੈਗਾ ਉਸ ਨੋਟਿਸ ਭੇਜੇਗਾ ਟੈਨੈਂਟ ਨੂੰ ਵੀ ਤੈਨੂੰ ਕੋਈ ਇਤਰਾਜ਼ ਹੈਗਾ, ਜੇ ਮਾਲਕ ਹੈਗਾ ਤੇਰੀ ਟੈਨੈਂਸੀ ਦੇ ਉੱਪਰ ਕੋਈ ਇੰਪਰੂਵਮੈਂਟ ਕਰਨੀ ਚਾਹੁੰਦਾ ਹੈ ਤਾਂ ਤੇਰਾ ਕੋਈ ਆਬਜੈਕਸ਼ਨ ਹੈਗਾ, ਆਬਜੈਕਸ਼ਨ ਸੁਣੇਗਾ। in making an order on the application under subsection 2 the collector shall be guided by such rules if any as the state government may make in this behalf। ਤਾਂ ਕੀ ਹੋਏਗਾ, ਸਰਕਾਰ ਵੱਲੋਂ ਜਿਹੜੇ ਵੀ ਸਮੇਂ-ਸਮੇਂ ਤੇ ਕੋਈ ਰੂਲ ਬਣਾਏ ਜਾਂਦੇ ਹੈਗੇ ਉਹਨਾਂ ਦੇ ਮੁਤਾਬਕ ਜਿਹੜਾ ਹੈਗਾ ਆਰਡਰ ਕਲੈਕਟਰ ਵੱਲੋਂ ਕੀਤਾ ਜਾਵੇਗਾ ਇੰਪਰੂਵਮੈਂਟ ਕਰਨ ਦਾ ਜਾਂ ਨਾ ਕਰਨ ਦਾ। ਨੈਕਸਟ ਹੈ ਸੈਕਸ਼ਨ 62 enhancement of rent in consideration of an improvement made by the landlord on the tenancy of an occupancy। ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਵੀ ਜੇ ਲੈਂਡਲॉर्ड ਵੱਲੋਂ ਕੋਈ ਟੈਨੈਂਸੀ ਦੇ ਉੱਪਰ ਇੰਪਰੂਵਮੈਂਟ ਕਰਾਈ ਜਾਂਦੀ ਹੈ ਤਾਂ ਫਿਰ ਉਹ ਕੰਪਨਸੇਸ਼ਨ ਮੰਗੇਗਾ ਜਾਂ ਇਨਹਾਂਸਮੈਂਟ ਮੰਗੇਗਾ। ਇਨਹਾਂਸਮੈਂਟ ਆਫ ਰੈਂਟ ਕਹੇਗਾ ਵੀ ਮੇਰਾ ਕਿਰਾਇਆ ਵਧਾਓ, ਮੇਰੀ ਜ਼ਮੀਨ ਹੈ ਹੁਣ ਫਰਟਾਈਲ ਹੋ ਗਈ, ਪਹਿਲਾਂ ਇਹਦੇ ਉੱਪਰ ਘੱਟ ਪੈਦਾਵਾਰ ਹੁੰਦੀ ਸੀ, ਮੈਂ ਖਰਚਾ ਕਰਤਾ ਲੱਖ ਰੁਪਈਆ ਕਰਾ ਲਗਵਾ ਕੇ ਜ਼ਮੀਨ ਪੱਧਰ ਕਰਵਾਤੀ। when a landlord subsection 162 landlord has with the permission of the mentioned following sections he may apply to the collector for enhancement of the rent। ਇੰਪਰੂਵਮੈਂਟ ਕਰਾਉਣ ਤੋਂ ਬਾਅਦ ਉਹ ਕਲੈਕਟਰ ਕੋਲੇ ਯਾਨੀ ਕਿ ਜਿਹੜੀਆਂ ਸਾਰੀਆਂ ਅਸਿਸਟੈਂਟ ਕਲੈਕਟਰ ਤਹਿਸੀਲਦਾਰ ਜਾਂ ਨੈਫਸਦਾਰ ਕੋਲੇ ਹੀ ਐਪਲੀਕੇਸ਼ਨ ਅਪਲਾਈ ਕਰਦੀਆਂ ਨੇ ਸਾਰੀਆਂ, ਜਾਂ ਐਸਡੀਐਮ ਕੋਲੇ ਕਲੈਕਟਰ ਪਾਵਰਸ ਹੁੰਦੀਆਂ ਨੇ ਇਹਨਾਂ ਕੇਸਾਂ ਦੇ ਵਿੱਚ, ਆਪਣੀ ਅਰਜ਼ੀ ਦੇਵੇਗਾ ਮੇਰਾ ਕਿਰਾਇਆ ਵਧਾਏ ਜਾਵੇ। ਠੀਕ ਹੈ, ਫਿਰ ਕੀ ਹੋਏਗਾ? if the tenant is a tenant to whom section 20 applies the collector shall enhance his rent to the share or rates with reference to the rent in gross। ਇਹਦਾ ਕਿਸ ਮੇ ਬੀਤਾ ਜਿਹੜਾ ਕਲੈਕਟਰ ਹੈ, ਕਲੈਕਟਰ ਵੱਲੋਂ ਜਿਹੜਾ ਉਹਦਾ ਜੇ ਉਹ ਸ਼ੇਅਰ ਲੈਂਦਾ ਕਿਸੇ ਉਹਦੇ ਵਿੱਚੋਂ ਫਸਲ ਲੈਂਦਾ ਹੈਗਾ, ਠੀਕ ਹੈ, ਤਾਂ ਉਹਦੇ ਅਕੋਰਡਿੰਗ ਤਾਂ ਕੋਈ ਹੋਰ ਸਿਮਿਲਰ ਨੇਚਰ ਦਾ ਖੇਤ ਦੇਖ ਕੇ ਵੀ ਹੋਰ ਕਿਸੇ ਨਾਲ ਦਾ ਜਿਹੜਾ ਕੋਈ ਗੁਆਂਢੀ ਹੈਗਾ, ਆਂਢੀ ਗੁਆਂਢੀ ਹੈਗਾ, ਉਹਦਾ ਉਹ ਕਿੰਨੀ ਫਸਲ ਦਿੰਦਾ ਹੈਗਾ, ਕਿੰਨੀਆਂ ਬੋਰੀਆਂ ਕਣਕ ਜਾਂ ਮਤਲਬ ਕਿ ਝਾੜ ਦੇ ਵਿੱਚੋਂ ਕਿੰਨਾ ਹਿੱਸਾ ਦਿੰਦਾ ਹੈਗਾ, ਕਿੰਨੀ ਉਹਦੀ ਟੈਨੈਂਸੀ ਹੈਗੀ, ਉਹਦੇ ਮੁਤਾਬਕ ਜਿਹੜਾ ਹੈਗਾ ਆਰਡਰ ਪਾਸ ਕੀਤਾ ਜਾਵੇਗਾ ਕਲੈਕਟਰ ਵੱਲੋਂ ਕਿਰਾਇਆ ਵਧਾਉਣ ਦਾ। ਜਾਂ ਫਿਰ ਸਬਸੈਕਸ਼ਨ 3 ਚ ਕੀ ਕਿਹਾ ਗਿਆ? ਜੇ ਕੈਸ਼ ਦੀ ਗੱਲ ਕੀਤੀ ਗਈ ਹੈ, ਜੋ ਰੈਂਟ ਕੈਸ਼ ਲੈਂਦਾ ਹੈ, ਠੀਕ ਹੈ, ਜੇ ਰੈਂਟ ਕੈਸ਼ ਦੇ ਵਿੱਚ ਲੈਂਦਾ ਹੈ ਤਾਂ ਜਦੋਂ ਕਦੇ ਅਸੈਸਮੈਂਟ ਹੁੰਦੀ ਹੈ ਲੈਂਡ ਰੈਵਨਿਊ ਦੀ ਅਸੈਸਮੈਂਟ ਕਰਕੇ ਜਦੋਂ ਲੈਂਡ ਰੈਵਨਿਊ ਵਧਾ ਦਿੱਤਾ ਜਾਂਦਾ ਹੈ, ਜਿਹਨਾਂ ਲੈਂਡ ਰੈਵਨਿਊ ਜਦੋਂ ਵੱਧਦਾ ਹੈ ਤਾਂ ਉਦੋਂ ਕਿੰਨਾ ਜਿਹੜਾ ਰੈਂਟ ਹੈ ਵਧਾਇਆ ਜਾਂਦਾ ਹੈ, ਉਹਦੇ ਅਕੋਰਡਿੰਗ ਸੈਕਸ਼ਨ 22 applies the collector shall enhance his rent to such amount as the tenant would be liable to pay under that section if the land revenue were reassessed। ਉਹ ਇਹ ਸਮਝੇਗਾ ਵੀ ਜਿਹੜਾ ਲੈਂਡ ਰੈਵਨਿਊ ਹੈ ਉਹ ਰੀਅਸੈਸ ਹੋ ਗਿਆ। ਜੇ ਲੈਂਡ ਰੈਵਨਿਊ ਰੀਅਸੈਸ ਹੁੰਦਾ ਹੈ ਤਾਂ ਜਿਹੜਾ ਅਧਿਕਾਰ ਰੈਵਨਿਊ ਆਫਿਸਰ ਕੋਲ ਅਧਿਕਾਰ ਹੁੰਦਾ ਵੀ ਉਹ ਜਿਹੜਾ ਰੈਂਟ ਹੈ ਉਹ ਵੀ ਵਧਾ ਸਕਦਾ ਹੈ, ਤਾਂ ਉਹ ਉਸ ਨੂੰ ਪ੍ਰਜ਼ਿਊਮ ਕਰਕੇ ਵੀ ਲੈਂਡ ਰੈਵਨਿਊ ਉਹਨੇ ਕਰਾਈ ਹੈ ਇੰਪਰੂਵਮੈਂਟ, ਪਰ ਅਸੀਂ ਸੋਚਾਂਗੇ ਵੀ ਇਹਨੇ ਜਿਹੜੀ ਪ੍ਰਾਪਰਟੀ ਹੈ ਇਹਦੀ ਜਿਹੜੀ ਅਸੈਸਮੈਂਟ ਦੁਬਾਰਾ ਹੋ ਗਈ ਹੈ, ਇਸ ਕਰਕੇ ਇਹਦਾ ਰੈਂਟ ਕਿੰਨਾ ਵਧਣਾ ਹੈ ਇਹ ਵੀ ਤਹਿਸੀਲਦਾਰ ਨੇ ਡਿਸਾਈਡ ਕਰਨਾ ਹੈਗਾ। ਸਬਸੈਕਸ਼ਨ 4 ਕੀ ਕਿਹਾ ਗਿਆ? when the improvement ceases to exist the collector may
ਰਿਡਿਊਸ ਦਾ ਰੈਂਟ। ਜੇ ਜਿਹੜੀ ਇੰਪਰੂਵਮੈਂਟ ਕਰਾਈ ਸੀਗੀ ਉਹ ਖਤਮ ਹੋ ਗਈ, ਦੁਬਾਰਾ ਪ੍ਰਾਪਰਟੀ ਫਿਰ ਉਹੀ ਜਿਹੀ ਆ ਗਈ, ਤਾਂ ਜਿਹੜਾ ਟੈਨੈਂਟ ਹੈਗਾ ਉਹ ਐਪਲੀਕੇਸ਼ਨ ਦੇਵੇਗਾ, ਉਹ ਕੀ ਕਹੇਗਾ ਵੀ ਮੇਰਾ ਕਿਰਾਇਆ ਘਟਾਓ। ਸਬਸੈਕਸ਼ਨ 4 'ਚ ਹੀ ਕਿਹਾ ਗਿਆ ਹੈ ਰਿਡਿਊਸ ਦਾ ਰੈਂਟ, ਟੈਨੈਂਟਸ ਰੈਂਟ। ਕਿਵੇਂ? ਜੇ ਫਸਲ ਚੋਂ ਫਸਲ ਦਿੰਦੇ ਸੀਗੇ, ਜਿਸ ਤਰੀਕੇ ਵਧਾਇਆ ਸੀ ਉਸ ਤਰੀਕੇ ਘਟਾਇਆ ਜਾਵੇਗਾ। ਜੇ ਕੈਸ਼ ਰੈਂਟ ਦਿੰਦਾ ਸੀਗਾ ਤਾਂ ਜਿਸ ਤਰੀਕੇ ਵਧਾਇਆ ਸੀ ਉਸ ਤਰੀਕੇ ਘਟਾ ਦਿੱਤਾ ਜਾਵੇਗਾ। ਨੈਕਸਟ ਸਬਸੈਕਸ਼ਨ 5 ਕੀ ਕਿਹਾ ਗਿਆ? ਸੈਕਸ਼ਨ 25 ਐਂਡ 26 shall be constitute as applied to the application under this section। ਸੈਕਸ਼ਨ 25 26 ਚ ਕੀ ਕਿਹਾ ਗਿਆ? ਸੈਕਸ਼ਨ 25 26 ਦੇ ਵਿੱਚ ਇਹ ਹੈਗਾ ਡਿਸਕ੍ਰਿਸ਼ਨ ਪਾਵਰ ਹੈਗੀ ਹੈ ਰੈਵਨਿਊ ਆਫਿਸਰ ਕੋਲੇ ਲੈਂਡ ਰੈਵਨਿਊ ਘੱਟ ਵਧਣ ਦੇ ਨਾਲ, ਠੀਕ ਹੈ, ਤੇ ਜਿਹੜਾ ਕਿਰਾਇਆ ਹੈਗਾ ਘਟਾਇਆ ਵਧਾਇਆ ਜਾ ਸਕਦਾ ਹੈ। ਇਸੇ ਤਰੀਕੇ ਜਿਹੜਾ ਸਬਸੈਕਸ਼ਨ 5 ਹੈਗਾ ਉਹਦੇ ਜਿਵੇਂ ਸੈਕਸ਼ਨ 25 26 ਦੇ ਵਿੱਚ ਤਹਿਸੀਲਦਾਰ ਕੋਲ ਅਧਿਕਾਰ ਹੈਗੇ ਆ, ਉਹ ਅਧਿਕਾਰ ਵਰਤਦੇ ਹੋਏ ਜਿਹੜਾ ਰੈਂਟ ਹੈਗਾ ਲੋੜ ਦੇ ਮੁਤਾਬਕ ਘਟਾਇਆ ਵੀ ਜਾ ਸਕਦਾ ਹੈ ਤੇ ਵਧਾਇਆ ਵੀ ਜਾ ਸਕਦਾ ਹੈ। ਦੈਨ ਹੈਗਾ ਅਗਲਾ ਹੈਡ ਹੈਗਾ ਇੰਪਰੂਵਮੈਂਟਸ ਬਾਏ ਦਾ ਟੈਨੈਂਟਸ। ਉੱਪਰ ਆਪਾਂ ਲੈਂਡਲਾਰਡ ਵੱਲੋਂ ਇੰਪਰੂਵਮੈਂਟ ਕੀਤੀਆਂ ਗਈਆਂ ਸੀਗੀਆਂ, ਹੁਣ ਆਪਾਂ ਇੰਪਰੂਵਮੈਂਟਸ ਬਾਏ ਦਾ ਟੈਨੈਂਟ, ਜੇ ਟੈਨੈਂਟ ਵੀ ਚਾਹੇ ਤਾਂ ਵੀ ਇੰਪਰੂਵਮੈਂਟ ਕਰਵਾ ਸਕਦਾ ਹੈਗਾ। ਉਹ ਕਿਵੇਂ ਕਰਵਾ ਸਕਦਾ? ਉਹਨੂੰ ਕੀ ਕੀ ਕਰਨਾ ਹੋਏਗਾ? ਸੈਕਸ਼ਨ 63 ਟਾਈਟਲ ਆਫ ਆਕੂਪੈਂਸੀ ਟੈਨੈਂਟਸ to make improvements. A tenant having a right of occupancy is entitled to make improvements on his tenancy। ਦੇਖੋ ਜਿਵੇਂ ਲੈਂਡਲੌਰਡ ਨੂੰ ਪਰਮਿਸ਼ਨ ਲੈਣ ਦੀ ਲੋੜ ਸੀਗੀ ਕਲੈਕਟਰ ਤੋਂ, ਇੱਥੇ ਜਿਹੜਾ ਆਕੂਪੈਂਸੀ ਟੈਨੈਂਟ ਹੈਗਾ ਉਹਨੂੰ ਪਰਮਿਸ਼ਨ ਲੈਣ ਦੀ ਲੋੜ ਨਹੀਂ ਹੈਗੀ। ਉਹ ਜਿਹੜਾ ਜੇ ਚਾਹੇ ਆਪਣੀ ਟੈਨੈਂਸੀ ਦੇ ਵਿੱਚ ਇੰਪਰੂਵਮੈਂਟਸ ਕਰਵਾ ਸਕਦਾ ਹੈਗਾ। ਸੈਕਸ਼ਨ 63 ਹੈ। ਸੈਕਸ਼ਨ 64 ਕੀ ਹੈ? ਟਾਈਟਲ ਆਫ ਟੈਨੈਂਟ ਨਾਟ ਹੈਵਿੰਗ ਰਾਈਟ ਆਫ ਆਕੂਪੈਂਸੀ ਟੂ ਮੇਕ ਇੰਪਰੂਵਮੈਂਟਸ। ਜਿਹੜੇ ਆਕੂਪੈਂਸੀ ਟੈਨੈਂਟ ਨਹੀਂ ਹੁੰਦੇ ਉਹ ਟੈਨੈਂਟ ਕੀ ਇੰਪਰੂਵਮੈਂਟ ਕਰਵਾ ਸਕਦੇ ਆ? ਆਕੂਪੈਂਸੀ ਦੇਖੋ ਇਹ ਸੈਕਸ਼ਨ 64 ਚ ਕਿਹਾ ਗਿਆ ਉਹਨਾਂ ਨੂੰ ਜਿਹੜੇ ਆਕੂਪੈਂਸੀ ਟੈਨੈਂਟ ਨਹੀਂ ਹੁੰਦੇ ਉਹਨਾਂ ਨੂੰ ਲੈਂਡਲੌਰਡ ਦੀ ਜਿਹੜੀ ਹੈਗੀ ਹੈ ਉਹ ਕੰਸੈਂਟ ਲੈਣੀ ਪਏਗੀ ਜੇ ਉਹਨਾਂ ਨੇ ਕੋਈ ਇੰਪਰੂਵਮੈਂਟ ਕਰਵਾਉਣੀ ਹੈ, ਕਿਉਂਕਿ ਉਹਨਾਂ ਕੋਲ ਜਿਹੜੇ ਓਨਰਸ਼ਿਪ ਰਾਈਟਸ ਵਗੈਰਾ ਨਹੀਂ ਹੁੰਦੇ ਹੈਗੇ। ਉਹ ਜਿਹੜੇ ਟੈਨੈਂਟ ਹੁੰਦੇ ਨੇ ਈਅਰ ਟੂ ਈਅਰ ਟੈਨੈਂਟ ਕਹਿ ਲਈਏ, ਟੈਨੈਂਟ ਐਟ ਵਿਲ ਕਹਿ ਲਈਏ, ਠੀਕ ਹੈ, ਇਹਨਾਂ ਦੀ ਟੈਨੈਂਟ ਦੀ ਗੱਲ ਕੀਤੀ ਹੈ। ਇਹਦੇ ਵਿੱਚ ਉਹਨਾਂ ਨੂੰ ਲੈਂਡਲੌਰਡ ਦੀ ਕੰਸੈਂਟ ਲੈਣੀ ਪਏਗੀ। सबसेक्शन 2 ਕੀ ਕਿਹਾ ਗਿਆ? ਇਫ ਐਟ ਐਨੀ ਟਾਈਮ ਦਾ ਕੁਐਸਚਨ ਅਰਾਈਜ਼ਸ ਵੈਦਰ ਔਰ ਨਾਟ ਦਾ ਲੈਂਡਲੌਰਡ ਅਸੈਂਟਡ, ਜੇਕਰ ਇਦਾਂ ਦੇ ਕੇਸ ਦੇ ਵਿੱਚ ਸੈਕੰਡ ਦੇ ਵਿੱਚ ਲੈਂਡਲੌਰਡ ਕਈ ਵਾਰੀ ਕੰਸੈਂਟ ਦਿੰਦਾ ਹੈ ਜਾਂ ਗੋਲਮੋਲ ਗੱਲ ਕਰ ਦਿੰਦਾ ਹੈ, ਤਾਂ ਇਨਫਰਡ ਫਰੋਮ ਦਾ ਸਰਕਮਸਟੈਂਸਸ, ਦਾ ਮੌਕੇ ਦੇ ਹਾਲਾਤਾਂ ਨੂੰ ਦੇਖਦੇ ਹੋਏ ਜੇਕਰ ਕੋਈ ਇੰਪਰੂਵਮੈਂਟ ਕਰਵਾਈ ਗਈ ਹੈਗੀ ਹੈ ਟੈਨੈਂਟ ਵੱਲੋਂ ਤਾਂ ਉਹ ਜਿਹੜੀ ਹੈਗੀ ਹੈ ਇੰਪਲਾਈਡ ਕੰਸੈਂਟ ਸਮਝੀ ਜਾਵੇਗੀ। ਇਨਫਰਡ ਫਰੋਮ ਦਾ ਸਰਕਮਸਟੈਂਸਸ, ਮੌਕੇ ਦੇ ਹਾਲਾਤਾਂ ਨੂੰ ਦੇਖਦੇ ਹੋਏ ਜੇ ਜ਼ਰੂਰਤ ਸੀਗੀ ਟੈਨੈਂਸੀ ਦੇ ਵਿੱਚ ਮਤਲਬ ਕਿ ਇੰਪਰੂਵਮੈਂਟ ਕਰਵਾਉਣ ਦੀ, ਠੀਕ ਹੈ, ਤਾਂ ਉਹ ਜਿਹੜੀ ਹੈ ਕੰਸੈਂਟ ਸਮਝੀ ਜਾਏਗੀ ਲੈਂਡਲੌਰਡ ਦੀ। 65 ਚ ਕੀ ਕਿਹਾ ਗਿਆ? ਇੰਪਰੂਵਮੈਂਟਸ ਮੇਡ ਬਿਫੋਰ ਕਮੈਂਸਮੈਂਟ ਆਫ ਦਿਸ ਐਕਟ। ਇਸ ਐਕਟ ਦੇ ਕਮੈਂਸ ਹੋਣ ਤੋਂ ਪਹਿਲਾਂ ਜੇ ਕੋਈ ਇੰਪਰੂਵਮੈਂਟਸ ਕਰੀਆਂ ਗਈਆਂ ਨੇ ਉਹਦੀ ਗੱਲ ਕੀਤੀ ਗਈ ਹੈ। deemed to have been made in accordance with the act unless it is case of tenant not having a right of occupancy shown that the improvements was made in contravention written agreement between him ਇਹ ਛੱਡ ਦੋ ਜੀ ਪਹਿਲਾਂ 66 ਤੇ ਆ ਜਾਓ। improvements begin in anticipation of the ejectment। ਮੰਨ ਲਓ ਕਿਸੇ ਟੈਨੈਂਟ ਦਾ ejectment ਦੇ ਆਰਡਰ ਹੋ ਰਿਹਾ ਹੈ, ਦਾਵਾ ਚੱਲ ਰਿਹਾ ਹੈ ਕੋਰਟ ਦੇ ਵਿੱਚ, ਮਾਲਕ ਨੇ ਉਹਦੀ ਆਪਣੀ ਟੈਨੈਂਸੀ ਨੂੰ eject ਕਰਾਉਣ ਦੀ ਖਾਤਰ, ਕਿਰਾਏਦਾਰ ਨੂੰ ਬੇਦਖਲ ਕਰਨ ਦੀ ਖਾਤਰ ਕੋਈ ਸੂਟ ਫਾਈਲ ਕੀਤਾ ਹੈਗਾ ਰੈਵਨਿਊ ਕੋਰਟ ਦੇ ਵਿੱਚ, ਤਾਂ ਉਸ ਤੋਂ ਬਾਅਦ ਕੋਰਟ ਨੇ ਨੋਟਿਸ ਭੇਜ ਦਿੱਤਾ ਟੈਨੈਂਟ ਨੂੰ, ਠੀਕ ਹੈ। ਨੋਟਿਸ ਭੇਜਣ ਤੋਂ ਬਾਅਦ ਵੀ ਜੇਕਰ ਕੋਈ ਟੈਨੈਂਟ ਕੋਈ ਇੰਪਰੂਵਮੈਂਟ ਕਰਵਾਉਂਦਾ ਹੈ ਉਸ ਲੈਂਡ ਦੇ ਵਿੱਚ ਤਾਂ ਉਹ ਇੰਟਾਈਟਲ ਨਹੀਂ ਹੋਏਗਾ, ਉਹਦੀ ਕੰਪਨਸੇਸ਼ਨ ਨਹੀਂ ਮੰਗ ਸਕੇਗਾ ਬਾਅਦ ਦੇ ਵਿੱਚ। ਜੇ ਉਹਦੀ ਬੇਦਖਲੀ ਹੋਏਗੀ ਤਾਂ ਉਹ ਇਹ ਨਹੀਂ ਕਹੇਗਾ ਮੈਨੂੰ ਇੰਪਰੂਵਮੈਂਟ ਦੇ ਪੈਸੇ ਦਿਓ। ਜਦੋਂ ਉਹਨੂੰ ਨੋਟਿਸ ਮਿਲ ਚੁੱਕਿਆ ਫਿਰ ਉਹਦੀ ਕੋਈ ਲਾਇਬਿਲਿਟੀ, ਉਹਦੀ ਕੋਈ ਇੰਟਾਈਟਲਮੈਂਟ ਨਹੀਂ ਵੀ ਉਸ ਲੈਂਡ ਦੇ ਵਿੱਚ ਉਹ ਕੋਈ ਇੰਪਰੂਵਮੈਂਟ ਕਰਵਾਵੇ। ਜੇਕਰ ਕਰਵਾਉਂਦਾ ਹੈ ਤਾਂ ਉਹ ਇਲੀਗਲ ਮੰਨੀ ਜਾਏਗੀ ਤਾਂ ਉਹਦੀ ਕੋਈ ਕੰਪਨਸੇਸ਼ਨ ਨਹੀਂ ਮਿਲੇਗੀ। ਸੈਕਸ਼ਨ ਕੀ ਹੈ? ਟੈਂਡਰ ਆਫ ਲੀਜ਼ ਫॉर 20 years to a tenant to be a bar to the right to
ਕੰਪਨਸੇਸ਼ਨ ਜੇਕਰ ਕੋਈ ਲੈਂਡਲॉर्ड ठीक है 20 ਸਾਲ ਦੀ ਟੈਨੈਂਸੀ 20 ਸਾਲ ਦੇ ਲਈ ਲੀਜ਼ ਤੇ ਦੇ ਦਿੰਦਾ ਹੈ ਕਿਸੇ ਟੈਨੈਂਟ ਨੂੰ ਪ੍ਰੋਪਰਟੀ ਆਪਣੀ 20 ਸਾਲ ਦੀ ਲੀਜ਼ ਤੇ ਦੇ ਦਿੰਦਾ ਹੈ ਤਾਂ ਟੈਨੈਂਟ ਨੇ ਕੁਝ ਇੰਪਰੂਵਮੈਂਟਸ ਕਰਾਈਆਂ ਹੁੰਦੀਆਂ ਨੇ ਉਸ ਲੈਂਡ ਦੇ ਵਿੱਚ ਤਾਂ ਜਦੋਂ 20 ਸਾਲ ਦਾ ਬੈਨੀਫਿਟ ਉਹ ਲਏਗਾ ਆਪ ਜਿਹੜਾ ਟੈਨੈਂਟ ਹੋਏਗਾ 20 ਸਾਲ ਦਾ ਬੈਨੀਫਿਟ ਲਏਗਾ ਉਸ ਜ਼ਮੀਨ ਤੋਂ ਠੀਕ ਹੈ ਤਾਂ ਉਹ ਕੰਪਨਸੇਸ਼ਨ ਨਹੀਂ ਕਲੇਮ ਕਰ ਸਕਦਾ। 67 ਦੇ ਵਿੱਚ ਕਿਹਾ ਗਿਆ ਵੀ ਲੰਮੇ ਸਮੇਂ ਲਈ ਜੇ ਉਹਦੇ ਲਈ ਸਾਲ 2 ਸਾਲ 3 ਸਾਲ ਲਈ ਹੋਵੇ ਤਾਂ ਉਹ ਆਪਣਾ ਕੰਪਨਸੇਸ਼ਨ ਕਲੇਮ ਕਰ ਸਕਦਾ ਹੈ ਪਰ ਜਦੋਂ ਉਹਦੇ ਕੋਲ 20 ਇਅਰ ਦੇ ਲਈ ਉਸਦੇ ਕੋਲ ਟੈਨੈਂਸੀ ਉਹ ਆ ਗਈ ਲੀਜ਼ ਆ ਗਈ ਉਸ ਪ੍ਰੋਪਰਟੀ ਦੀ ਤਾਂ ਉਹ ਜਿਹੜੇ ਉਹਦੇ ਤੇ ਕੋਈ ਖਰਚ ਕੀਤਾ ਉਹਨੇ ਇੰਪਰੂਵਮੈਂਟ ਕਰਨ ਦੇ ਲਈ ਤਾਂ ਉਹਨੇ ਉਹਦਾ ਬੈਨੀਫਿਟ ਵੀ ਆਪ ਹੀ ਲੈਣਾ ਹੈ ਇਸ ਕਰਕੇ ਉਹ ਕੰਪਨਸੇਸ਼ਨ ਦਾ ਹੱਕਦਾਰ ਨਹੀਂ ਹੋਏਗਾ। 68 ਕੀ ਕਿਹਾ liability to pay compensation for the improvements to the tenants on the adjustment or enhancement of his rent। किसी भी टेनेंट ਨੂੰ ਕੋਈ ਵੀ ਲੈਂਡਲॉर्ड ਐਡਜਸਟਮੈਂਟ ਨਹੀਂ ਕੀਤੀ ਜਾ ਸਕਦੀ ਨੋ ਐਡਜਸਟਮੈਂਟ ਨੋ ਇਨਹਾਂਸਮੈਂਟ ਆਫ ਦਾ ਰੈਂਟ ਨਾ ਹੀ ਉਹਦਾ ਕਿਰਾਇਆ ਵਧਾਇਆ ਜਾ ਸਕਦਾ ਹੈ ਨਾ ਹੀ ਕਿਰਾਇਆ ਵਧਾਇਆ ਜਾ ਸਕਦਾ ਹੈ ਕਿਸੇ ਲੈਂਡਲॉर्ड ਦੇ ਰਾਹੀਂ ਕਿਸੇ ਟੈਨੈਂਟ ਦਾ ਨਾ ਹੀ ਐਡਜਸਟਮੈਂਟ ਕੀਤੀ ਜਾ ਸਕਦੀ ਹੈ ਕਿਸੇ ਕੋਰਟ ਦੇ ਆਰਡਰ ਦੇ ਨਾਲ ਤੇ ਨਾ ਹੀ ਉਹਦਾ ਰੈਂਟ ਵਧਾਇਆ ਜਾ ਸਕਦਾ ਹੈ ਕਿਸੇ ਕੋਰਟ ਦੇ ਆਰਡਰ ਦੇ ਨਾਲ ਜਦੋਂ ਤੱਕ ਉਹਦੇ ਕੰਪਨਸੇਸ਼ਨ ਜਿਹੜੀ ਉਹਨੇ ਕੋਈ ਇੰਪਰੂਵਮੈਂਟ ਕੀਤੀ ਹੈ ਉਹ ਇੰਪਰੂਵਮੈਂਟ ਦੀ ਕੰਪਨਸੇਸ਼ਨ ਉਹ ਨਾ ਪੇ ਕਰੇ। ਜੇਕਰ ਰੈਵਨਿਊ ਆਫੀਸਰ ਨੇ ਕੋਈ ਕੰਪਨਸੇਸ਼ਨ ਡਿਕਲੇਅਰ ਕਰ ਦਿੱਤੀ ਵੀ ਹਾਂ ਇੰਨੀ ਜਿਹੜੀ ਪੇਮੈਂਟ ਹੈਗੀ ਹੈ ਉਹ ਇੰਪਰੂਵਮੈਂਟ ਇਹਦੀ ਬਣਦੀ ਹੈਗੀ ਹੈ ਇੰਨੀ ਜਿਹੜੀ ਪੇਮੈਂਟ ਹੈਗੀ ਤੁਸੀਂ ਤਹਿਸੀਲਦਾਰ ਦੇ ਜਿਹੜੇ ਅਕਾਊਂਟ ਹੈਗਾ ਉਹਦੇ 'ਚ ਜਮ੍ਹਾਂ ਕਰਵਾਓਗੇ ਲੈਂਡਲॉर्ड ਨੂੰ ਜਦੋਂ ਕਿਹਾ ਜਾਂਦਾ ਹੈਗਾ ਜੇਕਰ ਲੈਂਡਲॉर्ड ਉਹ ਜਿਹੜੀ ਅਮਾਊਂਟ ਹੈ ਇੰਪਰੂਵਮੈਂਟ ਦੀ ਜਮ੍ਹਾਂ ਨਹੀਂ ਕਰਵਾਉਂਦਾ ਹੈਗਾ ਤਾਂ ਉਹਨੇ ਸਮੇਂ ਤੱਕ ਜਿਹੜੀ ਹੈਗੀ ਹੈ ਉਹਦੀ ਐਡਜਸਟਮੈਂਟ ਦਾ ਆਰਡਰ ਹੋਇਆ ਹੋਇਆ ਉਹਦੇ ਉੱਪਰ ਸਟੇ ਹੋ ਜਾਏਗੀ ਨਾ ਉਹਨੂੰ ਐਡਜਸਟਮੈਂਟ ਕੀਤਾ ਜਾ ਸਕਦਾ ਹੈ ਤੇ ਨਾ ਹੀ ਉਹਦਾ ਰੈਂਟ ਜਿਹੜਾ ਹੈਗਾ ਵਧਾਇਆ ਜਾ ਸਕਦਾ। compensation for the disturbance of clearing tenants section 69 की क्या है ਸੈਕਸ਼ਨ 69 ਚ ਇਹੀ ਕਿਹਾ ਗਿਆ ਵੀ ਜੇਕਰ ਕਿਸੇ ਟੈਨੈਂਟ ਕੋਲੇ ਕੋਈ ਟੈਨੈਂਸੀ ਸੀ 5 ਕਿੱਲਿਆਂ ਦੀ ਜਾਂ 7 ਕਿੱਲਿਆਂ ਦੀ ਟੈਨੈਂਸੀ ਸੀ ਠੀਕ ਹੈ ਉਹਨੇ ਨਾਲ ਲੱਗਦਾ ਕੋਈ ਕਿੱਲਾ 2 ਕਿੱਲੇ ਹੋਰ ਵਾਲੇ ਹੋਰ ਵਾਹ ਕੇ ਬਾਏ ਕਿਵੇਂ ਉਹਦੇ ਝਾੜ ਫੂਸ ਖੜਾ ਸੀਗਾ ਉਹਨੂੰ ਉਹ ਸਵਾਰ ਲਿਆ ਉਸਨੇ ਸਵਾਰ ਕੇ ਆਪਣੀ ਟੈਨੈਂਸੀ ਦੇ ਵਿੱਚ ਰਲਾ ਲਿਆ ਠੀਕ ਹੈ ਫਿਕਰ ਜੇਕਰ ਉਹ ਟੈਨੈਂਟ ਦੀ ਕੋਈ ਕਿਸੇ ਤਰੀਕੇ ਕਿਸੇ ਹੋਰ ਕਾਰਨ ਕਰਕੇ ਉਹਦੀ ਐਡਜਸਟਮੈਂਟ ਦਾ ਕੋਈ ਆਰਡਰ ਆ ਜਾਂਦਾ ਹੈ ਠੀਕ ਹੈ ਉਹਦੀ ਐਡਜਸਟਮੈਂਟ ਦਾ ਕੋਈ ਆਰਡਰ ਆ ਜਾਂਦਾ ਹੈ ਤਾਂ ਜਿਹੜੀ ਇਹ ਜ਼ਮੀਨ ਉਹਨੇ ਸਵਾਰੀ ਹੈ ਸੁਧਾਰੀ ਹੈਗੀ ਹੈ ਇਹਦੀ ਜਿਹੜੀ ਪੇਮੈਂਟ ਹੈਗੀ ਹੈ ਇਹਦੀ ਇੰਪਰੂਵਮੈਂਟ ਹੈਗੀ ਹੈ ਕੰਪਨਸੇਸ਼ਨ ਫਾਰ ਦਾ ਡਿਸਟਰਬੈਂਸ ਆਫ ਕਲੀਅਰਿੰਗ ਟੈਨੈਂਟਸ ਕਲੀਅਰਿੰਗ ਜਿਹੜੀ ਉਹਨੇ ਜ਼ਮੀਨ ਕਲੀਅਰ ਕੀਤੀ ਹੈ ਸਾਫ਼ ਕੀਤੀ ਹੈ ਸਵਾਰੀ ਹੈਗੀ ਹੈ ਵਾਹੀਯੋਗ ਬਣਾਈ ਹੈ ਤਾਂ ਇਹਦਾ ਜਿਹੜਾ ਕੰਪਨਸੇਸ਼ਨ ਹੈ ਉਹਨੂੰ ਦੇਣਾ ਪਏਗਾ ਉਹ ਦੇ ਕੇ ਹੀ ਜਿਹੜੀ ਹੈਗੀ ਹੈ ਉਹਦੀ ਐਡਜਸਟਮੈਂਟ ਹੋ ਸਕਦੀ ਹੈ ਜੇਕਰ ਇਹ ਰੈਂਟ ਇਹ ਕਿੰਨੀ ਪੇਮੈਂਟ ਹੋ ਸਕਦੀ ਹੈ ਇਹ 5 ਇਅਰਸ ਰੈਂਟ ਆਫ ਦਾ ਲੈਂਡ 5 ਸਾਲ ਦੇ ਰੈਂਟ ਤੋਂ ਵੱਧ ਨਹੀਂ ਹੋ ਸਕਦੀ ਜੇ ਕੋਈ ਮਾਲਕ ਕਹੇ ਜੇ ਕੋਈ ਕਿਰਾਏਦਾਰ ਕਹੇ ਮੈਨੂੰ ਤਾਂ ਜੀ ਦਿਓ ਜੀ ਮੈਨੂੰ ਇੰਨੇ ਪੈਸੇ ਪਰ ਇਹਦੇ 'ਚ ਲਿਮਿਟ ਰੱਖੀ ਗਈ ਹੈ ਫਿਰ ਵੀ 5 ਇਅਰਸ ਰੈਂਟ ਆਫ ਦਾ ਲੈਂਡ ਜਿੰਨਾ ਉਹਦੀ ਜਿਹੜੀ ਲੈਂਡ ਸੀ ਟੈਨੈਂਸੀ ਸੀ ਜਿੰਨਾ ਉਹਦਾ ਕਿਰਾਇਆ ਬਣਦਾ ਸੀਗਾ ਠੀਕ ਹੈ ਉਹਦੇ 5 ਸਾਲ ਦੇ ਰੈਂਟ ਤੋਂ ਵੱਧ ਨਹੀਂ ਹੋ ਸਕਦੀ ਘੱਟ ਹੋ ਸਕਦੀ ਹੈ ਇਹ ਰੈਵਨਿਊ ਆਫੀਸਰ ਕੋਲੇ ਪਾਵਰਸ ਹੈਗੀਆਂ ਨੇ ਜਦੋਂ ਉਹਨੇ ਫਿਕਸ ਕਰਨੀ ਹੈਗੀ ਹੈ ਤਾਂ ਉਸਨੂੰ ਇਸ ਦਾ ਜਿਹੜੀ ਕੰਪਨਸੇਸ਼ਨ ਹੈ ਦਵਾ ਕੇ ਹੀ ਜਿਹੜਾ ਟੈਨੈਂਟ ਹੈਗਾ ਉਹਨੂੰ ਰਿਜੈਕਟ ਕੀਤਾ ਜਾ ਸਕਦਾ ਹੈ। ਇਹ ਕਲੌਜ਼ ਦਿੱਤੀਆਂ ਗਈਆਂ ਨੇ ਵੀ ਜੇ ਰੈਂਟ ਹੈਗਾ ਉਹ ਫਸਲ ਦੇ ਨਾਲ ਫਸਲ ਹੈ ਜਾਂ ਉਹ ਕੈਸ਼ ਦੇ ਵਿੱਚ ਹੈਗਾ ਤਾਂ ਉਹਦੇ ਵਿੱਚ ਹੈਗਾ if the rent has been paid for the land by division or appraisement of the produce or by rates fixed with the nature of the crop grown ਤਾਂ ਉਹ ਨਾਲ ਦੇ ਆਂਢੀ ਗੁਆਂਢੀ ਦੀ ਜਿਹੜੀ ਫਸਲ ਹੈਗੀ ਹੈ ਡਬਲ ਦਾ ਅਮਾਊਂਟ ਆਫ ਦਾ ਲੈਂਡ ਰੈਵਨਿਊ। if no rent or no rent other than the land revenue of the land and the rates of the cesses chargeable thereon double the amount of the land revenue annual rent ਕਈ ਵਾਰੀ ਕੀ ਹੁੰਦਾ ਜਿਹੜਾ ਰੈਂਟ ਹੁੰਦਾ ਉਹ ਨਹੀਂ ਹੁੰਦਾ ਸਿਰਫ ਇੰਨਾ ਕੀ ਹੁੰਦਾ ਵੀ ਜਿਹੜਾ ਅਮਾਊਂਟ ਹੈਗੀ ਲੈਂਡ ਰੈਵਨਿਊ ਦੀ ਉਹੀ ਭਰੀ ਜਾਂਦੀ ਹੈਗੀ ਠੀਕ ਹੈ ਫਿਰ ਉਹ ਜਿੰਨੀ ਅਮਾਊਂਟ ਭਰੀ ਜਾਂਦੀ ਸੀ ਲੈਂਡ ਰੈਵਨਿਊ ਦੀ ਉਹ ਲੈਂਡ ਰੈਵਨਿਊ ਦਾ ਜਿਹੜਾ 5 ਗੁਣਾ ਤੋਂ ਵੱਧ ਜਿਹੜਾ ਰੈਂਟ ਹੈਗਾ ਉਹ ਫਿਕਸ ਨਹੀਂ ਕੀਤਾ ਜਾ ਸਕਦਾ ਠੀਕ ਹੈ ਨਾ। ਕਈ ਕੇਸਾਂ ਦੇ ਵਿੱਚ ਹੈਗਾ ਵੀ ਜਿਹੜਾ ਕਿਰਾਇਆ ਦੇਣਾ ਹੈ ਉਹ ਕਿਰਾਇਆ ਸਿਰਫ ਕਿੰਨਾ ਦੇਣਾ ਹੈ ਜਿੰਨਾ ਲੈਂਡ ਰੈਵਨਿਊ ਭਰਿਆ ਜਾਂਦਾ ਹੈ
ਜਾਂ ਲੈਂਡ ਰੈਵਨਿਊ ਤੇ ਜਾਂ ਜਿੰਨੀਆਂ ਸੈਸਸ ਹੈਗੀਆਂ ਨੇ ਉਹ ਭਰੀਆਂ ਜਾਂਦੀਆਂ ਨੇ। ਠੀਕ ਹੈ, ਫਿਰ ਉੱਪਰਲੀ ਕਲਾਸ ਬੰਦ ਦੇ ਲਈ ਕਿਹਾ ਗਿਆ ਹੈਗਾ ਸਬ ਸੈਕਸ਼ਨ 2 ਦੇ ਵਿੱਚ ਦੱਸਿਆ ਗਿਆ ਵੀ ਜੇ ਰੈਂਟ ਹੈਗਾ, ਰੈਂਟ ਇਨ ਕ੍ਰੌਪ ਦੇ ਵਿੱਚ ਹੈਗਾ ਜਾਂ ਰੈਂਟ ਲੈਂਡ ਰੈਵਨਿਊ ਦੇ ਵਿੱਚ ਹੈਗਾ ਤਾਂ ਡਬਲ ਦਾ ਅਮਾਊਂਟ ਆਫ ਦਾ ਲੈਂਡ ਰੈਵਨਿਊ ਆਫ ਦਾ ਲੈਂਡ ਵਾਸ ਦਾ ਐਨੂਅਲ ਰੈਂਟ। ਤਾਂ ਜਿਹੜਾ ਲੈਂਡ ਰੈਵਨਿਊ ਦਾ ਜਿਹੜਾ ਡਬਲ ਅਮਾਊਂਟ ਹੋਏਗੀ ਉਹਨੂੰ ਐਨੂਅਲ ਰੈਂਟ ਮੰਨਿਆ ਜਾ ਸਕਦਾ। ਨੈਕਸਟ ਚਲੋ, ਸੈਕਸ਼ਨ 70 ਇਹਨੂੰ ਛੱਡ ਦਿਓ, ਸੈਕਸ਼ਨ 70 ਲੈ ਲਓ, ਸੌਰੀ, ਪ੍ਰੋਸੀਜਰ ਇਨ ਡਿਟਰਮਿਨਿੰਗ ਦਾ ਕੰਪਨਸੇਸ਼ਨ। ਰੈਵਨਿਊ ਆਫਿਸਰ ਨੇ ਜਦੋਂ ਕੰਪਨਸੇਸ਼ਨ ਡਿਟਰਮਿਨ ਕਰਨਾ ਹੈ ਤਾਂ ਉਹਦਾ ਕੀ ਪ੍ਰੋਸੀਜਰ ਹੋਏਗਾ। ਸੈਕਸ਼ਨ 70 ਦੱਸਿਆ ਗਿਆ, ਇਨ ਐਵਰੀ ਸੂਟ ਬਾਈ ਟੈਨੈਂਟ ਟੂ ਕੰਟੈਸਟ ਹਿਸ ਲਾਇਬਿਲਿਟੀ ਟੂ ਅਜੈਕਟਮੈਂਟ। ਜਦੋਂ ਕਿਸੇ ਲੈਂਡਲੌਰਡ ਵੱਲੋਂ ਕੋਈ ਕਿਸੇ ਟੈਨੈਂਟ ਨੂੰ ਅਜੈਕਟਮੈਂਟ ਕਰਨ ਦੇ ਲਈ ਕੋਈ ਦਾਅਵਾ ਦਾਇਰ ਕੀਤਾ ਜਾਂਦਾ ਹੈ ਤਾਂ ਟੈਨੈਂਟ ਹੈਗਾ, ਟੈਨੈਂਟ ਜਾ ਕੇ ਕੰਟੈਸਟ ਕਰਦਾ ਹੈ ਆਪਣੀ ਲਾਇਬਿਲਿਟੀ ਨੂੰ। ਠੀਕ ਹੈ, ਔਰ ਬਾਈ ਲੈਂਡਲੌਰਡ ਟੂ ਅਜੈਕਟ a tenant or to enhance the rent ਜਾਂ rent ਵਧਾਉਣ ਦੀ ਗੱਲ ਕੀਤੀ ਗਈ ਹੈ ਤਾਂ ਕੋਰਟ ਸ਼ੈਲ ਡਾਇਰੈਕਟ ਦਾ ਟੈਨੈਂਟਸ ਟੂ ਫਾਈਲ a statement of his claim। ਕੋਰਟ ਵੱਲੋਂ ਟੈਨੈਂਟ ਨੂੰ ਡਾਇਰੈਕਸ਼ਨ ਦਿੱਤੀ ਜਾਂਦੀ ਹੈ ਵੀ ਤੁਸੀਂ ਆਪਣੀ ਜਿਹੜੀ ਹੈਗੀ ਹੈ ਆਪਣਾ ਕਲੇਮ ਫਾਈਲ ਕਰੋ, ਕਲੇਮ ਟੂ ਕੰਪਨਸੇਸ਼ਨ ਫਾਰ ਦਾ ਇੰਪਰੂਵਮੈਂਟ। ਜੇ ਤੁਹਾਨੂੰ ਕੋਈ ਇੰਪਰੂਵਮੈਂਟ ਕੀਤੀ ਹੈ ਤਾਂ ਤੁਸੀਂ ਉਹਦਾ ਕਲੇਮ ਫਾਈਲ ਕਰੋ। ਔਰ ਫਾਰ ਦਾ ਡਿਸਟਰਬੈਂਸ, ਜੇ ਤੁਸੀਂ ਕੋਈ ਜ਼ਮੀਨ ਨੂੰ ਪੱਧਰਾ ਕਰਕੇ ਸਾਫ ਸੁਥਰਾ ਕੀਤਾ ਹੈਗਾ, ਵਾਹੀਯੋਗ ਬਣਾਇਆ, ਤਾਂ ਉਹਦੇ ਲਈ ਵੀ ਤੁਸੀਂ ਆਪਣਾ ਜਿਹੜਾ ਕਲੇਮ ਹੈ ਉਹ ਫਾਈਲ ਕਰੋ। ਜਦੋਂ ਕਲੇਮ ਫਾਈਲ ਕਰਦਾ ਟੈਨੈਂਟ ਜਿਹਦੇ ਖਿਲਾਫ ਮੁਕੱਦਮਾ ਦਾਇਰ ਕੀਤਾ ਲੈਂਡਲੌਰਡ ਨੇ ਐਜੈਕਟਮੈਂਟ ਦਾ, ਠੀਕ ਹੈ, ਉਹਦੇ ਕਲੇਮ ਜਦੋਂ ਆ ਜਾਂਦੇ ਨੇ ਡਿਟਰਮਿਨ ਦਾ ਅਮਾਊਂਟ ਆਫ ਦਾ ਕੰਪਨਸੇਸ਼ਨ, ਤਾਂ ਕੀ ਹੈਗਾ ਜਿਹੜਾ ਰੈਵਨਿਊ ਆਫਿਸਰ ਹੈ ਦਾ ਕੋਰਟ, ਯਾਨੀ ਕਿ ਰੈਵਨਿਊ ਆਫਿਸਰ ਦੀ ਕੋਰਟ, ਦਾ ਕੋਰਟ decrease the adjustment of the tenant or the enhancement of the rent, it shall determine the amount of the compensation if any due to the tenant। ਤਾਂ ਜਿਹੜੀ ਅਮਾਊਂਟ ਹੈਗੀ ਹੈ ਉਹ ਡਿਟਰਮਿਨ ਕੀਤੀ ਜਾਵੇਗੀ। ਅਮਾਊਂਟ ਡਿਟਰਮਿਨ ਕਰਕੇ ਤੇ ਜਿਹੜਾ ਲੈਂਡਲੌਰਡ ਹੈਗਾ ਉਸ ਨੂੰ ਕਿਹਾ ਜਾਏਗਾ ਵੀ ਐਨੀ ਅਮਾਊਂਟ ਤੁਸੀਂ ਜਿਹੜੀ ਟੈਨੈਂਟ ਨੂੰ ਦੇਣੀ ਬਣਦੀ ਹੈ ਐਜ਼ ਏ ਕੰਪਨਸੇਸ਼ਨ ਹੈ ਜਾਂ ਐਜ਼ ਏ ਡਿਸਟਰਬੈਂਸ ਹੈਗੀ ਹੈ। ਠੀਕ ਹੈ, ਡਿਸਟਰਬੈਂਸ ਮੈਂ ਪਹਿਲਾਂ ਦੱਸ ਚੁੱਕਿਆ, ਜਦੋਂ ਕਿਸੇ ਕੋਈ ਜ਼ਮੀਨ ਵਾਹੀਯੋਗ ਬਣਾਈ ਹੋਵੇ ਤੋੜ ਕੇ ਤੇ ਐਨੀ ਅਮਾਊਂਟ ਜਮ੍ਹਾਂ ਕਰਵਾਏਗਾ ਤਦ ਹੀ ਜਿਹੜੇ ਐਜੈਕਟਮੈਂਟ ਦੇ ਜਿਹੜੇ ਆਰਡਰ ਹੈਗੇ ਆ ਉਹ ਜਾਰੀ ਕੀਤੇ ਜਾਂਦੇ ਕੋਰਟ ਵੱਲੋਂ ਅਮਾਊਂਟ ਜਮ੍ਹਾਂ ਹੋਣ ਤੋਂ ਬਾਅਦ। ਸੈਕਸ਼ਨ 71 ਕੀ ਹੈ, ਡਿਟਰਮੀਨੇਸ਼ਨ ਆਫ ਕੰਪਨਸੇਸ਼ਨ ਬਾय ਦਾ ਰੈਵਨਿਊ ਆਫਿਸਰ in either of the following cases, namely when a notice has been served on a tenant under section 44। ਜਦੋਂ ਕੋਈ ਦਾਵਾ ਦਾਇਰ ਹੁੰਦਾ ਹੈ ਤਾਂ ਨੋਟਿਸ ਭੇਜਿਆ ਜਾਂਦਾ ਹੈ ਲੈਂਡਲੌਰਡ ਟੈਨੈਂਟ ਨੂੰ। ਠੀਕ ਹੈ, when a notice of the ejectment has been served on a tenant under section 45, tenant has not instituted a suit to contest his liability। ਟੈਨੈਂਟ ਅੱਗੇ ਆਪਦਾ ਕੋਈ ਮਤਲਬ ਕਿ ਦਾਅਵੇ ਨੂੰ ਕੰਟੈਸਟ ਨਹੀਂ ਕਰਦਾ। suit to contest his liable tenancy may apply to the revenue officer having authority to order ਲੈਂਡਲੌਰਡ ਵੱਲੋਂ ਨਾਲ ਹੀ ਇਹ ਕਿਹਾ ਗਿਆ ਹੈਗਾ ਵੀ ਰੈਵਨਿਊ ਆਫਿਸਰ ਸ਼ੈਲ ਡਿਟਰਮਿਨ ਦਾ ਅਮਾਊਂਟ ਇਫ ਐਨੀ ਅਕੋਰਡਿੰਗਲੀ and stay the adjustment of the tenant until the landlord pays to the revenue officer the amount so determined less any arrears। ਜੇ ਕੋਈ ਏਰੀਅਰ ਟੈਨੈਂਟ ਤੋਂ ਲੈਣੇ ਨੇ ਮਾਲਕ ਨੇ ਉਹ ਅਮਾਊਂਟ ਘਟਾ ਕੇ ਬਾਕੀ ਜਿੰਨੀ ਅਮਾਊਂਟ ਡਿਟਰਮਿਨ ਕੀਤੀ ਹੈ ਰੈਵਨਿਊ ਆਫਿਸਰ ਨੇ, ਠੀਕ ਹੈ, ਉਨੀ ਅਮਾਊਂਟ ਜਿਹੜੀ ਹੈਗੀ ਹੈ ਜਦੋਂ ਤੱਕ ਉਹ ਮਤਲਬ ਕਿ ਜਮ੍ਹਾਂ ਨਹੀਂ ਕਰਾਈ ਜਾਂਦੀ ਲੈਂਡਲੌਰਡ ਵੱਲੋਂ ਰੈਵਨਿਊ ਕੋਰਟ ਦੇ ਵਿੱਚ ਤਾਂ ਉਦੋਂ ਤੱਕ ਜਿਹੜੀ ਹੈਗੀ ਹੈ ਸਟੇ ਕੀਤੀ ਜਾਵੇਗੀ ਐਜੈਕਟਮੈਂਟ ਦੇ ਆਰਡਰ ਦੇ ਉੱਪਰ। फिर क्या गया है सेक्शन 72 इंपॉर्टेंट है मैटर्स टू बी रिगार्डेड इन असेसमेंट ऑफ द कंपनसेशन फॉर द इंप्रूवमेंट्स। ਕਿਹੜੇ ਮੈਟਰ ਹੈਗੇ ਆ ਜਦੋਂ ਕੋਈ ਇੰਪਰੂਵਮੈਂਟ ਦੀ ਕੰਪਨਸੇਸ਼ਨ ਦੀ ਅਸੈਸਮੈਂਟ ਕਰਨੀ ਹੈ। ਇੰਪਰੂਵਮੈਂਟ ਦੇ ਜਿਹੜੇ ਕੰਪਨਸੇਸ਼ਨ ਦੇਣੇ ਨੇ ਉਹ ਕਿੰਨੇ ਦੇਣੇ ਨੇ, ਕਿਸ ਤਰ੍ਹਾਂ ਦੇਣੇ ਨੇ, ਉਹਦੀ ਜਦੋਂ ਅਸੈਸਮੈਂਟ ਕੀਤੀ ਹੈ ਤਾਂ ਕੁਝ ਜਿਹੜੇ ਹੈਗੇ ਆ ਮੈਟਰਸ ਨੇ ਜਿਹੜੇ ਉਹਨੂੰ ਮਤਲਬ ਕਿ ਧਿਆਨ 'ਚ ਰੱਖੇ ਜਾਂਦੇ ਆ ਰੈਵਨਿਊ ਆਫਿਸਰ ਵੱਲੋਂ। ਉਹ ਕਿਹੜੇ ਮੈਟਰ ਨੇ, ਇਹਦੇ ਵਿੱਚ ਕੀ ਹੈਗਾ ਸੈਕਸ਼ਨ 72 ਦਾ A ਪਾਰਟ ਹੈਗਾ the amount by which the value or the produce of the tenancy value of the produce is increased by the improvement ਕਰਾਈ ਗਈ ਹੈ। ਠੀਕ ਹੈ, ਇੰਪਰੂਵਮੈਂਟ ਕਰਾਉਣ ਦੇ ਨਾਲ ਉਹਦੀ ਜਿਹੜੀ ਪੈਦਾਵਾਰ ਹੈ ਕਿੰਨੀ ਵਧੀ ਹੈ। amount
by which the value or the produce of the tenancy or the value of the produce is increased by the improvement. ਇੰਪਰੂਵਮੈਂਟ ਕਰਾਉਣ ਦੇ ਨਾਲ ਕਿੰਨੀ ਕੁ ਪੈਦਾਵਾਰ ਵਧੀਆ ਹੈ, ਉਹਦੀ ਕਿੰਨੀ ਵੈਲਿਊ ਬਣਦੀ ਹੈ, ਇਹ ਚੀਜ਼ ਦੇਖੀ ਜਾਏਗੀ ਰੈਵਨਿਊ ਆਫੀਸਰ ਵੱਲੋਂ। ਇੱਕ ਤਾਂ ਪੁਆਇੰਟ ਇਹ ਹੋ ਗਿਆ। ਦੂਜਾ ਪੁਆਇੰਟ ਕੀ ਦੇਖਿਆ ਜਾਏਗਾ, ਦੇਖੋ ਜੇ ਇੰਪਰੂਵਮੈਂਟ ਕਰਾਈ, ਇੰਪਰੂਵਮੈਂਟ ਕਰਾਉਣ ਦੇ ਨਾਲ 25% ਫਸਲ ਵੱਧ ਗਈ ਤਾਂ ਜਿੰਨਾ ਰੈਂਟ ਸੀ ਇਟ ਮੀਨਸ 25% ਰੈਂਟ ਵਧਾ ਦਿੱਤਾ ਜਾਵੇਗਾ। ਜੇ ਫਸਲ 'ਚ ਪੈਦਾਵਾਰ ਦੇ ਵਿੱਚ ਹੀ 10% ਦਾ ਫਰਕ ਪਿਆ ਤਾਂ ਰੈਂਟ ਵੀ 10% ਵਧਾਇਆ ਜਾਏਗਾ। ਠੀਕ ਹੈ। ਦੂਜਾ ਪੁਆਇੰਟ ਕੀ ਹੈ, ਦ ਕੰਡੀਸ਼ਨਸ ਆਫ ਦਾ ਇੰਪਰੂਵਮੈਂਟ ਐਂਡ ਦ ਪ੍ਰੋਬੇਬਲ ਡਿਊਰੇਸ਼ਨ ਆਫ ਦਾ ਇਟਸ ਇਫੈਕਟ, ਵੀ ਜਿਹੜੀ ਇੰਪਰੂਵਮੈਂਟ ਕੀਤੀ ਗਈ ਹੈ ਇਹਦਾ ਜਿਹੜਾ ਇਫੈਕਟ ਹੈ ਕਿੰਨੇ ਸਮੇਂ ਤੱਕ ਰਹੇਗਾ, ਇਹ ਵੀ ਇੱਕ ਪੁਆਇੰਟ ਹੈ ਜਿਹੜਾ ਕੰਸੀਡਰ ਕੀਤਾ ਜਾਵੇਗਾ ਕਿ ਇਹ ਸਾਰੀ ਸਾਲ ਦੇ ਰੈਂਟ ਦਾ ਵਧਾ ਦਈਏ, ਅਸੀਂ ਲਗਾਤਾਰ ਰੈਂਟ ਵਧਾ ਦਈਏ ਅਗਲੇ ਦਾ, ਤੇ ਜਿਹੜੀ ਇੰਪਰੂਵਮੈਂਟ ਕੀਤੀ ਗਈ ਹੈ ਉਹਦੀ ਇਦਾਂ ਦੀ ਕੰਡੀਸ਼ਨ ਹੈ ਵੀ ਉਹ ਸਾਲ ਜਾਂ 2 ਸਾਲਾਂ ਬਾਅਦ ਖਤਮ ਹੋ ਜਾਏਗੀ। ਇਹ ਚੀਜ਼ ਵੀ ਜਿਹੜੀ ਹੈਗੀ ਹੈ ਇਹ ਦੇਖ ਕੇ ਅੰਡਰ ਕੰਸੀਡਰੇਸ਼ਨ ਕਰਕੇ ਹੀ ਜਿਹੜਾ ਰੈਂਟ ਹੈਗਾ ਉਹ ਵਧਾਉਣਾ ਘਟਾਉਣਾ ਚਾਹੀਦਾ ਹੈ। ਥਰਡ ਪੁਆਇੰਟ ਕੀ ਹੈ, ਦ ਲੇਬਰ ਐਂਡ ਕੈਪੀਟਲ। ਇੰਪਰੂਵਮੈਂਟ ਕਰਨ ਤੇ ਚਾਹੇ ਲੈਂਡਲੋਰਡ ਨੇ ਕਰਵਾਈ ਹੈ ਚਾਹੇ ਟੈਨੈਂਟ ਨੇ ਕਰਵਾਈ ਹੈ ਇੰਪਰੂਵਮੈਂਟ, ਠੀਕ ਹੈ, ਉਹਦੇ ਤੇ ਕਿੰਨੀ ਕੁ ਲੇਬਰ ਖਰਚ ਹੋਈ ਹੈ ਤੇ ਕਿੰਨੀ ਕੁ ਕੈਪੀਟਲ ਅਮਾਊਂਟ ਹੈ ਉਹਦੇ ਤੇ ਖਰਚ ਹੋਈ ਹੈ, ਇਹ ਵੀ ਇੱਕ ਪੁਆਇੰਟ ਹੈ ਜਿਹੜਾ ਅੰਡਰ ਕੰਸੀਡਰ ਹੋਏਗਾ। ਥਰਡ ਪੁਆਇੰਟ ਕੀ ਹੈ, ਫੋਰਥ ਕੀ ਹੈਗਾ, ਐਨੀ ਰਿਡਕਸ਼ਨ ਔਰ ਰਿਮਿਸ਼ਨ ਆਫ ਰੈਂਟ, other advantage allowed to the tenant by the landlord in consideration of the improvement। ਕੀ ਇੰਪਰੂਵਮੈਂਟ ਕਰਾਉਣ ਦੇ ਨਾਲ ਇਸ ਤੋਂ ਪਹਿਲਾਂ ਦਾਅਵਾ ਪਾਉਣ ਤੋਂ ਪਹਿਲਾਂ ਕੋਈ ਰਿਡਕਸ਼ਨ ਕੀਤੀ ਹੈ, ਕੋਈ ਰਿਮਿਸ਼ਨ ਕੀਤੀ ਹੈ, ਕੋਈ ਮਾਮਲਾ ਮਾਫ ਕੀਤਾ ਹੈ, ਸੌਰੀ ਮਾਮਲਾ ਨਹੀਂ, ਰੈਂਟ, ਕੋਈ ਰੈਂਟ ਮਾਫ ਕੀਤਾ ਹੈ ਮਾਲਕ ਨੇ ਕਿਰਾਏਦਾਰ ਦਾ। ਮੰਨ ਲਓ ਕਿਰਾਏਦਾਰ ਨੇ ਇੰਪਰੂਵਮੈਂਟ ਕਰਵਾਈ ਸੀਗੀ, ਉਹਨੇ 1 ਸਾਲ ਦਾ ਜਾਂ 2 ਸਾਲ ਦਾ ਕਿਰਾਇਆ ਲੈਣ ਤੋਂ ਛੱਡ ਦਿੱਤਾ, ਇਹ ਹੋਈ ਰਿਮਿਸ਼ਨ। ਰਿਡਕਸ਼ਨ ਕੀ ਉਹਨੇ ਕੋਈ ਰੈਂਟ ਘਟਾਇਆ ਉਹਦਾ ਇਸ ਤੋਂ ਪਹਿਲਾਂ ਦਬਾਅ ਪਾਉਣ ਤੋਂ ਪਹਿਲਾਂ, ਇਹ ਜੇ ਘਟਾਇਆ ਵਧਾਇਆ ਹੈਗਾ ਤਦ ਵੀ ਦੇਖਿਆ ਜਾਏਗਾ, ਉਹਨੂੰ ਵੀ ਪੁਆਇੰਟ ਨੂੰ ਕੰਸੀਡਰ ਕੀਤਾ ਜਾਵੇਗਾ ਇੰਪਰੂਵਮੈਂਟ ਦੀ ਜਿਹੜੀ ਅਮਾਊਂਟ ਹੈ ਫਿਕਸ ਕਰਨ ਦੇ ਲਈ। ਨੈਕਸਟ ਹੈਗਾ ਇਨ ਦਾ ਕੇਸ ਆਫ ਰੈਕਲੇਮੇਸ਼ਨ। ਰੈਕਲੇਮੇਸ਼ਨ ਕਿਹਨੂੰ ਕਹਿੰਦੇ ਆਪਾਂ, ਜੰਗਲ ਤੋੜ। ਇਨ ਦਾ ਕੇਸ ਆਫ ਰੈਕਲੇਮੇਸ਼ਨ ਔਰ ਦਾ ਕਨਵਰਸ਼ਨ ਆਫ unirrigated into irrigated land, the length of time during which the tenant has had the benefit of the improvement। ਜੇਕਰ ਉਹਨੇ ਕੋਈ ਜੰਗਲ ਤੋੜਿਆ ਜਾਂ ਜਿਹੜੀ ਜ਼ਮੀਨ ਹੈ ਉਹਨੂੰ ਇਰੀਗੇਟਡ ਬਣਾਇਆ ਹੈਗਾ ਤਾਂ ਉਹਦਾ ਬੈਨੀਫਿਟ ਕਿੰਨੇ ਸਾਲ ਲੈ ਚੁੱਕਿਆ ਟੈਨੈਂਟ, ਕਿੰਨੇ ਸਾਲ ਉਹਨੇ ਜ਼ਮੀਨ ਵਾਲੀ, ਕਿੰਨੇ ਸਾਲ ਉਹਦਾ ਬੈਨੀਫਿਟ ਲੈ ਲਿਆ। ਠੀਕ ਹੈ, ਇਹ ਜਿਹੜਾ ਪੁਆਇੰਟ ਹੈਗਾ ਇਹ ਵੀ ਅੰਡਰ ਕੰਸੀਡਰ ਕੀਤਾ ਜਾਏਗਾ। ਇਹ ਜਿਹੜੇ 5-6 ਪੁਆਇੰਟ ਨੇ ABCDE, ਇਹ ਰੈਵਨਿਊ ਆਫੀਸਰ ਲਈ ਹੈਗੇ ਆ। ਰੈਵਨਿਊ ਆਫੀਸਰ ਜਿਹਨੇ ਜਿਹੜੀ ਅਸੈਸਮੈਂਟ ਕਰਨੀ ਹੈ ਇੰਪਰੂਵਮੈਂਟ ਦੀ ਅਮਾਊਂਟ ਦੀ, ਉਹਨੂੰ ਇਹ ਜਿਹੜੇ ਸਾਰੇ 5-6 ਪੁਆਇੰਟ ਹੈਗੇ ਆ, ਇਹਨਾਂ ਨੂੰ ਧਿਆਨ 'ਚ ਰੱਖਦੇ ਹੋਏ ਜਿਹੜਾ ਕਿਰਾਇਆ ਹੈਗਾ ਉਹ ਘਟਾਇਆ ਵਧਾਇਆ ਜਾਂਦਾ ਹੈ ਕੰਪਨਸੇਸ਼ਨ ਫਿਕਸ ਕਰਕੇ। ਨੈਕਸਟ ਸੈਕਸ਼ਨ 73, form of compensation। The compensation shall be made by the payment in money unless the parties agree that it be made in whole or in part of the rent grant of the beneficial lease land। ਮਨੀ ਦੇ ਰੂਪ ਦੇ ਵਿੱਚ ਜਿਹੜੀ ਪੇਮੈਂਟ ਦਿੱਤੀ ਜਾਂਦੀ ਹੈ, if the parties so agree, the court or revenue officer shall make an order accordingly। ਉਹਦੇ ਮੁਤਾਬਕ ਜਿਹੜਾ ਕੋਰਟ ਵੱਲੋਂ ਆਰਡਰ ਕੀਤਾ ਜਾਵੇਗਾ। ਰਿਲੀਫ ਇਨ ਕੇਸ ਆਫ ਰਿਜੈਕਟਮੈਂਟ ਬਿਫੋਰ ਦਾ ਡਿਟਰਮੀਨੇਸ਼ਨ ਆਫ ਦਾ ਕੰਪਨਸੇਸ਼ਨ। ਕੀ ਰਿਲੀਫ ਦਿੱਤੀ ਜਾਵੇਗੀ, ਰਿਲੀਫ ਇਨ ਕੇਸ ਆਫ ਰਿਜੈਕਟਮੈਂਟ ਬਿਫੋਰ ਦਾ ਡਿਟਰਮੀਨੇਸ਼ਨ ਆਫ ਦਾ ਕੰਪਨਸੇਸ਼ਨ। ਕੰਪਨਸੇਸ਼ਨ ਡਿਟਰਮਿਨ ਨਹੀਂ ਹੋਈ, ਕੰਪਨਸੇਸ਼ਨ ਡਿਟਰਮਿਨ ਨਹੀਂ ਹੋਈ। ਕੰਪਨਸੇਸ਼ਨ ਡਿਟਰਮਿਨ ਤਾਂ ਹੋਣੀ ਸੀ ਜੇ ਜਿਹੜਾ ਟੈਨੈਂਟ ਸੀਗਾ ਆ ਕੇ ਉਹ ਆਪਦਾ ਸੂਟ ਕਲੇਮ ਕਰਦਾ, ਡਿਫੈਂਸ ਕਰਦਾ, ਸੂਟ ਕੰਟੈਸਟ ਕਰਦਾ। ਮੰਨ ਲਓ ਜਿਹੜਾ ਹੈਗਾ ਸੀਗਾ ਟੈਨੈਂਟ ਆਇਆ ਨਹੀਂ, ਟੈਨੈਂਟ ਨੂੰ ਨੋਟਿਸ ਵੀ ਭੇਜਿਆ ਗਿਆ, ਲੈਂਡਲੌਰਡ ਨੇ ਐਜੈਕਟਮੈਂਟ ਦਾ ਦਾਅਵਾ ਦਾਇਰ ਕੀਤਾ, ਬੇਦਖਲੀ ਦਾ ਦਾਅਵਾ ਦਾਇਰ ਕੀਤਾ, ਟੈਨੈਂਟ ਨੂੰ ਨੋਟਿਸ ਭੇਜਿਆ ਗਿਆ, ਟੈਨੈਂਟ ਆਇਆ ਨਹੀਂ, ਉਹਨੇ ਆ ਕੇ ਆਪਦਾ ਸੂਟ ਨੂੰ ਕੰਟੈਸਟ ਨਹੀਂ ਕੀਤਾ, ਨਾ ਉਹਨੇ ਦੱਸਿਆ ਕਿ ਵੀ ਮੇਰੀ ਕੋਈ ਕੰਪਨਸੇਸ਼ਨ ਮੈਨੂੰ ਦਿੱਤੀ ਜਾਵੇ, ਮੈਂ ਕੋਈ ਜ਼ਮੀਨ ਦੇ ਉੱਪਰ ਇੰਪਰੂਵਮੈਂਟ ਕੀਤੀ ਆ ਉਹ ਦਿੱਤੀ ਜਾਵੇ, ਪਰ ਆਰਡਰ ਹੋ ਗਿਆ ਐਜੈਕਟਮੈਂਟ ਦਾ। ਆਰਡਰ ਤਾਂ ਫਿਰ ਹੋਣਾ ਸੀਗਾ ਜਦੋਂ ਟੈਨੈਂਟ ਨੇ ਆ ਕੇ ਦੱਸਿਆ ਨਹੀਂ ਹੈਗਾ, ਠੀਕ ਹੈ, ਤਾਂ ਉਹਨੂੰ ਕੀ ਰਿਲੀਫ ਦਿੱਤੀ ਜਾ ਸਕਦੀ ਹੈ। ਸੈਕਸ਼ਨ 74 ਦੇ ਵਿੱਚ ਹੈਗਾ, if from any cause the amount of compensation payable to a tenant under this chapter for the improvement or disturbance has not been determined, ਵੀ ਜੇ ਅਮਾਊਂਟ ਡਿਟਰਮਿਨ ਨਹੀਂ ਕੀਤੀ ਗਈ, ਠੀਕ ਹੈ, ਬੇਦਖਲ ਦੇ ਆਰਡਰ ਹੋ ਗਏ ਤੇ ਟੈਨੈਂਟ ਦੀ ਰਿਜੈਕਟਮੈਂਟ ਵੀ ਹੋ ਗਈ, ਫਿਰ ਵੀ ਕੀ ਰਿਲੀਫ ਦਿੱਤੀ ਜਾ ਸਕਦੀ ਟੈਨੈਂਟ ਨੂੰ, ਤਾਂ ਇੱਥੇ ਕਿਹਾ ਹੈਗਾ ਇਸ ਸੈਕਸ਼ਨ ਦੇ ਵਿੱਚ 1 year from the date of the ejectment
1 ਸਾਲ ਦੇ ਅੰਦਰ ਅੰਦਰ ਰਿਜੈਕਟਮੈਂਟ ਦੇ ਉਹਦੀ ਬੇਦਖਲੀ ਦਾ ਆਰਡਰ ਹੋ ਗਿਆ, ਬੇਦਖਲੀ ਕਰ ਦਿੱਤਾ, ਕਬਜ਼ਾ ਕਾਰਵਾਈ ਹੋ ਗਈ, ਠੀਕ ਹੈ, ਤਦ ਵੀ ਉਹਨੂੰ 1 ਸਾਲ ਦਾ ਸਮਾਂ ਦਿੱਤਾ ਗਿਆ ਹੈਗਾ। ਰਿਜੈਕਟਮੈਂਟ ਜਿਹੜੀ ਹੈਗੀ ਉਹ ਆਪਦੀ ਦੁਆਰਾ ਕੀ ਹੈਗਾ ਸੂਟ ਫਾਈਲ ਕਰ ਸਕਦਾ ਹੈ ਰਿਜੈਕਟਮੈਂਟ ਦੇ ਅਗੇਂਸਟ ਔਨ ਐਪਲੀਕੇਸ਼ਨ ਮੇਡ ਬਾय ਦ ਟੈਨੈਂਟ ਵਿਦਿਨ 1 year from the date of the rejectment, correct the omission by making in favor of the tenant an order for the payment to him by the landlord of such compensation. The court or officer may determine the tenant to be entitled to। 1 ਸਾਲ ਦੇ ਅੰਦਰ ਅੰਦਰ ਆ ਕੇ ਜੇ ਉਹਦੀ ਬੇਦਖਲੀ ਹੋ ਗਈ, ਰਿਜੈਕਟਮੈਂਟ ਦਾ ਆਰਡਰ ਹੋ ਗਿਆ, ਫਿਰ ਵੀ ਉਹਦੇ ਕੋਲੇ ਉਹਨੂੰ ਰਿਲੀਫ ਦਿੱਤੀ ਗਈ ਹੈ ਸੈਕਸ਼ਨ ਦੇ ਵਿੱਚ, ਸੈਕਸ਼ਨ 74 ਦੇ ਵਿੱਚ ਟੈਨੈਂਟ ਨੂੰ ਫਿਰ ਵੀ ਮਤਲਬ ਬੈਨੀਫਿਟ ਦਿੱਤਾ ਗਿਆ 1 ਸਾਲ ਦੇ ਅੰਦਰ ਅੰਦਰ ਆ ਕੇ ਉਹ ਆਪਦੀ ਫਿਰ ਵੀ ਅਪੀਲ ਦੇ ਸਕਦਾ ਹੈ ਵੀ ਮੈਂ ਇਸ ਲੈਂਡ ਦੇ ਉੱਪਰ ਮੈਨੂੰ ਰਿਜੈਕਟਮੈਂਟ ਤਾਂ ਮੇਰੀ ਹੋ ਗਈ, ਪਰ 1 ਸਾਲ ਦੇ ਅੰਦਰ ਦਾ ਅਰਜ਼ੀ ਦੇ ਸਕਦਾ ਹੈ ਵੀ ਮੈਂ ਇਸ ਜ਼ਮੀਨ ਦੇ ਵਿੱਚ ਆਹ ਸੁਧਾਰ ਕੀਤੇ ਸੀ, ਮੈਨੂੰ ਇੰਨੀ ਜਿਹੜੀ ਪੇਮੈਂਟ ਹੈ ਉਹ ਮਿਲਣੀ ਚਾਹੀਦੀ ਹੈ। ਜੇ ਠੀਕ ਹੈ ਜੀ, ਅੱਜ ਦਾ ਜਿਹੜੀ ਕਲਾਸ ਹੈਗੀ ਹੈ ਟਾਈਮ ਹੋ ਚੁੱਕਿਆ ਹੈ, ਆਪਾਂ ਇੱਥੇ ਬੰਦ ਕਰਾਂਗੇ। किसी का कोई क्वेश्चन है कर सकता है जी।